हाँ जी दोस्तों, पंजाब साहित्य अकादमी ਵੱਲੋਂ ਤੁਹਾਡਾ ਬਹੁਤ-ਬਹੁਤ ਸਵਾਗਤ। ਸੰਕਟ ਕਾਲ ਤੇ ਅਸੀਂ ਦੀ 34ਵੀਂ ਲੜੀ ਦੇ ਵਿੱਚ ਅਸੀਂ ਅੱਜ ਪ੍ਰਵੇਸ਼ ਕਰ ਚੁੱਕੇ ਹਾਂ ਤੇ ਅੱਜ ਸਾਡੇ ਨਾਲ ਨੇ ਬਹੁਤ ਹੀ ਨੰਨੇ-ਨੰਨੇ ਪਿਆਰੇ-ਪਿਆਰੇ ਬਹੁਤ ਖੂਬਸੂਰਤ ਬੱਚੇ। ਕੋਈ ਸ਼ਾਇਰ ਕਹਿੰਦਾ ਕਿ ਝੂਠ ਬੋਲਦੇ ਸੀ ਫਿਰ ਵੀ ਕਿੰਨੇ ਸੱਚੇ ਸੀ ਅਸੀਂ। ਇਹ ਉਹਨਾਂ ਦਿਨਾਂ ਦੀ ਗੱਲ ਹੈ ਜਦ ਬੱਚੇ ਸੀ। इसी तरह ही लाइना ने कि ये दौलत भी ले लो, ये शोहरत भी ले लो, भले छीन लो मुझसे मेरी जबानी, मगर मुझको लुटा दो बचपन का सावन, वो कागज की कश्ती, वो बारिश का पानी। तो दोस्तों ਅੱਜ ਬੱਚਿਆਂ ਦੀ ਦੁਨੀਆ ਦੇ ਵਿੱਚ ਆਪਾਂ ਪ੍ਰਵੇਸ਼ ਕਰ ਰਹੇ ਹਾਂ। ਅਕਸਰ ਸਾਡੇ ਕੋਲੇ ਬੱਚਿਆਂ ਨਾਲ ਗੱਲ ਕਰਨ ਦੀ ਭਾਸ਼ਾ ਨਹੀਂ ਹੁੰਦੀ। ਅਸੀਂ ਬਹੁਤ ਸਾਰੇ ਕਮਾਂਡਿੰਗ ਮੋਡ ਦੇ ਵਿੱਚ ਹੁੰਨੇ ਆ, ਬੱਚਿਆਂ ਨੂੰ ਬਹੁਤ ਸਾਰੀਆਂ ਕਮਾਂਡਸ ਦਿੰਨੇ ਆ, ਬੱਚਿਆਂ ਨੂੰ ਬਹੁਤ ਸਾਰੀਆਂ ਇਨਸਟਰਕਸ਼ਨ ਦਿੰਨੇ ਆ, ਉਹਨਾਂ ਨਾਲ ਉਹਨਾਂ ਦੀ ਭਾਸ਼ਾ ਦੇ ਵਿੱਚ ਗੱਲ ਕਰਨਾ ਸਾਨੂੰ ਅਜੇ ਤੱਕ ਨਹੀਂ ਆਇਆ। ਇਸ ਕਰਕੇ ਜਦੋਂ ਕੋਈ ਸ਼ਾਇਰ, ਜਦੋਂ ਕੋਈ ਸੂਖਮ ਇਨਸਾਨ ਬੱਚਿਆਂ ਬਾਰੇ ਗੱਲ ਕਰਦਾ ਹੈ ਤਾਂ ਉਹਦੇ ਸ਼ਬਦਾਂ ਦੇ ਵਿੱਚ ਬੱਚਿਆਂ ਦੀ ਉਹ ਪੀੜ, ਬੱਚਿਆਂ ਦੇ ਉਹ ਦਰਦ ਕਿਤੇ ਨਾ ਕਿਤੇ ਝਲਕਦਾ ਹੈ कि मेरे दिल के किसी कोने में एक मासूम सा बच्चा बड़ों की देखकर दुनिया बड़ा होने से डरता है। ਅੱਜ ਸੱਚਮੁੱਚ ਬਹੁਤ ਖੂਬਸੂਰਤ ਪਲ ਨੇ ਜਿਨ੍ਹਾਂ ਪਲਾਂ ਦੇ ਵਿੱਚ ਆਪਾਂ ਇਹਨਾਂ ਬੱਚਿਆਂ ਨਾਲ ਡਾਇਲੌਗ ਕਰਾਂਗੇ। ਇਹ ਪਿਆਰੇ ਪਿਆਰੇ ਬੱਚੇ ਸਾਨੂੰ ਆਪਣੀਆਂ ਗੱਲਾਂ ਵੀ ਸੁਣਾਉਣਗੇ ਤੇ ਸਾਨੂੰ ਆਪਣੀਆਂ ਕਵਿਤਾਵਾਂ ਵੀ ਸੁਣਾਉਣਗੇ। ਅਸੀਂ ਇਹਨਾਂ ਸਾਰੇ ਬੱਚਿਆਂ ਦਾ ਬਹੁਤ ਸਵਾਗਤ ਕਰਦੇ ਹਾਂ। ਬੇਟੇ ਇੱਕ ਵਾਰੀ ਬੱਚਿਓ ਸਾਰੇ ਆਪਣਾ ਮਾਈਕ ਔਨ ਕਰ ਲਓ। ਮੈਂ ਜਿਹਦੇ ਜਿਹਦਾ ਨਾਮ ਬੋਲੂੰਗਾ ਤੁਸੀਂ मैं ਤੁਹਾਡਾ ਵੈਲਕਮ ਕਰੂੰਗਾ ਤੇ ਤੁਸੀਂ ਇੱਕ ਵਾਰੀ ਰਿਸਪੌਂਡ ਕਰੋਗੇ, ਬੋਲੋਗੇ ਤਾਂ ਕਿ ਸਾਰਿਆਂ ਨੂੰ ਦਿਸ ਜਾਓ, ਤੁਹਾਡੀ ਸ਼ਕਲ ਦਿਸ ਜੇ। ਠੀਕ ਹੈ। ਸਭ ਤੋਂ ਪਹਿਲਾਂ ਮਿਲਦੇ ਹਾਂ ਆਪਾਂ ਪੁਨੀਤ ਨੂੰ। ਪੁਨੀਤ ਬੇਟੇ, ਪੁਨੀਤ ਵੈਲਕਮ ਤੁਹਾਡਾ। ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਥੈਂਕ ਯੂ ਅੰਕਲ ਜੀ। ਇਹ ਹੈ ਪੁਨੀਤ ਜਿਹਨੂੰ ਤੁਸੀਂ ਹੁਣ ਇਸ ਵੇਲੇ ਸਕਰੀਨ ਤੇ ਦੇਖ ਰਹੇ ਹੋ। ਇਸ ਤੋਂ ਬਾਅਦ ਦੂਜਾ ਬੱਚਾ ਜਿਹਦੇ ਨਾਲ ਤੁਹਾਨੂੰ ਅਸੀਂ ਇੰਟਰੋਡਕਸ਼ਨ ਕਰਾ ਰਹੇ ਹਾਂ ਉਹ ਹੈ ਸੁਖਮਨ। ਸਤਿ ਸ਼੍ਰੀ ਅਕਾਲ ਸਰ। ਹਾਂਜੀ ਸੁਖਮਨ ਬੇਟੇ, ਤੁਹਾਡਾ ਵੀ ਬਹੁਤ ਬਹੁਤ ਸਵਾਗਤ। ਤੁਸੀਂ ਸਕਰੀਨ ਤੇ ਸੁਖਮਨ ਨੂੰ ਦੇਖ ਰਹੇ ਹੋ ਹੁਣ। ਇਸ ਤੋਂ ਬਾਅਦ ਤੁਸੀਂ ਸਕਰੀਨ ਤੇ ਦੇਖੋਗੇ ਹਰੀ ਗੋਪਾਲ। ਹਰੀ ਗੋਪਾਲ ਜੀ। ਹਰੀ ਗੋਪਾਲ ਬੋਲੋ ਬੇਟੇ, ਆਪਣਾ ਮਾਈਕ ਔਨ ਕਰੋ ਇੱਕ ਵਾਰੀ, ਤੁਹਾਡਾ ਮਾਈਕ ਬੰਦ ਹੈ। ਹਰੀ ਗੋਪਾਲ ਆਪਣਾ ਮਾਈਕ ਔਨ ਕਰ ਲਓ। ਹਰੀ ਗੋਪਾਲ हाँ जी बोलो हुण। बहुत बहुत स्वागत है। एक बारी बोलो, उस तो बाद फिर आप अगले बच्चे ਨੂੰ ਇੰਟਰੋਡਿਊਸ ਕਰਾਵਾਂਗੇ। ਹਾਂਜੀ ਸਰ जी। ਇਹ ਹਰੀ ਗੋਪਾਲ ਹੈ ਜਿਹਨੂੰ ਤੁਸੀਂ ਸਕਰੀਨ ਤੇ ਦੇਖ ਰਹੇ ਹੋ। ਜੋ ਤੁਸੀਂ ਬੋਲਦੇ ਹੋ ਉਦੋਂ ਤੁਹਾਡਾ ਚਿਹਰਾ ਸਕਰੀਨ ਤੇ ਆ ਜਾਂਦਾ ਹੈ, ਤੁਹਾਨੂੰ ਬੋਲਣ ਲਈ ਤਾਂ ਕਿਹਾ ਜਾਂਦਾ ਹੈ। ਅਗਲਾ ਬੱਚਾ ਹੈਗਾ ਸਾਡੇ ਨਾਲ ਪ੍ਰਵਾਜ਼। ਪ੍ਰਵਾਜ਼ ਤੁਹਾਡਾ ਵੀ ਸਵਾਗਤ ਹੈ। ਪ੍ਰਵਾਜ਼ जी जी ये प्रवास। बाकी अपना ਜਿਹੜਾ ਮਾਈਕ ਹੈ ਉਹ ਬੰਦ ਕਰ ਲਓ। ਬਾਕੀ ਸਾਰੇ ਪਲੀਜ਼ ਸੁਖਜੀਵਨ ਬਾਕੀਆਂ ਦੇ ਜਿਹੜੇ ਮਾਈਕ ਨੇ ਉਹ ਮਿਊਟ ਕਰ ਦਿਓ। ਇਸ ਤੋਂ ਬਾਅਦ ਅਗਲਾ ਬੱਚਾ ਹੈਗਾ ਸੀਰਤਪਾਲ। ਸੀਰਤਪਾਲ ਤੁਹਾਡਾ ਸਵਾਗਤ ਹੈ। ਹਾਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ, ਤੁਹਾਡਾ ਬਹੁਤ ਬਹੁਤ ਧੰਨਵਾਦ ਮੈਨੂੰ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਕਰਨ ਲਈ। ਥੈਂਕ ਯੂ ਬੇਟੇ, ਥੈਂਕ ਯੂ। ਇਸ ਤੋਂ ਬਾਅਦ ਇੱਕ ਛੋਟਾ ਜਿਹਾ ਨੰਨਾ ਜਿਹਾ ਪਿਆਰਾ ਜਿਹਾ ਬੱਚਾ ਜੋ ਇਹਨਾਂ ਸਾਰਿਆਂ ਤੋਂ ਛੋਟਾ ਹੈ, ਸਾਰਿਆਂ ਤੋਂ ਵੱਧ ਬੱਚਾ ਜਿਹੜਾ ਆਰੀਅਨ। ਆਰੀਅਨ ਬੇਟੇ ਇੱਕ ਵਾਰੀ ਬੋਲੋ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਤੇਰਾ ਚਿਹਰਾ ਨਹੀਂ ਅਜੇ ਤੱਕ ਦਿਸਿਆ ਸਾਨੂੰ। ਆਰੀਅਨ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬੇਟੇ, ਸਤਿ ਸ਼੍ਰੀ ਅਕਾਲ। ਤੇਰਾ ਚਿਹਰਾ ਮੈਂ ਲੱਭਾਂ ਕਿੱਥੇ ਜੇ। ਆਰੀਅਨ ਬੇਟੇ ਆਪਣੀ ਫੋਟੋ ਨਾ ਬੰਦ ਕਰੋ। ਸਾਰੇ ਬੱਚੇ ਆਪਣੀ ਫੋਟੋ ਨੂੰ ਸਾਹਮਣੇ ਰੱਖੋ। ਮੈਂ ਆਰੀਅਨ ਦਿਖਾ ਰਿਹਾ ਤੁਹਾਨੂੰ। ਹਾਂ ਇਹ ਹੈ ਆਰੀਅਨ, ਸਾਡਾ ਬਹੁਤ ਮਾਸੂਮ ਜਿਹਾ ਪਿਆਰਾ ਜਿਹਾ ਬੱਚਾ। ਉਸ ਤੋਂ ਬਾਅਦ ਅਗਲਾ ਬੱਚਾ ਸਾਡਾ ਸਨੋ ਸਾਦਗੀ। ਸਨੋ ਸਾਦਗੀ ਵੈਲਕਮ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਹਾਂ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਸਨੋ ਸਾਦਗੀ ਤੋਂ ਬਾਅਦ ਜਿਹੜਾ ਬੱਚਾ ਸਾਡਾ ਜਗਦੀਪ ਜਵਾਰਕੀ। ਜਗਦੀਪ ਜਵਾਰਕੀ ਜੀ ਤੁਹਾਡਾ ਵੀ ਸਵਾਗਤ ਹੈ। ਜਗਦੀਪ ਜਵਾਰਕੀ ਜੀ ਸਵਾਗਤ ਹੈ ਬੇਟੇ ਤੁਹਾਡਾ ਬਹੁਤ ਬਹੁਤ।
ਇਸ ਤੋਂ ਪਹਿਲਾਂ ਕਿ ਆਪਾਂ ਇਹਨਾਂ ਸਾਰੇ ਬੱਚਿਆਂ ਨਾਲ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰੀਏ, ਮੈਂ ਬੇਨਤੀ ਕਰੂੰਗਾ ਡਾਕਟਰ ਸਰਬਜੀਤ ਕੌਰ ਸੋਹਲ ਹੋਰਾਂ ਨੂੰ ਕਿ ਉਹ ਇਹਨਾਂ ਬੱਚਿਆਂ ਦਾ ਵੀ ਸਵਾਗਤ ਕਰਨਗੇ, ਸਾਡੇ ਬਾਕੀ ਮਹਿਮਾਨਾਂ ਦਾ ਵੀ ਸਵਾਗਤ ਕਰਨਗੇ। ਪਰ ਇਹਨਾਂ ਤੋਂ ਪਹਿਲਾਂ ਮੈਂ ਇਹਨਾਂ ਦੱਸਣਾ ਚਾਹੁੰਦਾ ਕਿ ਪੰਜਾਬ ਸਾਹਿਤ ਅਕੈਡਮੀ ਨੇ ਡਾਕਟਰ ਸਰਬਜੀਤ ਕੌਰ ਸੋਹਲ ਤੇ ਡਾਕਟਰ ਸਤੀਸ਼ ਕੁਮਾਰ ਵਰਮਾ ਹੋਰਾਂ ਦੀ ਅਗਵਾਈ ਦੇ ਵਿੱਚ ਇਹਨਾਂ ਬੱਚਿਆਂ ਨਾਲ ਜੁੜ ਕੇ ਬਹੁਤ ਸਾਰੇ ਪ੍ਰੋਗਰਾਮ ਕੀਤੇ ਨੇ, ਬਹੁਤ ਸਾਰੀਆਂ ਵਰਕਸ਼ਾਪਾਂ ਕੀਤੀਆਂ ਨੇ। ਇਹ ਸਾਰੇ ਬੱਚੇ ਜਿਹੜੇ ਪੰਜਾਬ ਦੇ ਅਲੱਗ-ਅਲੱਗ ਥਾਵਾਂ ਨੂੰ ਰਿਪਰੈਜ਼ੈਂਟ ਕਰਦੇ ਨੇ। ਇਹ ਪੰਜਾਬ ਸਾਹਿਤ ਅਕਾਦਮੀ ਦੇ ਪਲੇਟਫਾਰਮ ਤੇ ਅੰਧਰੇਟੇ ਤੱਕ ਤੇ ਹੋਰ ਬਹੁਤ ਥਾਵਾਂ ਤੱਕ ਆਪਣੀ ਕਲਾਵਾਂ ਦਾ ਪ੍ਰਦਰਸ਼ਨ ਕਰ ਚੁੱਕੇ ਨੇ ਤੇ ਅੱਜ ਤੁਸੀਂ ਇਸ ਵਰਚੁਅਲ ਪਲੇਟਫਾਰਮ ਰਾਹੀਂ ਇਹਨਾਂ ਬੱਚਿਆਂ ਦੀ ਕਲਾ ਨੂੰ ਮਾਣੋਗੇ। ਡਾਕਟਰ ਸਰਬਜੀਤ ਕੌਰ ਸੋਹਲ ਜੀ ਸਾਰੇ ਸਾਡੇ ਮਹਿਮਾਨਾਂ ਦਾ, ਨੰਨੇ ਮਹਿਮਾਨਾਂ ਦਾ ਸਵਾਗਤ ਕਰਨਗੇ। जी जी, बहुत शुक्रिया डॉक्टर कुलदीप दीप जी। ਜੀ ਮੈਮ। ਪੰਜਾਬ ਸਾਹਿਤ ਅਕੈਡਮੀ ਦੇ ਮੰਚ ਤੇ ਅੱਜ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਨਿੱਕੀਆਂ ਆਵਾਜ਼ਾਂ ਤੇ ਵੱਡੀਆਂ ਪਰਵਾਜ਼ਾਂ, ਇਸ ਪ੍ਰੋਗਰਾਮ ਦੇ ਵਿੱਚ ਸਾਡੇ ਬਹੁਤ ਹੀ ਪਿਆਰੇ ਬੱਚੇ ਨੇ, ਜਗਦੀਪ ਜਵਾਹਰ ਕੇ, ਸੁਖਮਨ ਸਿੰਘ, ਸੀਰਤਪਾਲ, ਪਰਵਾਜ਼, ਆਰੀਅਨ, ਸਨੋ ਸਾਦਕੀ, ਹਰੀ ਗੋਪਾਲ ਤੇ ਪੁਨੀਤ। ਇਹਨਾਂ ਸਾਰਿਆਂ ਬੱਚਿਆਂ ਨੂੰ ਪੰਜਾਬ ਸਾਹਿਤ ਅਕੈਡਮੀ ਦੇ ਇਸ ਮੰਚ ਤੇ ਮੈਂ ਇਹਨਾਂ ਦਾ ਸਵਾਗਤ ਕਰਦੀ ਹਾਂ। ਮੈਂ ਆਪਣੇ ਸਾਰੇ ਹੀ ਦਰਸ਼ਕਾਂ ਦਾ ਵੀ ਸਵਾਗਤ ਕਰਦੀ ਹਾਂ ਤੇ ਬੜੀ ਖੁਸ਼ੀ ਹੋ ਰਹੀ ਹੈ ਕਿ ਅੱਜ ਪਹਿਲਾਂ ਹੀ ਸਾਡੇ ਨਾਲ ਬਹੁਤ ਸਾਰੇ ਜਣੇ ਜੁੜ ਚੁੱਕੇ ਨੇ, ਕਮੈਂਟਸ ਆਉਣੇ ਸ਼ੁਰੂ ਹੋ ਗਏ ਨੇ ਤੇ ਮੈਂ ਬਹੁਤ ਜ਼ਿਆਦਾ ਨਹੀਂ ਗੱਲਾਂ ਕਰਾਂਗੀ। ਮੈਂ ਸਿਰਫ ਇਹਨਾਂ ਕਹਾਂਗੀ ਕਿ ਇਹਨਾਂ ਬੱਚਿਆਂ ਨੂੰ ਲੇਖਕ ਬਣਾਉਣ ਵਾਲੇ ਉਹਨਾਂ ਅਧਿਆਪਕਾਂ ਦਾ ਜ਼ਰੂਰ ਮੈਂ ਇਹਤਰਾਮ ਕਰਦੀ ਹਾਂ ਜਿਹੜੇ ਇਹਨਾਂ ਨੂੰ ਸਾਹਿਤ ਦੀ ਚੇਟਕ ਲਾਉਂਦੇ ਨੇ ਤੇ ਉਹ ਕੋਈ ਹੋਰ ਨਹੀਂ ਹੈ। ਉਹਨਾਂ ਦੇ ਵਿੱਚ ਕੁਲਦੀਪ ਦੀਪ ਹੈ, ਸਤਪਾਲ ਭਿੱਖੀ ਹੈ, ਤਰਸੇਮ ਹੈ ਤੇ ਹੋਰ ਵੀ ਸਾਡੇ ਗੁਰਪ੍ਰੀਤ ਹੈ। ਔਰ ਇਹ ਬੱਚੇ ਜਿਹੜੇ ਆ, ਇਹਨਾਂ ਨੂੰ ਸੌਖਾ ਨਹੀਂ ਹੁੰਦਾ ਲੇਖਕ ਬਣਨਾ, ਸੌਖਾ ਨਹੀਂ ਹੁੰਦਾ ਛੋਟੀ ਜਿਹੀ ਉਮਰ 'ਚ ਕਿਤਾਬਾਂ 'ਚ ਪਵਾਉਣੀਆਂ। ਸੋ ਇਹਨਾਂ ਨੂੰ ਜਿਹੜਾ ਇਸ ਵੇਲੇ ਇੱਕ ਮੰਚ ਮਿਲਿਆ ਹੈ, ਮੈਂ ਆਪਣੇ ਆਪ ਨੂੰ ਵੀ ਭਾਗਾਂ ਵਾਲੀ ਸਮਝਦੀ ਹਾਂ ਕਿ ਅਸੀਂ ਪੰਜਾਬ ਸਾਹਿਤ ਅਕੈਡਮੀ ਦੇ ਮੰਚ ਤੋਂ ਇਹਨਾਂ ਬੱਚਿਆਂ ਨੂੰ ਪੂਰੀ ਕਹਿ ਲਓ ਕਿ ਇਹਨਾਂ ਦੀ ਕਿਤਾਬ ਵੀ ਇੱਕ ਪਬਲਿਸ਼ ਹੋ ਚੁੱਕੀ ਹੈ ਸਾਰੇ ਬੱਚਿਆਂ ਦੀ। ਅਸੀਂ ਸਿਰਫ ਬੱਚੇ ਨਹੀਂ, ਔਰ ਵਰਕਸ਼ਾਪ 3 ਦਿਨ ਦੀ ਵਰਕਸ਼ਾਪ ਦੇ ਵਿੱਚ ਇਹਨਾਂ ਬੱਚਿਆਂ ਨਾਲ ਅਸੀਂ ਸਵੇਰ ਤੋਂ ਲੈ ਕੇ ਸ਼ਾਮ ਰਾਤ ਵੀ ਇਹਨਾਂ ਨਾਲ ਗੁਜ਼ਾਰੀ ਆ, ਇਹਨਾਂ ਨਾਲ ਕੈਂਪ ਫਾਇਰ ਕੀਤੀ ਤੇ ਉਹ ਸਾਰਾ ਸਮਾਂ ਸੀ ਜਦੋਂ ਅਸੀਂ ਬਿਲਕੁਲ ਰਿਲੈਕਸਡ ਹੋ ਜਾਣੇ ਇਹਨਾਂ ਬੱਚਿਆਂ ਨਾਲ। ਇਹਨਾਂ ਦੀ ਸਾਦਗੀ, ਇਹਨਾਂ ਦੀ ਮੁਹੱਬਤ, ਇਹਨਾਂ ਦੀ ਵੱਖਰੀ ਤਰ੍ਹਾਂ ਦੀ ਸੋਚ ਹੈ ਔਰ ਉਹ ਅਸੀਂ ਚਾਹ ਕੇ ਵੀ ਨਹੀਂ ਸੋਚ ਸਕਦੇ, ਅਸੀਂ ਉੱਥੋਂ ਤੱਕ ਚਾਹ ਕੇ ਵੀ ਨਹੀਂ ਪਹੁੰਚ ਸਕਦੇ। ਸੋ ਪਰਮਾਤਮਾ ਕਰੇ ਕਿ ਅਸੀਂ ਇਹਨਾਂ ਨੂੰ ਹੋਰ ਤਰਾਸ਼ ਸਕੀਏ, ਇਹ ਬੱਚੇ ਉਸ ਤਰ੍ਹਾਂ ਬਣਨ ਜਿਹੜੇ ਜਿਵੇਂ ਸ਼ੇਕਸਪੀਅਰ ਆ, ਜਿਵੇਂ ਮੋਹਨ ਸਿੰਘ ਦੀ ਕਵਿਤਾ ਆ, ਜਾਂ ਜਿਵੇਂ ਅੰਮ੍ਰਿਤਾ ਪ੍ਰੀਤਮ ਆ, ਤੇ ਉਸ ਤੋਂ ਵੀ ਅੱਗੇ ਹੋਰ ਅਸੀਂ ਇਹਨਾਂ ਤੋਂ ਅੱਗੇ ਇਹਨਾਂ ਨੂੰ ਚਾਹਾਂਗੇ ਕਿ ਇਹ ਬੱਚੇ ਉੱਥੋਂ ਤੱਕ ਪਹੁੰਚਣ। ਸੋ ਜਿੱਥੋਂ ਤੱਕ ਹੋ ਸਕੇਗਾ ਪੰਜਾਬ ਸਾਹਿਤ ਅਕੈਡਮੀ ਇਹਨਾਂ ਬੱਚਿਆਂ ਦੇ ਲਈ ਹਮੇਸ਼ਾ ਹੀ ਹਾਜ਼ਰ ਹੈ ਔਰ ਉਮੀਦ ਹੈ ਕਿ ਹੁਣ ਜਿਹੜੀਆਂ ਇਹਨਾਂ ਦੀਆਂ ਨਵੀਆਂ ਰਚਨਾਵਾਂ ਨੇ ਉਹ ਵੀ ਅਸੀਂ ਦੁਬਾਰਾ ਕਿਸੇ ਪੁਸਤਕ ਰੂਪ ਦੇ ਵਿੱਚ ਕਰੀਏ ਆਪਾਂ। ਸੋ ਮੇਰੇ ਵੱਲੋਂ ਔਰ ਮੈਂ ਇਹ ਵੀ ਦੱਸਣਾ ਚਾਹਾਂਗੀ ਆਪਣੇ ਦਰਸ਼ਕਾਂ ਨੂੰ ਕਿ ਇਹ ਬੱਚੇ ਸਿਰਫ ਕਲਾਸਾਂ ਦੇ ਵਿੱਚ ਪੜ੍ਹਦੇ ਨਹੀਂ ਨੇ, ਬੜੇ ਜ਼ਹੀਨ ਵੀ ਨੇ, ਆਪਣੀ ਪੜ੍ਹਾਈ ਦੇ ਵਿੱਚ ਚੰਗੇ ਨੰਬਰ ਲੈਂਦੇ ਨੇ, ਆਪਣੇ ਪੇਰੈਂਟਸ ਦੇ ਓਬੀਡੀਐਂਟ ਬੱਚੇ ਨੇ ਔਰ ਇਹਦੇ ਨਾਲ ਨਾਲ ਇਹ ਲਿਖਦੇ ਨੇ। ਨਵੇਕਲੀ ਸੋਚ ਹੈ ਇਹਨਾਂ ਦੀ ਤੇ ਉਹ ਨਵੇਕਲੀ ਸੋਚ ਇਹਨਾਂ ਦੀਆਂ ਪੁਸਤਕਾਂ ਦੇ ਵਿੱਚ ਸਾਨੂੰ ਵੇਖਣ ਨੂੰ ਮਿਲਦੀ ਆ। ਅਸਲ ਦੇ ਵਿੱਚ ਜਿਹੜਾ ਬਾਲ ਸਾਹਿਤ ਅਸੀਂ ਵੱਡੇ ਲੇਖਕ ਲਿਖਦੇ ਹਾਂ ਛੋਟਿਆਂ ਬਾਰੇ, ਉਹ ਬਾਲ ਸਾਹਿਤ ਨਹੀਂ ਹੈ। ਬਾਲ ਸਾਹਿਤ ਨੂੰ ਮੈਂ ਇਸ ਕੈਟੇਗਰੀ 'ਚ ਜ਼ਰੂਰ ਲੈ ਕੇ ਆਵਾਂਗੀ ਕਿ ਇਹ ਬਾਲ ਸਾਹਿਤ ਆ ਜੋ ਬਾਲ ਸੋਚਦੇ ਨੇ ਤੇ ਬਾਲ ਹੀ ਲਿਖਦੇ ਆ। ਸੋ ਇੱਕ ਵਾਰੀ ਫੇਰ ਤੋਂ ਮੈਂ ਇਹਨਾਂ ਬੱਚਿਆਂ ਨੂੰ ਬਹੁਤ ਬਹੁਤ ਇਹਨਾਂ ਦਾ ਸਵਾਗਤ ਔਰ ਖੁੱਲ ਕੇ ਬੋਲਣਾ ਬੇਟਾ, ਤੁਸੀਂ ਆਪਣੀਆਂ ਸਾਰੀਆਂ ਗੱਲਾਂ ਜਿਹੜੀਆਂ ਅੱਜ ਸਾਂਝੀਆਂ ਕਰਨੀਆਂ ਨੇ। ਸੋ ਆਲ ਦਾ ਬੈਸਟ। ਥੈਂਕ ਯੂ ਮੈਮ, ਬਹੁਤ ਬਹੁਤ ਧੰਨਵਾਦ। ਇਸ ਤੋਂ ਪਹਿਲਾਂ ਕਿ ਆਪਾਂ ਬੱਚਿਆਂ ਨਾਲ ਗੱਲਾਂ ਕਰੀਏ, ਮੈਂ ਇਹਨਾਂ ਬੱਚਿਆਂ ਦੀਆਂ ਕਿਤਾਬਾਂ ਬਾਰੇ ਥੋੜਾ ਜਿਹਾ ਤੁਹਾਨੂੰ ਕੁਝ ਪਾਵਰ ਪੁਆਇੰਟ ਪ੍ਰੈਜੈਂਟੇਸ਼ਨ ਦਿਖਾ ਰਿਹਾ ਸਕਰੀਨ ਸ਼ੇਅਰ ਰਾਹੀਂ, ਤਾਂ ਕਿ ਥੋੜਾ ਜਿਹਾ ਤੁਹਾਨੂੰ ਪਤਾ ਲੱਗ ਸਕੇ ਇਹਨਾਂ ਬੱਚਿਆਂ ਦੀਆਂ ਖੂਬਸੂਰਤੀਆਂ ਬਾਰੇ, ਇਹਨਾਂ ਬੱਚਿਆਂ ਦੀਆਂ ਸਿਰਜਣਾਵਾਂ ਬਾਰੇ। ਜੀ ਦੋਸਤੋ, ਤੁਸੀਂ ਜਿਵੇਂ ਮੈਡਮ ਸੋਹਲ ਹੋਰਾਂ ਨੇ ਸਾਨੂੰ ਦੱਸਿਆ ਹੈ ਕਿ ਇਹ ਬੱਚੇ ਆਪ ਆਪਣੇ ਅੰਦਰ ਦੀ ਆਵਾਜ਼ ਨੂੰ ਲਿਖਦੇ ਨੇ।
ਅਸੀਂ ਹੁਣ ਤੱਕ ਵੱਡੇ ਬੱਚਿਆਂ ਬਾਰੇ ਲਿਖਦੇ ਆਏ ਆ, ਪਰ ਬੱਚੇ ਆਪਣੇ ਬਾਰੇ ਕਿਵੇਂ ਸੋਚਦੇ ਨੇ, ਬੱਚੇ ਆਪਣੇ ਅਹਿਸਾਸਾਂ ਬਾਰੇ ਕਿਵੇਂ ਲਿਖਦੇ ਨੇ, ਇਹ ਗੱਲ ਬਹੁਤ ਮਹੱਤਵਪੂਰਨ ਹੈ। ਕਿਉਂਕਿ ਮੈਂ ਪਹਿਲਾਂ ਵੀ ਦੱਸਿਆ ਕਿ ਸਾਡੇ ਕੋਲੇ ਬੱਚਿਆਂ ਵਰਗੀ ਭਾਸ਼ਾ ਨਹੀਂ ਹੁੰਦੀ, ਅਸੀਂ ਉਹਨਾਂ ਦੀ ਮਾਸੂਮੀਅਤ ਨੂੰ ਉਵੇਂ ਨਹੀਂ ਪਕੜ ਸਕਦੇ ਜਿਵੇਂ ਬੱਚੇ ਆਪਣੇ ਬਾਰੇ ਤੇ ਆਪਣੇ ਦੋਸਤਾਂ ਬਾਰੇ ਤੇ ਆਪਣੇ ਆਲੇ ਦੁਆਲੇ ਬਾਰੇ ਗੱਲਾਂ ਕਰ ਲੈਂਦੇ ਨੇ। ਤੁਸੀਂ ਸਕਰੀਨ ਤੇ ਦੇਖ ਰਹੇ ਹੋ बच्चों दी दुनिया दियां कुछ चीज़ां, इन बच्चों के हाथों को चांद सितारे छूने दो, चार किताबें पढ़कर ये भी हम जैसे हो जाएंगे। बहुत अच्छा। एक कुछ इन्हां बच्चों दी किताबां ने, जिवें नवनीत ते पुनीत दी किताब है जद मन करता, इसे तरह ही रुख हेठा प्रकाश एक होर किताब है पुनीत दी। मी एंड माई फ्रेंड्स, ये भी पुनीत दी अंग्रेजी दे विच किताब है। किथे है मेरी कविता, जगदीप जवारकी दी किताब है। तारे ओ तारे, हरि गोपाल दी सिरजना है। कुदरत दी गोद विच, सीरतपाल, ये सफरनामा है सीरतपाल दा। मोर दा खंभ सीरतपाल दी एक होर किताब है जिहड़ी इहने 7वीं क्लास दे विच लिखी सी, हुण भावें यह 12वीं क्लास दे विच हो चुकी है। गुब्बारे दी कहानी, ये भी सीरतपाल दी एक होर किताब है। इस तरह मेरा सुपना भी सीरतपाल दी किताब है। स्नो सादगी, बचपन दी नदी किताब है सीरतपाल स्नो सादगी दी। दुनिया दे रंग, सुखमन दी किताब है। इस तो बाद सफर जिंदगी दा, ये भी सुखमन दी किताब है। सुखमन साडा बहुत टैलेंटेड मल्टी टैलेंटेड आर्टिस्ट है, बहुत कुछ है जी किताबां दे विच। ये प्रवास की एक कविता है, प्रवास की अज भावें किताब पूरी नहीं आई हैगी, पर बहुत खूबसूरत एहसासां दी कवितावां लिखदा ते डिजाइन करदा है। फुल्लां दी कविता दे विच आर्यन दीयां कवितावां ने कुछ, ते होर सारे बच्चों दीयां, जिवें दा नाम तो ही स्पष्ट है कि कविता फुल्लां दी कविता है, ते बच्चे ते फुल बहुत खूबसूरत हुंदे ने। इस तरह साडे कुछ एहसास ने जिहड़े कुछ चुनिंदा शेर ने जिहड़े तुसीं वख-वख वड्डे जिहड़े लेख ने उन्हां ने बच्चों बारे लिखे ने। ये एक दो मैं तुहाडे सामने पेश कर रहा सी ताकि सानू बच्चों की मासूमियत का एहसास हो सके। जी जी दोस्तों, इसी एक पीपीटी ताकि असी थोड़ा जिहा बच्चों नूं समझ सकीए। ते हुण आपां चलदे हां बच्चे दी दुनिया दे विच। सब तो पहला मिलदे हां आपां पुनीत नूं। पुनीत साडा बहुत खूबसूरत ते बहुत मासूम ते बहुत प्यारा जिहा बच्चा है। ये दोने भैणां लिखदियां ने कवितावां ते किताबां, ते अज उन्हां दोनां भैणां दे विचों पुनीत ते नवनीत दे विचों पुनीत साडे नाल है। पुनीत बेटे एक बारी बोलो, सामने आ जाओ स्क्रीन ते। पुनीत सारिਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ जी, ਅਕਾਲ। ये पुनीत इहदियां 3 किताबां आ चुकियां ने, जद मन करदा, रुख हेठा प्रकाश ते मी एंड माई फ्रेंड्स, जिहड़ियां तुसीं हुण फोटोआं देखियां ने। पुनीत बेटे मैं तुहानूं एक दो सवाल पूछूंगा, उस तो बाद तुसीं अपनी कोई एक चीज़ सानूं सुणाओगे। पहला ये दस के तू 2 किताबां पंजाबी दे विच लिखियां ते उस तो बाद अंग्रेजी दे विच लिखना शुरू कीता। ये पंजाबी तो अंग्रेजी ਵੱਲ तेरा रुझान किवें होया? ਅੰਕਲ ਜਿਵੇਂ ਮੈਂ ਪੰਜਾਬੀ 'ਚ ਤਾਂ ਮੇਰਾ ਸ਼ੁਰੂ ਤੋਂ ਇੰਟਰਸਟ ਸੀਗਾ, ਕਿਉਂਕਿ ਜੀ। ਮਾਂ ਬੋਲੀ ਹੈਗੀ ਹੈ ਤੇ ਸਭ ਤੋਂ ਜ਼ਿਆਦਾ ਉਸੇ ਵਿੱਚ ਜਾਣਾ ਗਾ। ਜੀ। ਫਿਰ ਜਦੋਂ ਫਿਰ ਮੈਂ 3rd 4th ਵਿੱਚ ਹੀ ਉਦੋਂ ਨਾ ਇੰਗਲਿਸ਼ ਵਿੱਚ ਅਸੀਂ ਸਿਲੇਬਸ ਪੜ੍ਹਦੇ ਹੁੰਦੇ ਸੀ, ਉਹ ਮੈਨੂੰ ਜੀ। ਸਟੋਰੀਜ਼ ਤੇ ਪੋਇਮਸ ਬਹੁਤ ਵਧੀਆ ਲੱਗਦੀਆਂ ਸੀ ਇੰਗਲਿਸ਼ ਦੀਆਂ। ਤੇ ਹੋਰ ਵੀ ਪਾਪਾ ਮੈਨੂੰ ਇੰਗਲਿਸ਼ ਲਿਟਰੇਚਰ ਲਿਆ ਕੇ ਦਿੰਦੇ ਸੀਗੇ, ਜਿਵੇਂ ਟੌਮ ਸੋਇਰ ਦੀ ਬੁੱਕਸ ਹੋ ਗਈਆਂ, ਮੈਨੂੰ ਬੜੀ ਵਧੀਆ ਲੱਗਦੀਆਂ। ਤਾਂ ਬਸ ਉਸੀ ਦਾ ਮੇਰਾ ਇੰਟਰਸਟ ਚਲਾ ਗਿਆ ਤੇ ਫਿਰ ਮੈਂ ਇੱਕ ਪੋਇਮ ਲਿਖੀ ਸੀਗੀ ਐਨ ਐਲੀਫੈਂਟ। ਉਹ ਆਈ ਥਿੰਕ ਮੈਂ 4th ਵਿੱਚ ਸੀ ਉਦੋਂ ਲਿਖੀ ਸੀਗੀ। ਫਿਰ ਹੌਲੀ ਹੌਲੀ ਇੰਗਲਿਸ਼ ਵਿੱਚ ਇੰਟਰਸਟ ਚਲਾ ਗਿਆ। क्या बात है, क्या बात है। भी ਅਸੀਂ ਆਸ ਕਰਦੇ ਹਾਂ, ਦੁਆ ਕਰਦੇ ਹਾਂ ਕਿ ਤੂੰ ਇੰਗਲਿਸ਼ ਦੇ ਵਿੱਚ ਵੀ ਵੱਡੀ ਰਾਈਟਰ ਬਣੇ, ਹੈ ਨਾ। ਬੇਟੇ ਹੁਣ ਇਹ ਦੱਸ, ਦੂਜਾ ਸਵਾਲ ਤੈਨੂੰ ਇਹ ਹੈ ਕਿ ਤੇਰੀਆਂ ਆਪਣੀਆਂ ਰਚਨਾਵਾਂ ਦੇ ਵਿੱਚ ਤੈਨੂੰ ਕਿਹੜਾ ਕਰੈਕਟਰ ਚੰਗਾ ਲੱਗਦਾ ਹੈ, ਜਾਂ ਤੁਸੀਂ ਕਿਸੇ ਹੋਰ ਦੀ ਕੋਈ ਰਚਨਾ ਪੜ੍ਹੀ ਹੋਵੇ ਤੈਨੂੰ ਉਹਦੇ ਵਿੱਚੋਂ ਕਿਹੜਾ ਕਰੈਕਟਰ ਚੰਗਾ ਲੱਗਿਆ? ਅੰਕਲ ਮੈਨੂੰ ਆਪਦੀ ਪੋਇਮਸ ਵਿੱਚ ਤਾਂ ਸਭ ਤੋਂ ਜ਼ਿਆਦਾ ਪਿਆਰਾ ਲੱਗਦਾ ਹੈ ਚਿੜੀ। ਚਿੜੀ, ਕੀ ਬਾਤ ਹੈ, ਸਪੈਰੋ। ਮੈਂ ਉਸ ਤੇ ਲਿਖੀਆਂ ਹੋਈਆਂ 2-3 ਪੋਇਮਸ ਲਿਖੀਆਂ। ਮੈਨੂੰ ਸਭ ਤੋਂ ਜ਼ਿਆਦਾ ਮਾਸੂਮ ਜਿਹਾ ਇੱਕ ਬਰਡ ਲੱਗਦਾ ਹੈ
ਤੇ ਇਵਨ ਮੇਰਾ ਘਰ ਦਾ ਨਾਮ ਵੀ ਚਿੜੀ ਹੈਗਾ, ਮੈਨੂੰ ਸਾਰੇ ਚਿੜੀ ਬੁਲਾਉਂਦੇ ਆ ਘਰੇ। ਕਿਆ ਬਾਤ ਹੈ, ਖੂਬਸੂਰਤ ਤੇ ਮੈਨੂੰ ਖੂਬਸੂਰਤ। ਦੇਖਣ ਤੋਂ ਸਭ ਤੋਂ ਜ਼ਿਆਦਾ ਪਿਆਰੀ ਲੱਗਦੀ ਆ ਤੇ ਉਹਦੇ ਇਮੋਸ਼ਨਸ ਨਾ ਮੈਨੂੰ ਬਹੁਤ ਵਧੀਆ ਲੱਗਦੇ, ਬਸ ਮੈਨੂੰ ਸਭ ਤੋਂ ਵਧੀਆ ਲੱਗਦਾ ਚਿੜੀ। ਕਿਆ ਬਾਤ ਹੈ, ਕਿਆ ਬਾਤ ਹੈ। ਹੁਣ ਤੇ ਤੇ ਦੂਸਰੇ ਕਿਸੇ ਹੋਰ ਦੀ ਰਚਨਾ ਚੋਂ। ਹਾਂ। ਤੇ ਦੂਸਰੀ ਰਚਨਾ ਵਿੱਚੋਂ ਮੈਨੂੰ ਟੌਮ ਸੋਇਰ ਹੋ ਗਿਆ, ਜਿਵੇਂ ਮਾਰਕ ਟਵੇਨ ਦਾ, ਹਨਾ। ਤੇ ਹੋਰ ਮੈਨੂੰ ਪਹਿਲਾ ਅਧਿਆਪਕ ਬੁੱਕ ਹੈਗੀ ਹੈ, ਇੱਕ ਨੋਵਲ ਹੈ ਨਾ, ਉਸਦੇ ਵਿੱਚ ਦੁਸ਼ੇਨ ਦਾ ਮੈਨੂੰ ਸਭ ਤੋਂ ਵਧੀਆ ਰੋਲ ਲੱਗਿਆ ਸੀ। ਉਹ ਕਾਹਤੋਂ ਲੱਗਦਾ ਪੁੱਤ, ਉਹਦੇ ਬਾਰੇ ਦੱਸ, ਕਿਉਂ ਵਧੀਆ ਲੱਗਦਾ ਤੈਨੂੰ? ਉਹਨਾਂ ਨੇ ਜਿਵੇਂ ਸ਼ੁਰੂ ਕੀਤਾ ਸੀਗਾ, ਇੱਕ ਬੱਚਿਆਂ ਨੂੰ ਪੜ੍ਹਾਉਣਾ ਸ਼ੁਰੂ ਕੀਤਾ ਸੀਗਾ, ਉਹ ਮੈਨੂੰ ਬੜਾ ਇੰਸਪਾਇਰਿੰਗ ਸੀਗੀ ਉਹਨਾਂ ਦੀ ਨੇਚਰ। ਤੇ ਹੋਰ ਜਿਵੇਂ ਮੈਨੂੰ ਨਾ ਜ਼ਿਆਦਾਤਰ ਸਟੋਰੀਜ਼ ਉਹੋ ਜਿਹੀ ਵਧੀਆ ਲੱਗਦੀਆਂ ਕਿ ਇੱਕ ਵਰਲਡ ਕ੍ਰੀਏਟ ਹੋਇਆ ਹੋਵੇ ਬੱਚਿਆਂ ਦਾ, ਜਿਵੇਂ ਮਾਲਗੁਡੀ ਡੇਜ਼ ਵਿੱਚ ਹੈਗਾ ਗਾ ਸਵਾਮੀਨਾਥਨ ਹੈਗਾ ਨਾ, ਮੈਨੂੰ ਇਹੋ ਜਿਹੇ ਕਰੈਕਟਰਸ ਬਹੁਤ ਵਧੀਆ ਲੱਗਦੇ ਆ। ਪਿਆਰੇ ਦਰਸ਼ਕੋ, ਤੁਸੀਂ ਇਸ ਬੱਚੇ ਦੀਆਂ ਗੱਲਾਂ ਚੋਂ ਇਹ ਅੰਦਾਜ਼ਾ ਲਾ ਸਕਦੇ ਹੋ ਕਿ ਇਹ ਬੱਚੇ ਕਿਸ ਤਰ੍ਹਾਂ ਸਟੱਡੀ ਨਾਲ ਜੁੜੇ ਹੋਏ ਨੇ, ਕਿਸ ਤਰ੍ਹਾਂ ਕਿਤਾਬਾਂ ਦੇ ਕਰੈਕਟਰਸ ਨਾਲ ਜੁੜੇ ਹੋਏ ਨੇ, ਤੇ ਕਿਸ ਤਰ੍ਹਾਂ ਉਹਨਾਂ ਨੂੰ ਆਪਣੀ ਭਾਸ਼ਾ ਦੇ ਵਿੱਚ ਦੱਸ ਸਕਦੇ ਨੇ। ਪੁਨੀਤ, ਸਾਨੂੰ ਕੀ ਸੁਣਾਵੇਂਗੀ ਪੁੱਤ ਅੱਜ? ਅੰਕਲ, ਮੈਂ ਤੁਹਾਨੂੰ ਇੱਕ ਪੋਇਮ ਸੁਣਾਉਂਗੀ ਜਿਹੜੀ ਮੈਂ ਲਾਕਡਾਊਨ ਵਿੱਚ ਹੀ ਲਿਖੀ ਸੀਗੀ। ਜਦੋਂ ਮੈਂ ਸਕੂਲ ਜਾਣ ਦਾ ਮਨ ਕਰਦਾ ਹੈ ਨਾ, ਉਦੋਂ ਮੈਂ ਲਿਖੀ ਸੀ। ਦਿਲ ਕਰਦਾ ਏ, ਕਿਆ ਬਾਤ। ਦਿਲ ਕਰਦਾ ਏ ਵਰਦੀ ਪਾ ਕੇ ਹੁਣੇ ਸਕੂਲ ਨੂੰ ਜਾਵਾਂ, ਦਿਲ ਕਰਦਾ ਏ ਵਰਦੀ ਪਾ ਕੇ ਹੁਣੇ ਸਕੂਲ ਨੂੰ ਜਾਵਾਂ, ਕੀ ਕੁਝ ਕੀਤਾ ਲਾਕਡਾਊਨ ਵਿੱਚ ਸਾਰਿਆਂ ਨੂੰ ਸੁਣਾਵਾਂ। ਸੋਹਣੀਆਂ ਸੋਹਣੀਆਂ ਦੋ ਚੋਟੀਆਂ ਮੰਮਾ ਤੋਂ ਕਰਵਾਵਾਂ, ਸੋਹਣੀਆਂ ਸੋਹਣੀਆਂ ਦੋ ਚੋਟੀਆਂ ਮੰਮਾ ਤੋਂ ਕਰਵਾਵਾਂ, ਮੈਂ ਪਾਪਾ ਜੀ ਦੇ ਨਾਲ ਬੈਠ ਕੇ ਇੱਕ ਪਰੌਂਠੀ ਖਾਵਾਂ। ਸਕੂਲੇ ਜਾ ਕੇ ਦੋਸਤਾਂ ਦੇ ਨਾਲ ਹੱਸਾਂ ਅਤੇ ਹਸਾਵਾਂ, ਸਕੂਲੇ ਜਾ ਕੇ ਦੋਸਤਾਂ ਦੇ ਨਾਲ ਹੱਸਾਂ ਅਤੇ ਹਸਾਵਾਂ, ਖੂਬ ਸਾਰੀ ਮੈਂ ਮਿਹਨਤ ਕਰਕੇ ਪੂਰੇ ਨੰਬਰ ਪਾਵਾਂ। ਦੋਸਤਾਂ ਨਾਲ ਗਰਾਊਂਡ 'ਚ ਜਾ ਕੇ ਛਾਲਾਂ ਮੈਂ ਲਗਾਵਾਂ, ਦੋਸਤਾਂ ਨਾਲ ਗਰਾਊਂਡ 'ਚ ਜਾ ਕੇ ਛਾਲਾਂ ਮੈਂ ਲਗਾਵਾਂ, ਕਲਾਸ ਦੀ ਮੈਂ ਮੋਨੀਟਰ ਬਣ ਕੇ ਸਭ ਨੂੰ ਚੁੱਪ ਕਰਾਵਾਂ। ਸਕੂਲ 'ਚ ਛੁੱਟੀ ਹੁੰਦੇ ਸਾਰੀ ਰੱਜ ਰੱਜ ਕੁਲਚੇ ਖਾਵਾਂ, ਸਕੂਲ 'ਚ ਛੁੱਟੀ ਹੁੰਦੇ ਸਾਰੀ ਰੱਜ ਰੱਜ ਕੁਲਚੇ ਖਾਵਾਂ, ਸੋਹਣੇ ਸੋਹਣੇ ਆਟੋ 'ਚ ਬਹਿ ਕੇ ਵਾਪਸ ਘਰ ਨੂੰ ਆਵਾਂ। ਸਕੂਲ ਦੀ ਪਿਆਰੀ ਮਿੱਟੀ ਨੂੰ ਮੈਂ ਸੀਨੇ ਨਾਲ ਲਗਾਵਾਂ, ਸਕੂਲ ਦੀ ਪਿਆਰੀ ਮਿੱਟੀ ਨੂੰ ਮੈਂ ਸੀਨੇ ਨਾਲ ਲਗਾਵਾਂ, ਬੋਰ ਹੋ ਰਹੇ ਰੁੱਖਾਂ ਦੇ ਨਾਲ ਗੀਤ ਮੈਂ ਮਿਲ ਕੇ ਗਾਵਾਂ। ਖਾਲੀ ਖਾਲੀ ਪਈ ਬੈਂਚਾਂ ਤੇ ਭੱਜ ਕੇ ਮੈਂ ਬੈਠ ਜਾਵਾਂ, ਖਾਲੀ ਖਾਲੀ ਪਈ ਬੈਂਚਾਂ ਤੇ ਭੱਜ ਕੇ ਮੈਂ ਬੈਠ ਜਾਵਾਂ, ਸੁੰਨੇ ਸੁੰਨੇ ਪਏ ਸਕੂਲ ਨੂੰ ਕਿਲਕਾਰੀਆਂ ਮਾਰ ਜਗਾਵਾਂ। ਘਰ ਬੈਠ ਕੇ ਸਕੂਲ ਬਿਨਾ ਮੈਂ ਕਿੱਦਾਂ ਦਿਲ ਲਗਾਵਾਂ, ਘਰ ਬੈਠ ਕੇ ਸਕੂਲ ਬਿਨਾ ਮੈਂ ਕਿੱਦਾਂ ਦਿਲ ਲਗਾਵਾਂ, ਕਰੋਨਾ ਨੂੰ ਹੁਣ ਮੁਕਾ ਤੂੰ ਰੱਬਾ, ਮੰਗਾ ਇਹੋ ਦੁਆਵਾਂ, ਮੰਗਾ ਇਹੋ ਦੁਆਵਾਂ। ਬਹੁਤ ਵਧੀਆ, ਬਹੁਤ ਵਧੀਆ, ਬਹੁਤ ਵਧੀਆ। ਸੁੰਨੇ ਸੁੰਨੇ ਪਏ ਸਕੂਲ ਨੂੰ ਕਿਲਕਾਰੀ ਮਾਰ ਜਗਾਵਾਂ, ਕਿਲਕਾਰੀ ਮਾਰ ਜਗਾਵਾਂ, ਬਹੁਤ ਅੱਛਾ। ਸੱਚਮੁੱਚ ਇਹ ਚਿੜੀਆਂ ਦੀ ਚੀਂ-ਚੀਂ ਤੇ ਬੱਚਿਆਂ ਦੀਆਂ ਕਿਲਕਾਰੀਆਂ, ਫੁੱਲਾਂ ਦਾ ਖਿੜਨਾ, ਇਹ ਸੱਚਮੁੱਚ ਸਾਡੀ ਦੁਨੀਆ ਨੂੰ ਰੌਸ਼ਨ ਕਰਦਾ ਹੈ। ਤੇ ਸਾਨੂੰ ਇਹੋ ਜਿਹੇ ਬੱਚਿਆਂ ਦੀ ਜ਼ਰੂਰਤ ਹੈ। ਸਾਡੇ ਸਕੂਲ, ਸਾਡੀਆਂ ਵਿਦਿਅਕ ਸੰਸਥਾਵਾਂ ਇਸ ਵੇਲੇ ਉਹਨਾਂ ਰੌਣਕਾਂ ਤੋਂ ਮਹਿਰੂਮ ਨੇ ਜਿਹੜੀਆਂ ਰੌਣਕਾਂ ਉੱਥੇ ਚਾਹੀਦੀਆਂ ਸੀਗੀਆਂ। ਬੱਚੇ ਲਾਕਡਾਊਨ ਨੂੰ ਕਿਵੇਂ ਮਹਿਸੂਸ ਕਰਦੇ ਨੇ, ਇਹ ਗੱਲ ਪੁਨੀਤ ਨੇ ਸਾਨੂੰ ਦੱਸਣ ਦੀ ਕੋਸ਼ਿਸ਼ ਕੀਤੀ ਹੈ। ਬਹੁਤ ਧੰਨਵਾਦ ਪੁਨੀਤ ਦਾ, ਬਹੁਤ ਸ਼ਾਬਾਸ਼। ਆਪਾਂ ਹੁਣ ਮਿਲਦੇ ਹਾਂ ਸੁਖਮਨ ਨੂੰ। ਥੈਂਕ ਯੂ ਅੰਕਲ। ਸੁਖਮਨ ਬੇਟੇ, ਆ ਜਾਓ ਤੁਸੀਂ ਮੇਰੇ ਸਾਹਮਣੇ, ਮੇਰੀ ਖਿੜਕੀ ਦੇ ਵਿੱਚ ਹੌਟ ਸੀਟ ਤੇ ਆ ਜਾਓ। ਸੁਖਮਨ, ਸੁਖਮਨ ਹਾਂਜੀ ਹਾਂਜੀ ਜੀ, ਵੈਲਕਮ ਬੇਟੇ, ਵੈਲਕਮ। ਸੁਖਮਨ, ਤੇਰਾ ਬਹੁਤ ਬਹੁਤ ਸਵਾਗਤ ਹੈ। ਇਹ ਬੱਚਾ ਹੈਗਾ ਸੁਖਮਨ ਮਾਲਪੁਰ ਤੋਂ। ਜਿੱਥੇ ਜਿੱਥੇ ਮਾਲੀ ਨੇ ਉੱਥੇ ਫੁੱਲ ਖਿੜਦੇ ਨੇ। ਕਰੂੰਬਲਾ ਮੈਗਜ਼ੀਨ ਬਲਜਿੰਦਰ ਹੋਰੀ ਮਾਲਪੁਰ ਤੋਂ ਕੱਢਦੇ ਨੇ, ਉਸ ਖੇਤਰ 'ਚ ਬਹੁਤ ਕੰਮ ਕਰਦੇ ਨੇ। ਉਹਨਾਂ ਦਾ ਸ਼ਾਗਿਰਦ ਹੈ, ਉਸ ਮਾਲੀ ਦਾ ਸ਼ਾਗਿਰਦ ਹੈ ਸੁਖਮਨ, ਜਿਹਨੇ ਬਹੁਤ ਤਰੱਕੀ ਕੀਤੀ ਹੈ। ਸਫ਼ਰ ਜ਼ਿੰਦਗੀ ਦਾ ਇਹਦੀ ਇੱਕ ਕਿਤਾਬ ਹੈ ਦੁਨੀਆ ਦੇ ਰੰਗ। ਤੇ ਖੂਬਸੂਰਤ ਗੱਲ ਇਹ ਹੈ ਕਿ ਸੁਖਮਨ ਇਸ ਉਮਰ ਦੇ ਵਿੱਚ ਹੀ ਕਵਿਤਾਵਾਂ ਤਾਂ ਲਿਖਦਾ ਹੈ, ਕਹਾਣੀਆਂ ਵੀ ਲਿਖ ਲੈਂਦਾ ਹੈ ਤੇ ਨਾਲ ਨਾਟਕ ਵੀ ਲਿਖ ਲੈਂਦਾ ਹੈ, ਜਿਹੜੀ ਸਭ ਤੋਂ ਔਖੀ ਵਿਧਾ ਮੰਨੀ ਜਾਂਦੀ ਹੈ। ਸੁਖਮਨ ਬੇਟੇ, ਤੇਰੀ ਇਸ ਬਹੁਤ ਪ੍ਰਤਿਭਾਸ਼ਾਲੀ ਸ਼ਖਸੀਅਤ ਨੂੰ ਦਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਅਸੀਂ। ਤੇ ਤੈਨੂੰ ਮੈਂ ਸਵਾਲ ਕਰਨੇ ਨੇ, ਉਸ ਤੋਂ ਬਾਅਦ ਤੈਨੂੰ ਅਸੀਂ ਸੁਣਾਂਗੇ। ਪਹਿਲਾ ਸਵਾਲ ਇਹ ਹੈ ਕਿ ਇੰਨੀ ਨਿੱਕੀ ਉਮਰ ਦੇ ਵਿੱਚ ਇੰਨਾ ਵੱਖ-ਵੱਖ ਕੁਝ ਲਿਖਣਾ, ਇਹ ਸੱਚਮੁੱਚ ਬਹੁਤ ਕਮਾਲ ਹੈ। ਪਰ ਤੂੰ ਇਹ ਦੱਸ ਕਿ ਤੈਨੂੰ ਸਾਰੀਆਂ ਚੀਜ਼ਾਂ ਦੇ ਵਿੱਚੋਂ ਕਿਹੜੀ ਚੀਜ਼ ਵੱਧ ਲਿਖਣੀ ਚੰਗੀ ਲੱਗਦੀ? ਸਰ, ਵੈਸੇ ਤਾਂ ਸਾਰੀਆਂ ਚੀਜ਼ਾਂ ਮੈਨੂੰ ਸੋਹਣੀਆਂ ਲੱਗਦੀਆਂ, ਵਧੀਆ ਲੱਗਦਾ ਲਿਖਣੀਆਂ, ਬਟ ਜ਼ਿਆਦਾ ਮੈਂ ਕਵਿਤਾ ਲਿਖਣੀ ਪਸੰਦ ਕਰਦਾ। ਕਿਉਂਕਿ ਮੈਂ ਜਿੱਦਾਂ ਕਿ ਜਦੋਂ ਮੈਂ ਬਚਪਨ ਛੋਟਾ ਹੁੰਦਾ ਸੀ, ਛੋਟੀਆਂ ਕਲਾਸਾਂ 'ਚ ਪੜ੍ਹਦਾ ਹੁੰਦਾ ਸੀ, ਤਾਂ ਕਿਤਾਬ ਦੇ ਵਿੱਚ ਪੰਜਾਬੀ 'ਚ ਕਹਾਣੀਆਂ ਵੀ ਹੁੰਦੀਆਂ ਸੀ ਤੇ ਕਵਿਤਾਵਾਂ ਵੀ ਹੁੰਦੀਆਂ ਸੀ। ਪਰ
ਮੈਂ ਕਹਾਣੀਆਂ ਉਦੋਂ ਹੀ ਪੜ੍ਹਦਾ ਹੁੰਦਾ ਸੀ ਜਦੋਂ ਅਧਿਆਪਕ ਪੜ੍ਹਾਉਂਦਾ ਸੀ, ਤੇ ਕਵਿਤਾਵਾਂ ਮੈਂ ਅਧਿਆਪਕ ਦੇ ਪੜ੍ਹਾਉਣ ਤੋਂ ਪਹਿਲਾਂ ਹੀ ਪੜ੍ਹ ਲੈਂਦਾ ਹੁੰਦਾ ਸੀ। ਮੈਨੂੰ ਇੰਨਾ ਸ਼ੌਕ ਹੁੰਦਾ ਸੀ ਕਵਿਤਾ ਪੜ੍ਹਨ ਦਾ। ਕਿਆ ਬਾਤ ਹੈ। ਤੇ ਮੈਂ ਉਹਨੂੰ ਸਿਰਫ ਪੜ੍ਹਨ ਦਾ ਸ਼ੌਕ ਨਹੀਂ ਸੀ, ਮੈਨੂੰ ਗਾ ਕੇ ਦੇਖਦਾ ਹੁੰਦਾ ਸੀ ਕਵਿਤਾ ਨੂੰ ਕਿ ਇਹ ਕਿੱਦਾਂ ਦੀ ਲੱਗੂਗੀ ਜਦੋਂ ਮੈਂ ਗਾਊਂਗਾ, ਇਹਨੂੰ ਮੈਂ ਸੁਣਾਉਂਗਾ ਤਾਂ ਕਿੱਦਾਂ ਲੱਗੂਗੀ। ਤਾਂ ਇਸ ਤਰ੍ਹਾਂ ਕਵਿਤਾ ਦੇ ਨਾਲ ਮੇਰਾ ਇੱਕ ਅਲੱਗ ਜਿਹਾ ਲਗਾਅ ਸੀਗਾ ਬਚਪਨ ਤੋਂ। ਤੇ ਹੌਲੀ ਹੌਲੀ ਜਦੋਂ ਮੈਂ ਚਿੱਤਰਕਾਰੀ ਕਰਨ ਲੱਗਾ ਤਾਂ ਜਿਹੜੀ ਮੇਰੀ ਪਹਿਲੀ ਕਿਤਾਬ 'ਚ ਮੈਂ ਚਿੱਤਰਕਾਰੀ ਕੀਤੀ ਉਹ ਵੀ ਕਵਿਤਾ ਦੀ ਕਿਤਾਬ ਸੀ ਸਾਰੀ। ਤੇ ਮੈਂ ਬੜੇ ਹੀ ਮਜ਼ੇ ਨਾਲ, ਬੜੇ ਦਿਲਚਸਪੀ ਦੇ ਨਾਲ ਉਹ ਕਿਤਾਬ ਪੜ੍ਹੀ, ਉਹ ਚਿੱਤਰਕਾਰੀ ਕੀਤੀ। ਤੇ ਹੌਲੀ ਹੌਲੀ ਫਿਰ ਮੈਂ ਕਵਿਤਾਵਾਂ ਲਿਖਣ ਗਿਆ ਤੇ ਆਪਣੇ ਮਨ ਦੇ ਭਾਵਾਂ ਨੂੰ ਮੈਂ ਕਵਿਤਾ ਵਿੱਚ ਲਿਖਣ ਲੱਗ ਗਿਆ। ਇਸ ਤਰ੍ਹਾਂ ਹੌਲੀ ਹੌਲੀ ਮਤਲਬ ਮੈਂ ਕਵਿਤਾਵਾਂ ਲਿਖੀਆਂ ਤੇ ਇਹਦੇ ਨਾਲ ਮੈਨੂੰ ਜ਼ਿਆਦਾ ਪਸੰਦ ਕਵਿਤਾ। ਬਹੁਤ ਵਧੀਆ। ਦੂਜਾ ਸਵਾਲ ਪੁੱਤ ਨੂੰ ਇਹ ਹੈ ਕਿ ਬੰਦਾ ਕਿਉਂ ਲਿਖਦਾ ਹੈ? ਮਸ਼ਹੂਰੀ ਲਈ ਲਿਖਦਾ ਹੈ ਜਾਂ ਸ਼ੌਂਕ ਲਈ ਲਿਖਦਾ ਹੈ ਜਾਂ ਕਿਸੇ ਹੋਰ ਉਦੇਸ਼ ਲਈ ਲਿਖਦਾ ਹੈ? ਤੂੰ ਕਾਹਤੋਂ ਲਿਖਦਾ ਹੈ? ਤੈਨੂੰ ਲੱਗਦਾ ਕਿ ਮੇਰੀ ਮਸ਼ਹੂਰੀ ਹੋ ਜਾਏ ਜਾਂ ਮੇਰਾ ਸ਼ੌਂਕ ਹੈ, ਜਾਂ ਤੈਨੂੰ ਕੋਈ ਹੋਰ ਚੀਜ਼ ਲੱਗਦੀ ਹੈ? ਸਰ ਮਸ਼ਹੂਰੀ ਲਈ ਨਹੀਂ, ਕਿਉਂਕਿ ਮੈਂ ਲਿਖਣਾ ਸ਼ੁਰੂ ਕੀਤਾ ਕਿਉਂਕਿ ਮੈਂ ਕਦੇ ਜ਼ਿੰਦਗੀ 'ਚ ਪਹਿਲਾਂ ਸੋਚਿਆ ਨਹੀਂ ਸੀ। ਜੇ ਮੈਂ 2 ਸਾਲ ਪਹਿਲਾਂ ਦੀ ਗੱਲ ਕਰਾਂ ਤਾਂ ਮੈਂ ਕਦੇ ਸੋਚਿਆ ਨਹੀਂ ਸੀ ਕਦੇ ਮੈਂ ਰਾਈਟਰ ਵੀ ਬਣੂੰਗਾ, ਕਦੇ ਮੇਰੇ ਨਾਂ ਦੇ ਮੂਹਰੇ ਲੇਖਕ ਲੱਗੇਗਾ ਜਾਂ ਮੈਂ ਲਿਖਾਂਗਾ। ਕਿਉਂਕਿ ਬਚਪਨ ਤੋਂ ਮੇਰੀ ਇੱਕ ਆਦਤ ਆ ਕਿ ਮੈਂ ਲਿਖਣ ਤੋਂ ਕਤਰਾਉਂਦਾ ਸੀ ਹਮੇਸ਼ਾ। ਮੈਂ ਪੜ੍ਹ ਸਕਦਾ ਪਰ ਲਿਖਣ ਤੋਂ ਕਤਰਾਉਂਦਾ ਸੀ। ਪਰ ਮੇਰੀ ਜ਼ਿੰਦਗੀ ਦੇ ਵਿੱਚ ਕੁਛ ਇਹੋ ਜਿਹੇ ਹਾਦਸੇ ਵਾਪਰੇ ਜਾਂ ਥੋੜ੍ਹੀਆਂ ਤੰਗੀਆਂ ਵੇਖੀਆਂ ਤੇ ਪਰ ਮੈਂ ਉਹਨੂੰ ਅੰਦਰ ਹੀ ਅੰਦਰ ਦਬਾ ਕੇ ਕਿਤੇ ਬੈਠਾ ਹੋਇਆ ਸੀ। ਪਰ ਕਹਿੰਦੇ ਹੁੰਦੇ ਕਿ ਇੱਕ ਹੀਰੇ ਨੂੰ ਤਰਾਸ਼ਣ ਲਈ ਇੱਕ ਹੀਰੇ ਤਰਾਸ਼ਣ ਵਾਲਾ ਚਾਹੀਦਾ। ਇੱਕ ਪੱਥਰ ਦਾ ਮੁੱਲ ਉਨਾ ਚਿਰ ਨਹੀਂ ਪੈਂਦਾ ਜਿੰਨਾ ਚਿਰ ਉਸਨੂੰ ਕੋਈ ਤਰਾਸ਼ੇ ਨਾ। ਤੇ ਮੈਂ ਜਦੋਂ ਕਾਲਜ ਵਿੱਚ ਗਿਆ +1 ਦੇ ਵਿੱਚ ਤਾਂ ਉੱਥੇ ਮੇਰੀ ਮੁਲਾਕਾਤ ਪ੍ਰੋਫੈਸਰ ਬਲਵੀਰ ਕੌਰ ਰਿਹਲ ਜੀ ਨਾਲ ਹੋਈ ਤੇ ਉਹਨਾਂ ਦੇ ਨਾਲ ਰਹਿ ਕੇ ਉਹਨਾਂ ਦੀਆਂ ਗੱਲਾਂ ਸੁਣ ਕੇ ਮੇਰੀ ਲਗਨ ਜਿਹੜੀ ਆ ਇੱਧਰ ਨੂੰ ਸਾਹਿਤ ਵੱਲੋਂ ਤੁਰ ਪਈ। ਤੇ ਫਿਰ ਉਹਨਾਂ ਦੀ ਦੇਖ ਰੇਖ ਦੇ ਵਿੱਚ ਉਹਨਾਂ ਤੋਂ ਸੁਣ ਕੇ ਸਮਝ ਕੇ ਮੈਂ ਲਿਖਣਾ ਸ਼ੁਰੂ ਕੀਤਾ ਤੇ ਮੈਂ ਪਹਿਲੀ ਕਹਾਣੀ ਲਿਖੀ ਜਿਹੜੀ ਉਹ ਮੈਂ ਮੇਰੀ ਮੰਮੀ ਦੀ ਕਹਾਣੀ, ਮੇਰੀ ਮੰਮੀ ਦੀ ਜ਼ਿੰਦਗੀ ਦੀ ਕਹਾਣੀ ਲਿਖੀ ਤੇ ਜਿਸ ਦਾ ਨਾਮ ਹੈ ਸਫ਼ਰ ਜ਼ਿੰਦਗੀ ਦਾ ਰੱਖਿਆ ਤੇ ਉਹ ਮੇਰੀ ਪਹਿਲੀ ਕਿਤਾਬ ਦਾ ਨਾਮ ਵੀ ਹੈ ਸਫ਼ਰ ਜ਼ਿੰਦਗੀ। ਤਾਂ ਇਸ ਤਰ੍ਹਾਂ ਮੇਰੀ ਲਿਖਣ ਦੀ ਸ਼ੁਰੂਆਤ ਹੋਈ ਤੇ ਫਿਰ ਮੈਂ ਇੱਕ ਨਾਟਕ ਲਿਖਿਆ ਤੇ ਫਿਰ ਹੌਲੀ ਹੌਲੀ ਮੈਨੂੰ ਕਵਿਤਾ ਪੜ੍ਹਨ ਦਾ ਸ਼ੌਂਕ ਤਾਂ ਪਹਿਲੇ ਸੀ। ਫਿਰ ਮੈਂ ਕਿਹਾ ਸੁਖਮਨ ਤੂੰ ਕਹਾਣੀ ਲਿਖ ਲਈ, ਜ਼ਿਆਦਾ ਸ਼ੌਂਕ ਤਾਂ ਤੈਨੂੰ ਕਵਿਤਾ ਤੋਂ ਜ਼ਿਆਦਾ ਪੜ੍ਹਦਾ ਵਾਂ ਤੇ ਤੂੰ ਕਵਿਤਾਵਾਂ ਲਿਖ। ਫਿਰ ਕਵਿਤਾਵਾਂ ਲਿਖਣੀਆਂ ਸ਼ੁਰੂ ਕੀਤੀਆਂ ਤੇ ਇਸ ਤਰ੍ਹਾਂ ਮੇਰੀਆਂ ਕਿਤਾਬਾਂ ਬਹੁਤ ਵਧੀਆ। ਮੈਨੂੰ ਲੱਗਦਾ ਕਿ ਸਾਡੇ ਦਰਸ਼ਕਾਂ ਨੂੰ ਇੱਥੋਂ ਸੁਖਮਨ ਦੀਆਂ ਗੱਲਾਂ ਤੋਂ ਇਸ ਗੱਲ ਦਾ ਅਹਿਸਾਸ ਵੀ ਹੁੰਦਾ ਹੋਊਗਾ ਕਿ ਜਿਹੜਾ ਸਾਹਿਤ ਹੈ ਇਹ ਸਾਡੇ ਅੰਦਰਲੇ ਉਦਾਸੀਆਂ ਨੂੰ, ਅੰਦਰਲੇ ਦਰਦਾਂ ਨੂੰ, ਅੰਦਰਲੀਆਂ ਪੀੜਾਂ ਨੂੰ ਬਾਹਰ ਲਿਆਉਂਦਾ ਤੇ ਸਾਨੂੰ ਰਿਲੈਕਸ ਕਰਦਾ, ਸਾਡਾ ਕੈਥਾਰਸਿਸ ਕਰਦਾ ਹੈ। ਇਸ ਬੱਚੇ ਦੀ ਜ਼ਿੰਦਗੀ ਦੱਸਦੀ ਹੈ ਕਿ ਇਹਨੇ ਕਵਿਤਾਵਾਂ ਰਾਹੀਂ ਤੇ ਕਹਾਣੀਆਂ ਰਾਹੀਂ ਜਿਉਣਾ ਸਿੱਖਿਆ, ਆਪਣੇ ਆਪ ਨੂੰ ਰਿਲੈਕਸ ਹੋਣਾ ਸਿੱਖਿਆ। ਸੁਖਮਨ ਕੀ ਸੁਣਾ ਰਹੇ ਹੋ ਸਾਨੂੰ? ਸਰ ਮੈਂ ਕਵਿਤਾ ਸੁਣਾਵਾਂ ਜੀ? ਵੈਲਕਮ। ਪੁੱਟ ਛੋਟੇ ਛੋਟੇ ਕਦਮ ਮੈਂ ਲੈ ਕੇ ਵੱਡੇ ਵੱਡੇ ਹੌਸਲੇ, ਮੰਜ਼ਿਲ ਪਾ ਲੈਣੀ ਆ। ਮੈਂ ਉਹਨੂੰ ਸੁਣਾਵਾਂ। ਪੁੱਟ ਛੋਟੇ ਛੋਟੇ ਕਦਮ ਮੈਂ ਲੈ ਕੇ ਵੱਡੇ ਵੱਡੇ ਹੌਸਲੇ, ਮੰਜ਼ਿਲ ਪਾ ਲੈਣੀ ਆ, ਮੈਂ ਮੰਜ਼ਿਲ ਪਾ ਲੈਣੀ ਆ। ਆਹ ਕਰਨਾ ਮੈਂ ਉਹ ਕਰਨਾ, ਇਹ ਗੱਲਾਂ ਕਰਦਾ ਰਹਿੰਦਾ ਮੈਂ। ਆਹ ਕਰਨਾ ਮੈਂ ਉਹ ਕਰਨਾ, ਇਹ ਗੱਲਾਂ ਕਰਦਾ ਰਹਿੰਦਾ ਮੈਂ। ਮਾਂ ਦੀਆਂ ਦੱਸੀਆਂ ਛੋਟੀਆਂ ਛੋਟੀਆਂ ਉਦਾਹਰਨਾਂ ਚੋਂ ਮੈਂ ਲੈ ਕੇ ਵੱਡੀਆਂ ਨਸੀਹਤਾਂ, ਮੰਜ਼ਿਲ ਪਾ ਲੈਣੀਆਂ। ਪੁੱਟ ਛੋਟੇ ਛੋਟੇ ਕਦਮ ਮੈਂ ਲੈ ਕੇ ਵੱਡੇ ਵੱਡੇ ਹੌਸਲੇ, ਮੰਜ਼ਿਲ ਪਾ ਲੈਣੀਆਂ, ਮੈਂ ਮੰਜ਼ਿਲ ਪਾ ਲੈਣੀਆਂ। ਬਹੁਤ ਵਧੀਆ। ਸੋਚ ਮੇਰੀ ਸਾਹਿਤ ਦੇ ਵੱਲ ਨੂੰ ਹੈ ਤੁਰ ਪਈ। ਹੁਣ ਸੋਚ ਮੇਰੀ ਸਾਹਿਤ ਦੇ ਵੱਲ ਨੂੰ ਹੈ ਤੁਰ ਪਈ। ਹੁਣ ਛੋਟੇ ਛੋਟੇ ਸ਼ਬਦਾਂ ਨਾਲ ਬਣਾਉ ਵੱਡੇ ਵੱਡੇ ਵਾਕ ਮੈਂ। ਸੋਚ ਮੇਰੀ ਸਾਹਿਤ ਦੇ ਵੱਲ ਨੂੰ ਹੈ ਤੁਰ ਪਈ। ਹੁਣ ਛੋਟੇ ਛੋਟੇ ਸ਼ਬਦਾਂ ਨਾਲ ਬਣਾਉ ਵੱਡੇ ਵੱਡੇ ਵਾਕ ਮੈਂ। ਵੱਡੇ ਵੱਡੇ ਵਾਕਾਂ ਵਿੱਚ ਪਾ ਕੇ ਵੱਡੀ ਵੱਡੀ ਸੋਚ ਨੂੰ ਮੈਂ ਮੰਜ਼ਿਲ ਪਾ ਲੈਣੀ ਆ। ਪੁੱਟ ਛੋਟੇ ਛੋਟੇ ਕਦਮ ਮੈਂ ਲੈ ਕੇ ਵੱਡੇ ਵੱਡੇ ਹੌਸਲੇ, ਮੰਜ਼ਿਲ ਪਾ ਲੈਣੀ ਆ, ਮੈਂ ਮੰਜ਼ਿਲ ਪਾ ਲੈਣੀ ਆ। ਬਹੁਤ ਵਧੀਆ ਪੁੱਤ, ਬਹੁਤ ਵਧੀਆ। ਜਿੱਤਣ ਦੀ ਚਾਹ ਮਨ ਵਿੱਚ ਲੈ ਕੇ, ਜਿੱਤਣ ਦੀ ਚਾਹ ਮਨ ਵਿੱਚ ਲੈ ਕੇ ਹਰ ਹਾਲ ਦਾ ਸਾਹਮਣਾ ਕਰਨਾ ਮੈਂ।
ਮੇਰੀ ਛੋਟੀ ਛੋਟੀ ਹਾਰ ਵਿੱਚੋਂ, ਮੇਰੀ ਛੋਟੀ ਛੋਟੀ ਹਾਰ ਵਿੱਚੋਂ ਲੈ ਕੇ ਵੱਡੀ ਵੱਡੀ ਸਿੱਖਿਆ ਮੈਂ ਮੰਜ਼ਿਲ ਪਾ ਲੈਣੀ ਆ। ਪੁੱਟ ਛੋਟੇ ਛੋਟੇ ਕਦਮ ਮੈਂ ਲੈ ਕੇ ਵੱਡੇ ਵੱਡੇ ਹੌਸਲੇ, ਮੰਜ਼ਿਲ ਪਾ ਲੈਣੀ ਆ, ਮੈਂ ਮੰਜ਼ਿਲ ਪਾ ਲੈਣੀ ਆ। ਬਹੁਤ ਖੂਬਸੂਰਤ, ਬਹੁਤ ਖੂਬਸੂਰਤ ਸੁਖਮਨ। ਸੱਚਮੁੱਚ ਜਿਹੜਾ ਆਪਣਾ ਟਾਈਟਲ ਹੈ ਅੱਜ ਦਾ ਕਿ ਨਿੱਕੀਆਂ ਆਵਾਜ਼ਾਂ ਤੇ ਵੱਡੀਆਂ ਪਰਵਾਜ਼ਾਂ, ਉਹ ਸੁਪਨੇ ਸੁਖਮਨ ਦੀ ਕਵਿਤਾ ਦੇ ਵਿੱਚ ਝਲਕਦੇ ਨੇ ਕਿ ਨਿੱਕੇ ਨਿੱਕੇ ਕਰਾਂ ਰਾਹੀਂ, ਵਾਕਾਂ ਰਾਹੀਂ ਵੱਡੀਆਂ ਵੱਡੀਆਂ ਗੱਲਾਂ ਕਰਨਾ ਤੇ ਮੰਜ਼ਿਲਾਂ ਨੂੰ ਪ੍ਰਾਪਤ ਕਰਨਾ। ਬਹੁਤ ਖੂਬਸੂਰਤ ਸੁਖਮਨ, ਤੁਹਾਡੇ ਲਈ ਬਹੁਤ ਬਹੁਤ ਦੁਆਵਾਂ। ਥੈਂਕ ਯੂ ਸਰ। ਹਾਂਜੀ ਹਰੀ ਗੋਪਾਲ ਹਾਜ਼ਰ ਹੋ। ਹਰੀ ਗੋਪਾਲ। ਹੈਲੋ ਸਰ, ਨਮਸਤੇ ਸਾਰਿਆਂ ਨੂੰ। ਇਹ ਹੈ ਸਾਡਾ ਪੁੱਤ ਹਰੀ ਗੋਪਾਲ। ਇਹਨਾਂ ਦੇ ਟੀਚਰ ਤਰਸੇਮ ਵੀ ਸਾਡੇ ਨਾਲ ਨੇ। ਸੱਚਮੁੱਚ ਮਾਂ-ਬਾਪ ਨੂੰ ਤੇ ਟੀਚਰ ਨੂੰ ਉਦੋਂ ਵੱਧ ਖੁਸ਼ੀ ਹੁੰਦੀ ਹੈ ਜਦੋਂ ਉਹਨਾਂ ਤੋਂ ਪਹਿਲਾਂ ਉਹਨਾਂ ਦਾ ਬੱਚਾ ਸਕਰੀਨ ਤੇ ਆਵੇ। ਤਰਸੇਮ ਬਹੁਤ ਅੱਛਾ ਸ਼ਾਇਰ ਹੈ। ਅਜੇ ਅਸੀਂ ਉਹਨਾਂ ਨੂੰ ਇਸ ਪ੍ਰੋਗਰਾਮ ਦੇ ਵਿੱਚ ਨਹੀਂ ਬੁਲਾਇਆ, ਪਰ ਉਹਨਾਂ ਦੇ ਸਟੂਡੈਂਟ ਹਰੀ ਗੋਪਾਲ ਨੂੰ ਅਸੀਂ ਉਹਨਾਂ ਤੋਂ ਪਹਿਲਾਂ ਬੁਲਾ ਲਿਆ। ਸੋ ਹਰੀ ਗੋਪਾਲ, ਬਹੁਤ ਬਹੁਤ ਸਵਾਗਤ ਤੁਹਾਡਾ। ਬੇਟੇ ਹਰੀ ਗੋਪਾਲ ਦੀ ਇੱਕ ਕਿਤਾਬ ਆਈ ਹੈ ਤਾਰੇ ਉਤਾਰੇ। ਇਹ ਤਾਰਾ ਸਾਡਾ ਸਿਤਾਰਾ ਸਾਡਾ। ਹਰੀ ਗੋਪਾਲ, ਤੁਹਾਡਾ ਸਵਾਗਤ ਹੈ। ਤੇ ਤੈਨੂੰ ਮੈਂ ਇੱਕ ਦੋ ਸਵਾਲ ਜਿਹੜੇ ਕਰਨੇ ਨੇ। ਤੇਰਾ ਪਹਿਲਾ ਸਵਾਲ ਤੇਰੇ ਲਈ ਇਹ ਹੈ ਕਿ ਤੇਰੀ ਪਹਿਲੀ ਰਚਨਾ ਕਦੋਂ ਛਪੀ ਸੀ ਤੇ ਤੈਨੂੰ ਕਿਵੇਂ ਲੱਗਿਆ ਸੀ ਜਦੋਂ ਤੇਰੀ ਪਹਿਲੀ ਰਚਨਾ ਕਿਤੇ ਛਪੀ ਸੀ, ਉਹਦੇ ਬਾਰੇ ਦੱਸੋ। ਪਹਿਲਾਂ ਤਾਂ ਸਾਰਿਆਂ ਨੂੰ ਮੇਰੇ ਵੱਲੋਂ ਨਮਸਤੇ ਜੀ। ਮੇਰੀ ਪਹਿਲੀ ਰਚਨਾ ਹੈ ਤਰਸੇਮ ਸਰ ਦੀ ਅਗਵਾਈ ਹੇਠ ਜਦੋਂ ਮੈਂ 9ਵੀਂ ਕਲਾਸ ਚ ਹੁੰਦਾ ਸੀ ਉਦੋਂ ਛਪੀ ਸੀ। ਮੈਨੂੰ ਬਹੁਤ ਖੁਸ਼ੀ ਹੋਈ ਸੀ ਜਦੋਂ ਮੇਰੀ ਪਹਿਲੀ ਰਚਨਾ ਛਪੀ। ਜਦੋਂ ਸਰ ਨੇ ਮੋਬਾਈਲ ਤੇ ਮੈਨੂੰ ਮੇਰੀ ਬੁੱਕ ਦਾ ਟਾਈਟਲ ਦਿਖਾਇਆ ਜੀ ਤੇ ਉਹਦੀ ਫੋਟੋ ਦਿਖਾਈ ਵੀ ਕਿਵੇਂ ਆ, ਮੈਨੂੰ ਬਹੁਤ ਖੁਸ਼ੀ ਹੋਈ ਜੀ ਵੀ ਮੈਂ ਵੀ ਇੱਕ ਲੇਖਕ ਬਣ ਗਿਆ ਤੇ ਮੇਰੀ ਵੀ ਇੱਕ ਬੁੱਕ ਆ ਚੁੱਕੀ ਹੈ। ਮੈਨੂੰ ਬਹੁਤ ਖੁਸ਼ੀ ਹੋਈ ਸੀ। ਮੈਂ ਅੱਜ ਦੇ ਸਰ ਨੂੰ ਇਹ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਵੀ ਉਹਨਾਂ ਦੇ ਸਦਕਾ ਹੇਠ ਵੀ ਮੇਰੀ ਇਹ ਬੁੱਕ ਛਪੀ ਤੇ ਮੈਂ ਇੱਕ ਲੇਖਕ ਬਣ ਚੁੱਕਿਆ। ਜੀ ਜੀ, ਕਿਆ ਬਾਤ ਹੈ। ਦੂਜਾ ਸਵਾਲ ਪੁੱਤ ਇਹ ਹੈ ਕਿ ਕਲਪਨਾ ਕਰ ਜੇ ਤੈਨੂੰ ਕਵੀ ਦੀ ਥਾਂ ਤੇ ਅਸੀਂ ਲੀਡਰ ਬਣਨ ਨੂੰ ਕਹਿ ਦਈਏ, ਨੇਤਾ ਬਣਨ ਨੂੰ ਕਹਿ ਦਈਏ, ਤਾਂ ਤੂੰ ਇਹ ਸਾਡਾ ਪ੍ਰਸਤਾਵ ਠੁਕਰਾ ਦੇਗਾ ਤਾਂ ਨੇਤਾ ਬਣ ਜਾਏਗਾ? ਜੇ ਬਣ ਜਾਏਗਾ ਤਾਂ ਫਿਰ ਕਿਹੋ ਜਿਹਾ ਨੇਤਾ ਬਣੇਗਾ? ਜੀ ਨੇਤਾ ਬਣ ਤੇ ਮੈਨੂੰ ਲੇਖਕ ਛੱਡਣਾ ਪਊਗਾ ਵੀ ਮੈਂ ਲੇਖਕ ਨਾ ਹੋਵਾਂ, ਫਿਰ ਤਾਂ ਮੈਂ ਨੇਤਾ ਕਦੇ ਨਹੀਂ ਬਣੂਗਾ ਜੀ। ਕਿਉਂਕਿ ਲੇਖਕ ਹੁਣ ਲੇਖਕ ਇਹੋ ਜਿਹਾ ਹੁੰਦਾ ਜੀ ਜੋ ਕਿ ਨੇਤਾ ਤੋਂ ਵੀ ਵੱਡਾ ਉਪਾਧੀ ਰੱਖਦਾ ਜੀ। ਲੇਖਕ ਇੱਕ ਦੁਨੀਆ ਚਲਾਉਂਦਾ ਹੀ ਐ। ਮੰਨੋ ਤੁਸੀਂ ਵੀ ਜੇ ਲੇਖਕ ਨਾ ਹੋਵੇ ਤਾਂ ਦੁਨੀਆ 'ਚ ਕੁਛ ਨਹੀਂ ਹੋ ਸਕਦਾ, ਕਿਉਂਕਿ ਲੇਖਕ ਹੀ ਸਭ ਕੁਛ ਦੱਸਦਾ ਹੀ ਲਿਖ ਕੇ ਵੀ ਦੁਨੀਆ ਦੇ ਇੱਥੇ ਕੁਛ ਆਹ ਹੋ ਰਿਹਾ, ਇੱਥੇ ਆਹ ਹੋ ਰਿਹਾ, ਆਹ ਹੋ ਚੁੱਕਾ ਗਾ, ਆਹ ਸ਼ਾਇਦ ਹੋ ਵੀ ਜਾਵੇ। ਇਹ ਸਭ ਕੁਛ ਇੱਕ ਲੇਖਕ ਹੀ ਦੱਸਦਾ ਹੈ। ਚਲੋ ਤੈਨੂੰ ਲੇਖ ਬਣਨ ਦੀ ਛੂਟ ਦੇ ਦਾਂਗੇ ਨਾਲ ਨੇਤਾ ਬਣਨ ਦੀ, ਫਿਰ ਕੀ ਕਰੇਗਾ? ਹਾਂਜੀ ਸਰ, ਹਾਂਜੀ ਫਿਰ ਮੈਂ ਬਣ ਸਕਦਾ। ਇਹ ਜੇ ਆਪਾਂ ਦੇਖੀਏ ਜੀ ਅੱਜ ਕੱਲ ਤਾਂ ਨੇਤਾ ਬਣ ਕੇ ਕੌਣ ਕੀ ਕਰਦਾ, ਕੁਛ ਨਹੀਂ ਕਰ ਰਿਹਾ। ਵੈਸੇ ਜੇ ਮੈਂ ਬਣ ਜਾਵਾਂ ਤਾਂ ਜ਼ਿਆਦਾ ਪ੍ਰੋਬਲਮ ਮੈਨੂੰ ਆਪਣੇ ਪਿੰਡ 'ਚ ਲੱਗ ਰਹੀ ਹੈ, ਤਾਂ ਮੈਂ ਉੱਥੇ ਹੀ ਸੜਕਾਂ ਨੇ ਜੋ ਸੜਕਾਂ ਨਹੀਂ ਵਧੀਆ ਹੈਗੀਆਂ ਜੀ। ਸਭ ਤੋਂ ਪਹਿਲਾਂ ਤਾਂ ਸੜਕਾਂ ਠੀਕ ਕਰਵਾਵਾਂਗੇ ਜੀ ਤੇ ਦੂਜੇ ਨੰਬਰ ਤੇ ਜੇ ਆਪਣਾ ਹੋਰ ਸੜਕਾਂ ਠੀਕ ਹੋ ਗਈਆਂ ਤੇ ਪਾਈਪ ਲੀਕੇਜ ਬਹੁਤ ਹੁੰਦੀ ਹੈ ਜੀ। ਪਾਈਪ ਲੀਕੇਜ ਬੰਦ ਕਰਾਂਗੇ ਤਾਂ ਕਿ ਕੋਈ ਵੀ ਪ੍ਰੋਬਲਮ ਨਾ ਹੋਵੇ। ਜਦੋਂ ਪਾਈਪ ਲੀਕਿੰਗ ਹੁੰਦੀ ਹੈ ਤੇ ਪਾਣੀ ਰੁਕ ਜਾਂਦਾ, ਮੱਛਰ ਪੈਦਾ ਹੁੰਦੇ ਨੇ ਜੀ ਤੇ ਉਹਦੇ ਨਾਲ ਬਿਮਾਰੀਆਂ ਲੱਗਦੀਆਂ ਨੇ, ਜਿਹਦੇ ਕਾਰਨ ਜਨਤਾ ਨੂੰ ਬਹੁਤ ਨੁਕਸਾਨ ਪਹੁੰਚਦਾ ਹੈ। ਇਸ ਲਈ ਮੈਂ ਚਾਹੁੰਦਾ ਜੇ ਮੈਂ ਨੇਤਾ ਬਣਾ ਤਾਂ ਇੱਕ ਇਹੋ ਜਿਹਾ ਨੇਤਾ ਬਣਾ ਤਾਂ ਕਿ ਸਾਨੂੰ ਯਾਦ ਰਹੇ ਵੀ ਹਾਂ ਕੋਈ ਹੈਗਾ ਸੀ ਜੋ ਸਾਡੇ ਲਈ ਭਲਾ ਕਰਕੇ ਗਿਆ। ਤੇਰੇ ਦੋਨੇ ਸੁਪਨੇ ਪੂਰੇ ਹੋਣ ਪੁੱਤ। ਲੇਖ ਤਾਂ ਤੂੰ ਬਣ ਹੀ ਗਿਆ, ਨੇਤਾ ਵੀ ਬਣੇ, ਪਰ ਨੇਤਾ ਬਣ ਕੇ ਸਾਨੂੰ ਜ਼ਰੂਰ ਯਾਦ ਰੱਖ ਲਈ ਹੈ। ਆਮ ਤੌਰ ਤੇ ਨੇਤਾ ਯਾਦ ਨਹੀਂ ਰੱਖਦਾ। ਨਹੀਂ ਠੀਕ ਹੈ, ਕੀ ਸੁਣਾਵੇਂਗਾ ਸਾਨੂੰ? ਅੱਜ ਮੈਂ ਕਵਿਤਾ ਲਿਖੀ ਸੀ, ਲਾਕਡਾਊਨ 'ਚ ਕਵਿਤਾ ਲਿਖੀ ਸੀ। ਜਿਵੇਂ ਕਿ ਆਪਾਂ ਜਾਣਦੇ ਹਾਂ ਲਾਕਡਾਊਨ ਕਾਰਨ ਸਾਰੇ ਪਰਿਵਾਰ ਇਕੱਠੇ ਰਹਿ ਰਹੇ ਹੁਣ ਵੀ ਹੁਣ ਮੇਰਾ ਜ਼ਿਆਦਾ ਸਮਾਂ ਬਿਤਾ ਰਿਹਾ ਇੱਕ ਦੂਜੇ ਨਾਲ। ਉਸੇ ਹਿਸਾਬ ਨਾਲ ਮੈਂ ਵੀ ਆਪਣੇ ਪਰਿਵਾਰ ਨਾਲ ਸੰਬੰਧਿਤ ਕਵਿਤਾ ਲਿਖੀ ਸੀ। एक छोटा सा मेरा परिवार इसमें हम हैं जी चार, मेरी माँ, मेरी बहन, मैं और मेरा भाई। खुशियों की हमने अलग दुनिया बनाई। क्या बात है। छोटे से घर में रहते हम सब, सोच विचार मिलकर करते, मुश्किल आती जब। छोटे से घर में रहते हम सब, सोच विचार मिलकर करते, मुश्किल आती जब। कभी कभी मस्ती करते, कभी कभी गलती करते, कभी कभी लड़ाई करते, पर एक दूसरे को प्यार है करते। खुशियों का पाना, दुखों को हराना, लड़ाई को सुलझाना,
यही सिलसिला हर परिवार में चलता है। इन सब को अपनाकर ही तो एक परिवार बनता है। इन सब को अपनाकर ही तो एक परिवार बनता है। थैंक यू सर। बहुत ਵਧੀਆ ਬਹੁਤ ਵਧੀਆ ਸੱਚਮੁੱਚ ਇਹੋ ਜਿਹਾ ਪਰਿਵਾਰ ਬਹੁਤ ਖੂਬਸੂਰਤ ਪਰਿਵਾਰ ਹੁੰਦਾ ਹੈ। ਤੇਰਾ ਬਹੁਤ ਬਹੁਤ ਧੰਨਵਾਦ ਬੇਟੇ ਹਰੀ ਗੋਪਾਲ, ਤੂੰ ਬਹੁਤ ਖੂਬਸੂਰਤ ਗੱਲਾਂ ਤੇ ਖੂਬਸੂਰਤ ਕਵਿਤਾ ਸਾਡੇ ਨਾਲ ਸਾਂਝੀ ਕੀਤੀ। ਐਸੇ ਤਰ੍ਹਾਂ ਸੋਹਣੀਆਂ ਸੋਹਣੀਆਂ ਕਵਿਤਾਵਾਂ ਲਿਖਦਾ ਰਹਿ ਤੇ ਤੈਨੂੰ ਅਸੀਂ ਫੇਰ ਵੱਡੇ ਵੱਡੇ ਪਲੇਟਫਾਰਮਾਂ ਤੇ ਬੁਲਾਉਂਦੇ ਰਹੀਏ। ਠੀਕ ਹੈ, ਥੈਂਕ ਯੂ ਸਰ। ਹੁਣ ਆਪਾਂ ਮਿਲਦੇ ਹਾਂ ਪ੍ਰਵਾਸ। ਪ੍ਰਵਾਸ ਤੇਰਾ ਸਵਾਗਤ ਹੈ ਬਹੁਤ ਬਹੁਤ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹਾਂ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬੇਟਾ। ਪ੍ਰਵਾਸ 12ਵੀਂ ਕਲਾਸ ਦੇ ਵਿੱਚ ਪੜ੍ਹਦਾ ਹੁਣ ਤੇ ਇਹਨੂੰ ਕਿਤਾਬ ਭਾਵੇਂ ਇਹਦੀ ਨਹੀਂ ਆਈ ਪਰ ਕਵਿਤਾਵਾਂ ਲਿਖਦਾ ਸੋਹਣੀਆਂ ਸੋਹਣੀਆਂ ਤੇ ਨਾਲ ਨਾਲ ਇਹਨੂੰ ਐਕਟਰ ਬਣਨ ਦਾ ਸ਼ੌਕ ਹੈ। ਹੁਣ ਤੱਕ ਇਹ 1-2 ਸ਼ਾਰਟ ਫਿਲਮਾਂ ਵੀ ਬਣਾ ਚੁੱਕਿਆ ਹੈ ਤੇ ਇਹਦੀ ਇੱਕ ਕਮਾਲ ਇਹ ਹੈ ਕਿ ਇਹ ਆਪਣੇ ਸਕੂਲ ਦੇ ਵਿੱਚ ਪਟਿਆਲੇ ਜਿਹੜਾ ਹੈਗਾ ਬੁੱਢਾ ਦਲ ਪਬਲਿਕ ਸਕੂਲ ਦੇ ਵਿੱਚ ਆਪ ਹੀ ਨਾਟਕ ਲਿਖ ਕੇ ਤੇ ਆਪ ਹੀ ਬੱਚਿਆਂ ਨੂੰ ਤਿਆਰ ਕਰਾ ਕੇ ਆਪਣੇ ਜਿਹੜਾ ਸਕੂਲ ਦੇ ਐਨੂਅਲ ਫੈਸਟੀਵਲ ਦੇ ਵਿੱਚ ਪੇਸ਼ ਕਰਦਾ ਰਿਹਾ ਹੈ। ਸੋ ਇਸ ਉਮਰ ਦੇ ਵਿੱਚ ਨਾਟਕ ਵਰਗੀ ਵਿਧਾ ਲਿਖਣਾ ਤੇ ਉਹਨੂੰ ਡਾਇਰੈਕਟ ਕਰਨਾ ਤੇ ਉਹਨੂੰ ਫਿਰ ਐਨੂਅਲ ਫੈਸਟੀਵਲ ਦੇ ਵਿੱਚ ਜਗ੍ਹਾ ਮਿਲ ਜਾਣਾ, ਇਹ ਪ੍ਰਵਾਸ ਦੀਆਂ ਪ੍ਰਾਪਤੀਆਂ ਦੇ ਵਿੱਚੋਂ ਇੱਕ ਹੈ। ਪ੍ਰਵਾਸ, ਤੈਨੂੰ 2 ਸਵਾਲ ਨੇ ਮੇਰੇ। ਪਹਿਲਾ ਸਵਾਲ ਇਹ ਹੈ ਕਿ ਤੇਰੀ ਉਮਰ ਦੇ ਵਿੱਚ ਬੱਚੇ ਅਕਸਰ ਮਾਪਿਆਂ ਤੇ ਅਧਿਆਪਕਾਂ ਨਾਲੋਂ ਆਪਣੇ ਪੀਅਰ ਗਰੁੱਪ ਨੂੰ ਤਰਜੀਹ ਦਿੰਦੇ ਨੇ, ਤੂੰ ਵੀ ਸ਼ਾਇਦ ਦਿੰਦਾ ਹੋਵੇਂਗਾ, ਹਨਾ? ਇਹਦਾ ਕੀ ਕਾਰਨ ਹੈ? ਇਹਦਾ ਕਾਰਨ ਇਹ ਹੈ ਜੀ, ਮਤਲਬ ਜਦੋਂ ਬੱਚਾ ਅਡੋਲਸੈਂਟ ਏਜ ਚ ਆਉਂਦਾ ਨਾ, ਇਹ ਚ ਆਉਂਦਾ ਉਦੋਂ ਬੰਦਾ ਮਤਲਬ ਬੱਚਾ ਬਹੁਤ ਸਾਰੀ ਡਿਜ਼ਾਇਰਸ ਹੁੰਦੇ ਨੇ ਉਹਦੇ। ਇਹ ਕਰਨਾ ਚਾਹੁੰਦਾ ਬੱਚਾ, ਇਹ ਕਰਨਾ ਚਾਹੁੰਦਾ ਤੇ ਮਤਲਬ ਜਿਹੜੇ ਉਹਨੂੰ ਬੱਚੇ ਨਾਲ ਦੇ ਮਿਲ ਜਾਂਦੇ ਨੇ ਉਹਨਾਂ ਨਾਲ ਰਹਿੰਦਾ ਹੈ ਉਹ, ਉਹਨਾਂ ਨਾਲ ਮਤਲਬ ਆਪਾਂ ਨੂੰ ਲੱਗ ਰਿਹਾ ਹੁੰਦਾ, ਮੈਨੂੰ ਲੱਗ ਰਿਹਾ ਹੁੰਦਾ ਵੀ ਯਾਰ ਇਹ ਵੀ ਮੇਰੇ ਵਾਂਗੂ ਹੀ ਮੇਰੇ ਨਾਲ ਬੈਠਾ ਹੈਗਾ, ਇਹਦੀਆਂ ਪ੍ਰੋਬਲਮਸ ਵੀ ਮੇਰੇ ਵਾਲੀਆਂ ਹੋਣਗੀਆਂ, ਹਨਾ? ਤੇ ਉੱਥੇ ਮੈਨੂੰ ਲੱਗਦਾ ਵੀ ਇਹ ਈਜ਼ੀ ਆ, ਮਤਲਬ ਵੀ ਆਪਣੇ ਪੇਰੈਂਟਸ ਨੂੰ ਦੱਸਾਂਗੇ ਆਪਾਂ ਕੋਈ ਗੱਲ, ਮੇਰੇ ਦਿਲ ਚ 100 ਸਵਾਲ ਆਉਂਦੇ ਨੇ, ਕੀ ਕਨਸੀਕੁਐਂਸਿਸ ਨਿਕਲਣਗੀਆਂ ਉਹਦੀਆਂ। ਤੇ ਫਿਰ ਮਤਲਬ ਬੱਚਾ ਫਿਰ ਤਾਂ ਕਰਕੇ ਨਾਲ ਦੇ ਨਾਲ ਹੀ ਆਪਦੇ ਨਾਲ ਸ਼ੇਅਰ ਕਰ ਲੈਂਦਾ ਹੈਗਾ ਵੀ ਨਹੀਂ ਯਾਰ ਪੇਰੈਂਟਸ ਨੂੰ ਜਾਂ ਉਹਦੇ ਨਾਲ ਕੋਈ ਗੱਲ ਮਤਲਬ ਪਤਾ ਨਹੀਂ ਕਿੰਨੀ ਕੀ ਕੁਛ ਕਰਨਾ ਪਵੇ, ਡਾਂਟਣਗੇ, ਡਰ ਹੁੰਦਾ ਹੈ, ਬਹੁਤ ਗੱਲਾਂ ਹੁੰਦੀਆਂ ਨੇ। ਇਹ ਗੱਲਾਂ ਮਤਲਬ ਬਹੁਤ ਸਮਝਣ ਵਾਲੀਆਂ ਹੁੰਦੀਆਂ ਨੇ, ਮਤਲਬ ਬੱਚੇ ਕੀ ਕਰਦੇ ਨੇ, ਹਨਾ? ਬਹੁਤ ਅੱਛੀ ਚੀਜ਼ ਹੈ ਇਹ, ਮੈਨੂੰ ਬਹੁਤ ਵਧੀਆ ਲੱਗਦੀ ਹੈ ਇਹ ਚੀਜ਼ਾਂ ਬਾਰੇ ਸੋਚਣਾ। ਅੱਛਾ, ਇਹ ਦੱਸ ਕਿ ਅਧਿਆਪਕਾਂ ਨਾਲ ਕਾਹਤੋਂ ਨਹੀਂ ਗੱਲ ਸ਼ੇਅਰ ਕਰਦੇ ਹੈਗੇ? ਅਧਿਆਪਕਾਂ ਨਾਲ ਵੀ ਉਹ ਕਨੈਕਸ਼ਨ ਨਹੀਂ ਬਣਦਾ ਜਿਵੇਂ ਦੋਸਤਾਂ ਨਾਲ ਬਣਦਾ ਨਾ, ਕਨੈਕਸ਼ਨ ਨਹੀਂ ਬਣਦਾ ਉਵੇਂ। ਉਹਨਾਂ ਨਾਲ ਵੀ ਪੇਰੈਂਟਸ ਵਾਲੀ ਫੀਲਿੰਗ ਆਉਂਦੀ ਹੈ ਵੀ ਹਾਂ ਵੀ ਇੰਨੀਆਂ ਕਨਸੀਕੁਐਂਸਿਸ ਹੋਣਗੀਆਂ ਯਾਰ, ਵੀ ਕੀ ਗੱਲ ਕਰਾਂਗੇ ਉਹਨਾਂ ਨਾਲ, ਕਿਵੇਂ ਬੋਲਾਂਗੇ ਆਪਣੀਆਂ ਦਿਲ ਦੀਆਂ ਗੱਲਾਂ, ਹਨਾ? ਤੇ ਤਾਂ ਕਰਕੇ ਫਿਰ ਉਹ ਨਾਲ ਦੇ ਵਿੱਚ ਆਪਣੇ ਦੋਸਤਾਂ ਨਾਲ ਗੱਲਾਂ ਸ਼ੇਅਰ ਕਰ ਲੈਂਦੇ। ਦੂਜਾ ਸਵਾਲ ਤੈਨੂੰ ਇਹ ਹੈ ਕਿ ਤੂੰ ਆਰਟਸ ਲਈ ਹੈ, +1 2 ਦੇ ਵਿੱਚ ਆਮ ਤੌਰ ਤੇ ਆਰਟਸ ਉਹ ਬੱਚੇ ਲੈਂਦੇ ਨੇ ਜਿਨ੍ਹਾਂ ਨੂੰ ਹੋਰ ਕਿਤੇ ਐਡਮਿਸ਼ਨ ਨਹੀਂ ਮਿਲਦਾ, ਪਰ ਤੂੰ ਬਾਈ ਚੁਆਇਸ ਆਪਣਾ ਆਰਟਸ ਲਈ ਹੈ, ਤੈਨੂੰ ਇਹ ਕੀ ਸੋਚ ਕੇ ਆਰਟਸ ਲਈ ਹੈ? ਆਰਟਸ ਲਈ ਮਤਲਬ ਸਾਇੰਸ ਚ ਮੇਰਾ ਇੰਟਰਸਟ, ਸਾਇੰਸ ਅੱਛੀ ਹੈ ਸਾਇੰਸ ਚ, ਪਰ ਮੇਰਾ ਇੰਟਰਸਟ ਨਹੀਂ ਹੈਗਾ। ਮੈਥ ਅੱਛੀ ਆ, ਉਹ ਕਨਫਿਊਜ਼ਿੰਗ ਹੈ, ਮਤਲਬ ਨਹੀਂ ਹੁੰਦੀ। ਆਰਟਸ ਹੈ, ਆਰਟਿਸਟ ਬਣਨਾ ਹੈ ਤਾਂ ਫਿਰ ਆਰਟ ਹੀ ਚੂਜ਼ ਕਰ ਲਿਆ, ਆਰਟ ਹੀ ਕਰ ਲਿਆ। ਤੇ ਫ੍ਰੀ ਟਾਈਮ ਵੀ ਮਿਲਦਾ ਇਹ ਚ ਬਹੁਤ ਜ਼ਿਆਦਾ, ਤੇ ਕਾਮਨ ਸੈਂਸ ਦੀਆਂ ਗੱਲਾਂ ਹੁੰਦੀਆਂ ਨੇ ਸਾਰੀਆਂ, ਸਾਈਕੋਲੋਜੀ ਹੋ ਗਈ, ਸੋਸ਼ੋਲੋਜੀ ਹੋ ਗਈ, ਪੋਲੀਟੀਕਲ ਹੋ ਗਈ, ਸਾਰੀਆਂ ਦੇਖੀਆਂ ਹੁੰਦੀਆਂ ਨੇ ਗੱਲਾਂ, ਤੇ ਇੰਟਰਸਟ ਵੀ ਹੈਗਾ ਨੇ ਚੀਜ਼ਾਂ, ਤਾਂ ਕਰਕੇ। ਬਾਕੀ ਸਾਰੀਆਂ ਸਟਰੀਮਸ ਨੂੰ ਮਾੜੀ ਨਹੀਂ, ਬਹੁਤ ਅੱਛੀਆਂ ਸਟਰੀਮਸ ਨੇ ਤੇ ਬਹੁਤ, ਤਾਂ ਕਰਕੇ ਮੈਨੂੰ ਆਰਟਸ ਵਧੀਆ ਲੱਗਦਾ। ਆਰਟਸ ਅੱਜ ਕੀ ਸੁਣਾਵੇਂਗਾ ਸਾਨੂੰ? ਮੈਂ ਆਪਣੀ ਕਵਿਤਾ ਸੁਣਾਉਂਗਾ ਜੀ, ਖੁਦ ਨੂੰ। ਮੈਨੂੰ ਉਂਗਲਾਂ ਦੇ ਪੋਟੇ ਚੱਬਦੇ ਨੂੰ ਉਸ ਕਿਹਾ, ਲੱਗਦਾ ਰੁੱਝਿਆ ਹੈ ਆਪਣੇ ਜ਼ਿਹਨ, ਆਪਣੀ ਚੁੱਪ ਤੇ ਆਪਣੇ ਦਿਲ ਦੇ ਸੰਵਾਦ ਚ। ਮੈਂ ਕਿਹਾ ਹਾਂ, ਲੱਭ ਰਿਹਾ ਖੁਦ ਨੂੰ ਖੁਦ ਚੋਂ। ਵਾਹ, ਬਹੁਤ ਅੱਛੇ ਬੇਟਾ, ਕੀ ਬਾਤ ਹੈ। ਤੇ ਇੱਕ ਹਿੰਦੀ ਚ ਕਵਿਤਾ ਸੀ, ਵੀ ਪਹਿਲਾਂ 1-2 ਫੰਕਸ਼ਨ ਤੇ ਸੁਣਾਈ ਹੈ ਤੇ ਉਸ ਦੁਆਰੇ ਸੁਣਾऊंगा मैं जी। कैसे सुलझाएं ये छोटी छोटी गुलझने इस दिल की, किसी को बताते हैं तो उम्र पे इल्जाम लगा देते हो, महफिल में जाते हैं कि कुछ समझेंगे वो, पर कम वक्त आप तो तालियां बजा देते हो। ये हुनर तेरे पास ही है ए अपने, जो इस मासूम से दिल को पत्थर बना देते हो। बक 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 बस बोलते ही जाते हो, ये लेक्चरों से पका देते हो। कुछ सुनाना चाहे अगर हम दिल की, तू छोटा है ये कहकर दबा देते हो। खुलकर हंसने नहीं देते, खुलकर रोने नहीं देते, ये कहर कैसे कमा देते हो। ऐसा नहीं करना, वैसा नहीं करना, क्या क्या रटा देते हो। बंदिशों में कैद करके, बंदिशों में कैद करके फिर बच्चों को भगवान बता देते हो।
क्या बात है। हाँ हाँ, छोटे हैं, करते हैं छोटी छोटी गलतियां, कर लेंगे ठीक, पर आप क्या क्या सुना देते हो। कैसे सुलझाएं ये छोटी छोटी उलझने इस दिल की, किसी को बताते हैं तो उम्र पे इल्जाम लगा देते हो, महफिल में जाते हैं कि कुछ समझेंगे वो, पर कम वक्त आप तो तालियां बजा देते हो। थैंक यू। क्या बात है, बहुत क्या अच्छे बात है। बेटा। ਬੱਚਿਆਂ ਦੀ ਮਾਨਸਿਕਤਾ ਇਹੀ ਹੁੰਦੀ ਹੈ, ਬੱਚੇ ਕਿਵੇਂ ਮਹਿਸੂਸ ਕਰਦੇ ਨੇ ਸਾਡੇ ਬਾਰੇ। ਸ਼ਾਇਦ ਇਹਨਾਂ ਕਵਿਤਾਵਾਂ ਸੁਣਨ ਤੋਂ ਬਾਅਦ, ਇਹਨਾਂ ਬੱਚਿਆਂ ਦੀਆਂ ਰਚਨਾਵਾਂ ਸੁਣਨ ਤੋਂ ਬਾਅਦ ਅਸੀਂ ਆਪਣੇ ਆਪ ਨੂੰ ਥੋੜਾ ਜਿਹਾ ਚੇਂਜ ਕਰ ਸਕੀਏ। ਸਾਡੇ ਕੋਲੇ ਉਹ ਤਰੀਕਾ ਆ ਜੇ ਬੱਚਿਆਂ ਨੂੰ ਸਮਝਣ ਦਾ, ਜਿਸ ਕਿਸਮ ਦੇ ਉਲਾਂਭੇ ਬੱਚੇ ਸਾਨੂੰ ਦਿੰਦੇ ਨੇ, ਇਹ ਬੱਚਿਆਂ ਦਾ ਸੱਚ ਹੈ, ਜਿਹੜੇ ਸੱਚ ਨੂੰ ਅਸੀਂ ਸਮਝ ਨਹੀਂ ਸਕੇ। ਧੰਨਵਾਦ ਪ੍ਰਵਾਸ ਤੇਰਾ। ਆਪਾਂ ਮਿਲਦੇ ਹਾਂ ਹੁਣ ਸੀਰਤਪਾਲ। ਸੀਰਤਪਾਲ ਬੇਟੇ ਆ ਜਾਓ ਤੁਸੀਂ ਇਸ ਵਿੰਡੋ ਦੇ ਵਿੱਚ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਬੇਟੇ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੇਰਾ। ਸੀਰਤਪਾਲ ਬਹੁਤ ਮਲਟੀ ਟੈਲੈਂਟਡ ਬੱਚਾ ਸਾਡਾ। ਇਹਦੀਆਂ 4 ਕਿਤਾਬਾਂ ਆਈਆਂ ਨੇ। ਪਹਿਲੀ ਕਹਾਣੀਆਂ ਦੀ ਕਿਤਾਬ ਹੈ ਮੇਰਾ ਸੁਪਨਾ, ਫਿਰ ਕਹਾਣੀਆਂ ਦੀ ਕਿਤਾਬ ਹੈ ਮੋਰ ਦਾ ਖੰਭ, ਉਸ ਤੋਂ ਬਾਅਦ ਫਿਰ ਇੱਕ ਹੋਰ ਕਹਾਣੀਆਂ ਦੀ ਕਿਤਾਬ ਹੈ ਗੁਬਾਰੇ ਦੀ ਕਹਾਣੀ, ਫਿਰ ਇੱਕ ਸਫ਼ਰਨਾਮਾ ਹੈ ਕੁਦਰਤੀ ਗੋਦ ਵਿੱਚ। ਤੇ ਅੱਜ ਕੱਲ੍ਹ ਸੀਰਤ ਕਵਿਤਾਵਾਂ ਲਿਖਦੀ ਹੈ। ਸੀਰਤ, ਤੈਨੂੰ ਸਵਾਲ ਨੇ 2 ਮੇਰੇ। ਜਦੋਂ ਤੂੰ ਸਿਰਜਣਾ ਕਰਦੀ ਹੈ, ਲਿਖਦੀ ਹੈ, ਕੁਛ ਤੇਰੇ ਮਨ ਦੇ ਵਿੱਚ ਕੀ ਚੱਲਦਾ ਹੁੰਦਾ ਹੈ, ਤੇ ਤੂੰ ਸਿੱਧਾ ਹੀ ਲਿਖ ਲੈਣੀ ਹੈ ਜਾਂ ਲੱਗ ਜਾਂਦੀ ਅਸੀਂ ਤੇ ਅਸੀਂ ਕਰਦੀਆਂ ਬਹੁਤ ਸਾਰਿਆਂ ਦੀ? ਜੇ ਗੱਲ ਮੇਰੀ ਕਰੋ ਤਾਂ ਜਿਸ ਸਮੇਂ ਮੈਂ ਰਚਨਾ ਲਿਖਦੀ ਹਾਂ, ਮੇਰੀਆਂ ਰਚਨਾਵਾਂ ਅਕਸਰ ਮਤਲਬ ਜੋ ਆਪਣੇ ਆਲੇ ਦੁਆਲੇ ਘਟਨਾਵਾਂ ਹੁੰਦੀਆਂ ਨੇ ਉਹਨਾਂ ਦੇ ਸੰਬੰਧਿਤ ਹੁੰਦੀਆਂ ਨੇ ਤੇ ਮੇਰੇ ਦਿਮਾਗ ਵਿੱਚ ਉਹੀ ਚੱਲਦੀਆਂ ਰਹਿੰਦੀਆਂ ਨੇ। ਉਦਾਹਰਨ ਵਜੋਂ ਆਪਾਂ ਦੇਖ ਸਕਦੇ ਹਾਂ, ਜਦ ਆਪਣੀ ਵਰਕਸ਼ਾਪ ਹੋਈ ਸੀ ਮਾਨਸਾ, ਉਸ ਤੋਂ 1.5 ਕੁ ਮਹੀਨਾ ਪਹਿਲਾਂ ਮੈਂ ਗੁਆਂਢੀਆਂ ਦੇ ਦੇਖਿਆ ਤੇ ਉਧਰ ਖੁਸਰੇ ਜਾਂ ਆਪਾਂ ਕਹਿ ਲਓ ਕਿੰਨਰ ਉਹ ਨੱਚ ਰਹੇ ਸੀ ਤੇ ਮੈਨੂੰ ਬਹੁਤ ਸੋਹਣੇ ਲੱਗੇ ਤੇ ਮੈਂ ਉਹਨਾਂ ਨੂੰ ਕਿਹਾ ਕਿ ਵੀ ਤੁਸੀਂ ਕਿੰਨੇ ਸੋਹਣੇ ਹੋ, ਤੇ ਉਹਨਾਂ ਨੇ ਮੈਨੂੰ ਕਿਹਾ ਕਿ ਸੋਹਣੇ ਹੋ ਕੇ ਕੀ ਕਰਨਾ ਜਦ ਕਿਸਮਤ ਹੀ ਨਹੀਂ ਸੋਹਣੀ ਹੈਗੀ। ਤਾਂ ਉਹ ਚੀਜ਼ ਨਾ ਮੇਰੇ ਇੱਥੇ ਦਿਮਾਗ 'ਚ ਫਸ ਗਈ ਕਿ ਇਹਨਾਂ ਨੇ ਬਹੁਤ ਵੱਡੀ ਗੱਲ ਕਹਿਤੀ। ਤੇ ਉਹ ਚੀਜ਼ ਐਵੇਂ ਦੀਆਂ ਘਟਨਾਵਾਂ ਜਿਹੜੀਆਂ ਆਪਣੇ ਦਿਮਾਗ ਤੇ ਘਰ ਕਰਕੇ ਬਹਿ ਜਾਂਦੀਆਂ ਨੇ, ਫਿਰ ਉਹ ਆਪਣੇ ਸਾਰਾ ਸਮਾਂ ਹੀ ਆਪਣੇ ਦਿਮਾਗ ਵਿੱਚ ਚੱਲਦੀਆਂ ਰਹਿੰਦੀਆਂ ਨੇ, ਘਰ ਬਹਿ ਜਾਂਦੀਆਂ ਨੇ। ਤੇ ਜਦ ਆਪਾਂ ਕਲਮ ਚੱਕਦੇ ਹਾਂ ਤਾਂ ਆਪਣੇ ਆਪ ਹੀ ਲਿਖੀਆਂ ਜਾਂਦੀਆਂ ਨੇ। ਤੇ ਬਸ ਮੈਨੂੰ ਤੇ ਬਸ ਆਹੀ ਗੱਲਾਂ ਦਿਮਾਗ 'ਚ ਚੱਲਦੀਆਂ ਨੇ ਤੇ ਬਸ ਪੈਨ ਫੜਨ ਦੀ ਦੇਰੀ ਹੁੰਦੀ ਹੈ ਕਿ ਉਹ ਆਪਣੀ ਰਚਨਾ ਵਿੱਚ ਬਦਲ ਜਾਂਦੀ ਹੈ। ਕੀ ਬਾਤ ਹੈ। ਸਿਰ ਦੂਜਾ ਸਵਾਲ ਪੁੱਤ ਤੈਨੂੰ ਇਹ ਹੈ, ਜਦੋਂ ਤੂੰ ਹੁਣ ਆਪਣੀਆਂ ਉਹ 7ਵੀਂ ਵਾਲੀ ਰਚਨਾ ਪੜ੍ਹਦੀ ਹੈ, ਕਿਤਾਬ ਕਦੇ ਪੜ੍ਹੀ ਹੋਵੇ, ਤਾਂ ਤੈਨੂੰ ਲੱਗਦਾ ਹੈ ਕਿ ਕੁਝ ਹੁਣ ਉਹ 'ਚ ਬਦਲਣ ਵਾਲਾ ਹੈ, ਜਾਂ ਮੈਂ ਉਦੋਂ ਬਹੁਤ ਛੋਟੀ ਬੱਚੀ ਸੀ, ਉਦੋਂ ਮੈਂ ਹੋਰ ਤਰ੍ਹਾਂ ਮਹਿਸੂਸ ਕਰਦੀ ਸੀ ਤੇ ਹੁਣ ਤੂੰ ਹੋਰ ਤਰ੍ਹਾਂ ਮਹਿਸੂਸ ਕਰਨ ਲੱਗੀ? ਨਹੀਂ, ਇਹੋ ਜਿਹਾ ਤਾਂ ਕੁਛ ਨਹੀਂ ਹੈ। ਮਹਿਸੂਸ ਤਾਂ ਓਦਾਂ ਹੀ ਹੁੰਦਾ ਹੈ, ਮੈਂ ਹਜੇ ਵੀ ਜਵਾਕ ਆ ਤੇ ਜੇ 12ਵੀਂ 'ਚ ਹੋ ਗਈ ਤਾਂ ਮਤਲਬ ਇਹ ਤਾਂ ਨਹੀਂ ਕਿ ਮੈਂ ਜਵਾਕ ਨਹੀਂ ਰਹੀ। ਮਹਿਸੂਸ ਤੇ ਫੀਲਿੰਗਸ ਤਾਂ ਉਹੀ ਰਹਿੰਦੀਆਂ ਨੇ। ਹਾਂ, ਬਹੁਤ ਵਧੀਆ। ਤੇ ਕਹਾਣੀ ਲਿਖਦੇ ਲਿਖਦੇ ਬੇਟੇ ਅਚਾਨਕ ਕਵਿਤਾ ਕਿਵੇਂ ਲਿਖਣਾ ਸ਼ੁਰੂ ਕਰਤਾ? ਤੁਹਾਨੂੰ ਲੱਗਦਾ ਕਿ ਕਹਾਣੀ ਹੁਣ ਠੀਕ ਨਹੀਂ ਰਹੀ? ਨਹੀਂ, ਅਸਲ ਵਿੱਚ ਪਤਾ ਕੀ ਹੈ ਸਰ, ਮੇਰੀ ਸ਼ੁਰੂਆਤ ਹੀ ਲਿਖਣ ਦੀ ਕਵਿਤਾ ਤੋਂ ਹੋਈ ਸੀ। ਮੈਂ UKG 'ਚ ਹੁੰਦੀ ਸੀ ਤੇ ਮੈਂ ਉਦੋਂ ਤੋਂ ਕਵਿਤਾ ਹੀ ਲਿਖਣੀ ਸ਼ੁਰੂ ਕੀਤੀ ਸੀ ਤੇ ਮੈਂ ਉਦੋਂ 3-4 ਲਾਈਨਾਂ ਦੀਆਂ ਕਵਿਤਾਵਾਂ ਲਿਖਦੀ ਹੁੰਦੀ ਸੀ। ਤੇ ਕੀ ਕਹਿੰਦੇ, ਉਸ ਤੋਂ ਬਾਅਦ ਮੈਂ ਕਹਾਣੀ ਲਿਖਣੀ ਸ਼ੁਰੂ ਕਰਤੀ। ਤੇ ਇਹ ਗੱਲ ਨਹੀਂ ਹੈ ਕਿ ਮੈਂ ਕਹਾਣੀ ਤੋਂ ਟੁੱਟ ਕੇ ਕਵਿਤਾ ਲਿਖਣੀ ਸ਼ੁਰੂ ਕੀਤੀ ਜਾਂ ਕੁਝ ਹੋਰ। ਬਸ ਜਿਵੇਂ ਮੈਂ ਕਹਿ ਲਓ ਕਿ ਹੁੰਦਾ ਨੀ ਪ੍ਰਭਾਵ, ਜਾਂ ਜਿਵੇਂ ਮੰਮੀ ਪਾਪਾ ਦੀ ਕਵਿਤਾ ਕਦੇ ਸੁਣੀ ਦੀ ਆ, ਜਾਂ ਫਿਰ ਪਰਵਾਜ਼ ਹੋਣਾ ਦੀ, ਸਨੋ ਦੀ, ਦੋਸਤਾਂ ਦੀ ਸੁਣ ਕੇ ਉਹ ਆਪਣੇ ਆਪ ਹੀ ਮਤਲਬ ਲਿਖੀ ਜਾਂਦੀ ਆ। ਕਦੇ ਮਿਥਿਆ ਨਹੀਂ ਹੈਗਾ ਕਿ ਕਵਿਤਾ ਲਿਖਣੀ ਆ, ਕਹਾਣੀ ਛੱਡੋ ਜਾਂ ਹੁਣ ਕਹਾਣੀ ਲਿਖਦੇ ਆ, ਉਹ ਆਪਣੇ ਆਪ ਹੀ ਆ ਗਿਆ। ਨਾਲੇ ਕਵਿਤਾ ਕਹਾਣੀ ਛੱਡੀ ਨਹੀਂ, ਕਹਾਣੀ ਹੁਣ ਵੀ ਲਿਖਦੀ ਆ ਮੈਂ। ਬਸ ਹੁਣ ਦੋਨੋਂ ਚੀਜ਼ਾਂ ਸਾਈਮਲਟੇਨੀਅਸਲੀ ਚੱਲਦੀਆਂ। ਬਹੁਤ ਵਧੀਆ, ਬਹੁਤ ਵਧੀਆ। ਬੇਟੇ ਸੀਰਤ, ਅੱਜ ਸਾਨੂੰ ਕੀ ਸੁਣਾਵੇਂਗੀ? ਮੈਂ ਅੱਜ ਤੁਹਾਨੂੰ ਆਪਣੀ ਕਵਿਤਾ ਸੁਣਾਵਾਂਗੀ ਜਿਸ ਦਾ ਨਾਮ ਹੈ ਮੇਰੀ ਦੁਨੀਆ। ਜੀ ਸਰ, ਥੋੜੀ ਜਿਹੀ ਡਿਸਟਰਬੈਂਸ ਹੋ ਰਹੀ ਸੀ। ਇਹ ਡਿਸਟਰਬੈਂਸ ਤੇਰੇ ਡੈਡੀ ਦੇ ਫੋਨ ਤੋਂ ਹੋ ਰਹੀ ਹੈ, ਹੁਣ ਉਹਨੂੰ ਮਿਊਟ ਵੀ ਨਹੀਂ ਕਰ ਸਕਦੇ ਹੈਗੇ। ਸੁਣਾਓ ਸੁਣਾਓ ਸੁਣਾਓ। ਹਾਂਜੀ, ਮੇਰੀ ਕਵਿਤਾ ਦਾ ਨਾਮ ਹੈ ਮੇਰੀ ਦੁਨੀਆ। ਜੀ। ਚੌਂਤਰਾ ਮੇਰਾ ਸ਼ਹਿਰ ਤੇ ਚੁੱਲਾ ਮੇਰਾ ਪਿੰਡ, ਛੱਟੀਆਂ ਮੇਰੀਆਂ ਸਹੇਲੀਆਂ ਤੇ ਭਾਂਡਿਆਂ ਦਾ ਟੋਕਰਾ ਹੈ ਮੇਰਾ ਘਰ। ਮੈਂ ਰੋਜ਼ ਜਾਂਦੀ ਹਾਂ ਘੁੰਮਣ, ਚਲਾਉਂਦੀ ਹਾਂ ਕਾਤਰੀ ਸਰਫ ਨਾਲ ਭਰੀ ਨਦੀ ਵਿੱਚ। ਮੈਂ ਰੋਜ਼ ਕਰਦੀ ਹਾਂ ਗੱਲਾਂ, ਹਲਕਾ ਕਰਦੀ ਹਾਂ ਆਪਣਾ ਮਨ, ਬੌਕਰ ਨਾਲ ਗੱਲਾਂ ਮਾਰ। ਮੇਰੇ ਹੱਥਾਂ ਨਾਲ ਪਿਆਰ ਹੈ ਉਸ ਪੋਚੇ ਵਾਲੇ ਕੱਪੜੇ ਨੂੰ। ਰੋਜ਼ ਮੇਰਾ ਮੱਥਾ ਚੁੰਮਦਾ ਹੈ ਮੇਰਾ ਘੁੰਡ,
ਹਾਂ ਸੱਚ, ਬਾਗਲ ਹੀ ਤਾਂ ਹੈ ਮੇਰਾ ਫਾਰਮ ਹਾਊਸ। ਮੱਝਾਂ ਤੇ ਗਾਵਾਂ ਹੀ ਤਾਂ ਕਰਦੀਆਂ ਨੇ ਮੇਰੀ ਫਿਕਰ, ਤੇ ਬਸ ਇੰਨੀ ਕੁ ਹੈ ਮੇਰੀ ਦੁਨੀਆ। बहुत बहुत कमाल, बहुत कमाल, अच्छी है बेटा, शाबाश शाबाश बहुत शाबाश, अच्छा। ਬਹੁਤ ਵਧੀਆ। ਕਮਾਲ ਹੈ, ਬੱਚਾ ਕਿਵੇਂ ਔਰਤ ਮਾਨਸਿਕਤਾ ਨੂੰ ਮਹਿਸੂਸ ਕਰਦਾ ਹੈ ਆਪਣੇ ਘਰ ਦੇ ਵਿੱਚ ਰਹਿੰਦਿਆਂ, ਆਪਣੇ ਆਲੇ ਦੁਆਲੇ ਚ ਵਿਚਰਦਿਆਂ। ਔਰਤ ਦੀ ਜ਼ਿੰਦਗੀ ਦੇ ਇਹ ਪੱਖ ਸ਼ਾਇਦ ਇੰਨੀ ਮਾਸੂਮ ਭਾਸ਼ਾ ਦੇ ਵਿੱਚ ਸਾਡੀ ਕਵਿਤਾ 'ਚ ਨਹੀਂ ਆਉਂਦੇ ਹੈਗੇ ਜਿੰਨੀ ਖੂਬਸੂਰਤੀ ਨਾਲ ਇਸ ਬੱਚੀ ਦੀ ਕਵਿਤਾ ਦੇ ਵਿੱਚ ਆਏ ਨੇ। ਸੋ ਤੈਨੂੰ ਬਹੁਤ ਬਹੁਤ ਮੁਬਾਰਕਾਂ ਸੀਰਤ, ਸ਼ਾਬਾਸ਼, ਗੁੱਡ। ਧੰਨਵਾਦ ਸਰ। ਇਸ ਤੋਂ ਬਾਅਦ ਆਪਾਂ ਨੰਨੇ ਸਟਾਰ ਨੂੰ ਮਿਲਦੇ ਹਾਂ। ਸਾਡੀ ਅੱਜ ਦੀ ਮਹਿਫਲ ਦੇ ਵਿੱਚ ਸਭ ਤੋਂ ਛੋਟਾ ਆਰਟਿਸਟ ਹੈ ਸਾਡਾ ਆਰੀਅਨ, ਦਾਣਾ ਮੰਡੀ ਸਕੂਲ ਤੋਂ ਹੈ ਪਟਿਆਲਾ ਦੇ ਵਿੱਚ। ਆਰੀਅਨ ਬੇਟੇ ਆਜੋ ਤੁਸੀਂ ਮੇਰੇ ਸਾਹਮਣੇ। ਆਰੀਅਨ, ਆਰੀਅਨ ਆਰੀਅਨ ਕਿੱਥੇ ਹੈ? आ गया आ गया। ਬੋਲੋ ਪੁੱਤ, ਸ਼ਾਬਾਸ਼, ਇੱਕ ਵਾਰੀ ਬੋਲੋ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾ ਦਿਓ। ਹਾਂ, ਸਤਿ ਸ਼੍ਰੀ ਅਕਾਲ ਪੁੱਤ, ਸਤਿ ਸ਼੍ਰੀ ਅਕਾਲ। ਤੇਰੀ ਫੋਟੋ ਨਹੀਂ ਆ ਰਹੀ, ਮੈਂ ਤੇਰੀ ਫੋਟੋ ਲੱਭਦਾ ਕਿੱਥੇ ਜੇ ਪਹਿਲਾਂ ਤਾਂ ਤੈਨੂੰ। ਹਾਂ, ਇੱਕ ਮਿੰਟ ਪੁੱਤ, ਇੱਕ ਮਿੰਟ, ਮੈਂ ਤੇਰੀ ਫੋਟੋ ਪਹਿਲਾਂ ਦਿਖਾਦਾ ਸਾਰਿਆਂ ਨੂੰ। ਪਹਿਲਾਂ ਵੀ ਤੇਰੀ ਫੋਟੋ ਨਹੀਂ ਆਈ ਸੀ। ਮੈਨੂੰ ਲੱਭ ਗਿਆ। ਮੈਂ ਹੁਣ ਤੇਰੀ ਫੋਟੋ ਸਪੌਟਲਾਈਟ ਤੇ ਲੈ ਕੇ ਆਉਣਾ। ਲਓ, ਇਹ ਹੈ ਸਾਡਾ ਨਵਾਂ ਸਟਾਰ ਆਰੀਅਨ। ਆਰੀਅਨ ਬੇਟੇ ਤੇਰਾ ਬਹੁਤ ਬਹੁਤ ਸਵਾਗਤ ਹੈ। ਆਰੀਅਨ ਛੋਟੀਆਂ ਛੋਟੀਆਂ ਕਵਿਤਾਵਾਂ ਲਿਖਦਾ ਹੈ, ਆਪ ਫੁੱਲਾਂ ਵਰਗਾ ਬੱਚਾ ਹੈ ਤੇ ਫੁੱਲਾਂ ਦੀ ਕਿਆਰੀ ਨਾਂ ਦੀ ਕਿਤਾਬ ਦੇ ਵਿੱਚ ਇਹਦੀਆਂ ਕਵਿਤਾਵਾਂ ਆਈਆਂ ਨੇ। ਪੁੱਤ ਤੇਰੀ ਕਿਹੜੀ ਕਲਾਸ ਹੈ ਆਰੀਅਨ? 7th ਕਲਾਸ। ਦੇਖੋ ਕਿੰਨੀ ਕਮਾਲ ਦੀ ਗੱਲ ਹੈ ਕਿ 7th ਵਾਲਾ ਬੱਚਾ ਇੱਕ ਸਿਰਜਣਾ ਦੇ ਪੱਧਰ ਤੇ ਕਿਵੇਂ ਸੋਚਦਾ ਹੈ। ਪੁੱਤ ਨੂੰ 2 ਸਵਾਲ ਨੇ ਛੋਟੇ ਛੋਟੇ। ਪਹਿਲਾ ਸਵਾਲ ਦੱਸ ਕੇ ਵੱਡਾ ਹੋ ਕੇ ਵੀ ਲੇਖ ਕੇ ਬਣਨਾ ਤਾਂ ਕੁਝ ਹੋਰ ਬਣਨਾ ਚਾਹੁੰਦਾ ਹੈ? ਮੈਂ ਪਹਿਲਾਂ ਸੋਚਦਾ ਸੀ ਬਈ ਪੁਲਿਸ ਬਣਾ, ਤੀਜੀ ਜੀ ਹੁੰਦਾ ਸੀ ਜੀ ਮੈਂ ਛੋਟਾ ਹੋ ਕੇ ਸੋਚਦਾ ਸੀ ਮੈਂ ਪੁਲਿਸ ਬਣਾ। ਬਈ ਰਸਤੇ 'ਚ ਕਿਧਰੇ ਵੀ ਜਾਓ ਤੇ ਰੋਕ ਲਓ, ਜੇ ਪੈਸੇ ਨਾ ਹੋਣ ਤਾਂ ਦੂਜੇ ਬੰਦੇ ਤੋਂ ਲਓ, ਨਾ ਕੋਈ ਮਨਾ ਕਰਦਾ ਸੀ। ਤੇ ਜੀ ਹੁਣ ਜਦੋਂ ਬੜਾ ਹੋਇਆ ਫਿਰ ਜੀ ਕ੍ਰਿਕਟ ਖੇਡਣ ਦਾ ਮਨ ਕਰਦਾ ਜੀ। ਮੈਂ ਵੱਡਾ ਹੋ ਕੇ ਹੁਣ ਕ੍ਰਿਕਟ ਦਾ ਖਿਡਾਰੀ ਬਣਾਂਗਾ। ਓਕੇ, ਮਤਲਬ ਲੇਖ ਤਾਂ ਬਣੇਗਾ ਹੀ, ਨਾਲ ਕ੍ਰਿਕਟ ਦਾ ਖਿਡਾਰੀ ਬਣੇਗਾ ਕਿ ਲੇਖ ਹੋਣਾ ਛੱਡ ਦੇਗਾ? ਨਾ ਜੀ, ਦੋਨੋਂ ਕੰਮ ਕਰਾਂਗਾ ਜੀ। ਦੋਨੋਂ ਕੰਮ ਕਰੇਗਾ। ਦੇਖੋ ਸਾਡੇ ਬੱਚੇ ਪ੍ਰਧਾਨ ਮੰਤਰੀ ਬਣਨਾ ਚਾਹੁੰਦੇ ਨੇ ਤੇ ਕ੍ਰਿਕਟ ਸਟਾਰ ਹੀ ਬਣਨਾ ਚਾਹੁੰਦੇ ਨੇ ਲੇਖ ਦੇ ਨਾਲ, ਸ਼ਾਬਾਸ਼। ਦੂਜਾ ਸਵਾਲ ਪੁੱਤ ਇਹ ਹੈ ਕਿ ਤੈਨੂੰ ਕਈ ਅਧਿਆਪਕਾਂ ਨੇ ਪੜ੍ਹਾਇਆ ਹੋਣਾ, ਤੈਨੂੰ ਅਧਿਆਪਕਾਂ ਦੇ ਵਿੱਚ ਕਿਹੜੀ ਚੀਜ਼ ਵਧੀਆ ਲੱਗਦੀ ਹੈ ਤੇ ਕਿਹੜੀ ਚੀਜ਼ ਵਧੀਆ ਨਹੀਂ ਲੱਗਦੀ ਹੈ? ਤੇ ਕਈ ਅਧਿਆਪਕ ਸੁਣ ਰਹੇ ਨੇ, ਡਰੀ ਨਾ, ਕੋਈ ਨੀ, ਕੁਛ ਮਰਜ਼ੀ ਕਹਿ ਦੀ, ਠੀਕ ਹੈ? ਕਿਹੜੀ ਚੀਜ਼ ਵਧੀਆ ਲੱਗਦੀ ਹੈ? ਜੀ ਪਹਿਲੇ ਤਾਂ ਜੀ ਮੇਰੇ ਸਤਪਾਲ ਸਰ ਜੀ ਨੇ ਜੀ ਮੈਨੂੰ ਦੂਜੀ ਤੋਂ ਹੀ ਸਾਂਭਿਆ ਹੋਇਆ ਸੀ ਜੀ ਉਹਨਾਂ ਨੇ। ਜੀ ਮੈਂ ਜੀ ਜਦੋਂ ਵੀ ਸਕੂਲ ਜਾਂਦਾ ਸੀ ਉਹ ਮੈਨੂੰ ਕਹਿੰਦੇ ਸੀ ਆਰੀਅਨ ਚੱਲ ਤੂੰ ਕਵਿਤਾ ਬਣਾ। ਤੇ ਜੀ ਮੇਰਾ ਕਵਿਤਾ ਕੋਲ ਜੀ ਮਨ ਨਹੀਂ ਲੱਗਦਾ ਸੀ। ਇੱਕ ਦਿਨ ਜੀ ਜਦ ਸਰ ਜੀ ਨੇ ਬਣਾ ਕੇ ਮੈਨੂੰ ਦਿਖਾਈ, ਮੈਂ ਜੀ ਛੋਟੇ ਛੋਟੇ ਸ਼ਬਦਾਂ ਨੂੰ ਜੋੜਦਾ ਸੀਗਾ, ਮੇਰੀ ਕਵਿਤਾ ਬਣਦੀ ਨਹੀਂ ਸੀ। ਮੈਂ ਜੀ ਗੁੱਸਾ ਹੋ ਜਾਂਦਾ ਸੀ। ਫਿਰ ਜੀ ਮੇਰੀ ਗਲਤੀਆਂ ਨੂੰ ਸਰ ਜੀ ਕੱਢਦੇ ਸੀ। ਤੇ ਜੀ ਸਰ ਜੀ ਦੀ ਗੱਲ ਇਹ ਮੈਨੂੰ ਚੰਗੀ ਲੱਗਦੀ ਵੀ ਉਹ ਰੋਜ਼ ਹੀ ਇਹੀ ਕਹਿੰਦੇ ਨੇ, ਹਲੇ ਵੀ ਕਹਿੰਦੇ ਨੇ ਕਿ ਝੂਠ ਨਾ ਬੋਲੋ, ਚੋਰੀ ਨਹੀਂ ਕਰਨੀ ਤੇ ਨਕਲ ਨਹੀਂ ਮਾਰਨੀ। ਇਹ 3 ਚੀਜ਼ਾਂ ਹੁਣ ਹਮੇਸ਼ਾ ਯਾਦ ਕਰਾਉਂਦੇ ਨੇ ਜੀ। ਜਿਹੜਾ ਮਰਜ਼ੀ ਸਟੂਡੈਂਟ ਹੋਵੇ ਉਹਨੂੰ ਸਾਰਾ ਯਾਦ ਹੁੰਦਾ ਹੈ। ਤੇ ਬੁਰੀ ਕਿਹੜੀ ਗੱਲ ਲੱਗਦੀ ਹੈ? ਇਹ ਬੁਰੀ ਗੱਲ ਤਾਂ ਉਹਨਾਂ ਦੀ ਕੋਈ ਵੀ ਨਹੀਂ ਲੱਗਦੀ। ਕਿਸੇ ਹੋਰ ਟੀਚਰ ਦੀ? ਹੋਰ ਕੋਈ ਟੀਚਰ ਦੀ ਕੋਈ ਬੁਰੀ ਗੱਲ 'ਚ ਵੀ ਵਧੀਆ ਹੀ ਗੱਲ ਹੁੰਦੀ ਹੈ। ਵੈਰੀ ਗੁੱਡ, ਕੀ ਬਾਤ ਹੈ। ਇਹਦੇ ਅਧਿਆਪਕ ਨੇ ਸਤਪਾਲ ਭਿੱਖੀ, ਉਹਨਾਂ ਦਾ ਸਟੂਡੈਂਟ ਹੈ ਇਹ ਦਾਣਾ ਮੰਡੀ ਸਕੂਲ ਦੇ ਵਿੱਚੋਂ। ਪਤਾ ਨਹੀਂ ਸਤਪਾਲ ਭਿੱਖੀ ਹੁਣ ਰੱਟਾ ਲਵਾ ਕੇ ਲਿਆਇਆ ਕਿ ਟੀਚਰਾਂ ਦੀ ਬੁਰੀ ਗੱਲ ਨਹੀਂ ਦੱਸਣੀ। ਪਤਾ ਨਹੀਂ ਆਰੀਅਨ ਨੂੰ ਸੱਚਮੁੱਚ ਹੀ ਕੋਈ ਬੁਰੀ ਗੱਲ ਨਹੀਂ ਦਿਖਾਈ ਦਿੰਦੀ। ਬਹੁਤ ਵਧੀਆ ਹੈ, ਸੱਚਮੁੱਚ ਸਾਰੇ ਅਧਿਆਪਕ ਪੁੱਤ ਇਹੋ ਜਿਹੇ ਹੋਣੇ ਚਾਹੀਦੇ ਨੇ ਜਿਹੋ ਜਿਹਾ ਤੂੰ ਸੋਚਦਾ ਕਿ ਉਹਨਾਂ 'ਚ ਕੋਈ ਬੁਰੀ ਗੱਲ ਨਾ ਹੋਵੇ। ਬਹੁਤ ਵਧੀਆ, ਸ਼ਾਬਾਸ਼। ਵੈਰੀ ਕਿਊਟ। ਅੱਜ ਕੀ ਸੁਣਾਵੇਂਗਾ ਪੁੱਤ ਆਰੀਅਨ ਤੂੰ ਸਾਨੂੰ? ਜੀ ਮੈਂ ਤਿਤਲੀ ਬਾਰੇ ਕਵਿਤਾ ਸੁਣਾਉਣਾ ਚਾਹੁੰਦਾ। ਕੀ ਬਾਤ ਹੈ, ਸੁਣਾਓ। ਤਿਤਲੀ ਆਉਂਦੀ, ਤਿਤਲੀ ਆਉਂਦੀ, ਤਿਤਲੀ ਆਉਂਦੀ, ਉੱਡਦੀ ਉੱਡਦੀ ਤਿਤਲੀ ਆਉਂਦੀ, ਤਿਤਲੀ ਆਉਂਦੀ, ਤਿਤਲੀ ਆਉਂਦੀ, ਉੱਡਦੀ ਉੱਡਦੀ ਤਿਤਲੀ ਆਉਂਦੀ, ਆਪਣੇ ਖੰਭਾਂ ਨਾਲ ਇਉਂ ਲਲਚਾਉਂਦੀ, ਜਿਵੇਂ ਬੱਦਲਾਂ ਵਿੱਚ ਬਾਰਿਸ਼ ਬਰਸਾਉਂਦੀ। ਉਹਦੇ ਖੰਭ ਨੇ ਐਨੇ ਸੋਹਣੇ ਲੱਗਦੇ ਨੇ, ਜਦ ਉਹ ਉੱਡਦੀ ਉੱਡਦੀ ਬਾਗਾਂ ਵਿੱਚ ਆਉਂਦੀ ਹੈ। ਤਿਤਲੀ ਆਉਂਦੀ, ਤਿਤਲੀ ਆਉਂਦੀ, ਉੱਡਦੀ ਉੱਡਦੀ ਤਿਤਲੀ ਆਉਂਦੀ,
ਬੜੀ ਸੋਹਣੀ ਹੈ ਤਿਤਲੀ ਲੱਗਦੀ ਬਹੁਤ ਖੂਬਸੂਰਤ ਪੰਖ ਹੁੰਦੇ ਨੇ ਬਹੁਤ ਵਧੀਆ ਪੁੱਤ, ਸ਼ਾਬਾਸ਼। ਤਿਤਲੀ ਆਉਂਦੀ ਕੀ ਬਾਤ ਹੈ। ਧੰਨਵਾਦ ਤੇਰਾ ਬਹੁਤ ਬਹੁਤ ਆਰੀਅਨ। ਇਸ ਤਰ੍ਹਾਂ ਤਿਤਲੀਆਂ, ਭੌਰਿਆਂ, ਫੁੱਲਾਂ ਦੀਆਂ ਕਵਿਤਾਵਾਂ ਲਿਖਿਆ ਕਰ ਤੇ ਤੇਰੇ ਅਹਿਸਾਸ ਬਹੁਤ ਸੋਹਣੇ ਨੇ ਜਿਹੜੇ ਤੂੰ ਆਪਣੇ ਵਿਚਾਰ ਦੱਸੇ, ਇਹ ਵੀ ਬਹੁਤ ਖੂਬਸੂਰਤ ਨੇ। ਬਹੁਤ ਬਹੁਤ ਧੰਨਵਾਦ ਤੇਰਾ, ਸ਼ਾਬਾਸ਼, ਗੁੱਡ। ਥੈਂਕ ਯੂ ਸਰ। ਇਸ ਤੋਂ ਬਾਅਦ ਆਪਾਂ ਮਿਲਦੇ ਹਾਂ ਸਨੋਹ ਸਾਦਗੀ ਨੂੰ। ਸਨੋਹ ਸਾਦਗੀ ਤੁਸੀਂ ਆ ਜਾਓ ਪੁੱਤ ਵਿੰਡੋ 'ਚ। ਸਨੋਹ ਸਾਦਗੀ, ਸਨੋਹ ਸਾਦਗੀ ਕਿੱਥੇ ਹੋ? ਇੱਕ ਮਿੰਟ, ਲਓ ਜੀ, ਸਨੋਹ ਸਾਦਗੀ ਦੇ ਦਰਸ਼ਨ ਕਰੋ ਪਹਿਲਾਂ ਤਾਂ ਸਾਡੀ ਪਿਆਰੀ ਬੱਚੀ ਸਨੋਹ ਸਾਦਗੀ। ਪੁੱਤਰਾ ਸਵਾਗਤ ਹੈ ਬਹੁਤ ਬਹੁਤ। ਸਨੋਹ ਸਾਦਗੀ ਦੇ ਬਾਪੂ ਵੀ ਸਾਡੇ ਨਾਲ ਨੇ, ਸਾਡੇ ਬਹੁਤ ਅੱਛੇ ਪੋਇਟ ਗੁਰਪ੍ਰੀਤ, ਉਹਨਾਂ ਦਾ ਵੀ ਬਹੁਤ ਬਹੁਤ ਸਵਾਗਤ ਹੈ। ਤੇ ਗੁਰਪ੍ਰੀਤ ਹੋਰਾਂ ਨੂੰ ਵੀ ਅਸੀਂ ਕਦੇ ਬਾਅਦ ਦੇ ਵਿੱਚ ਸਮਾਗਮ ਤੋਂ ਲੈਣਾ, ਪਰ ਇਹਨਾਂ ਦੀ ਬੱਚੀ ਇਹਨਾਂ ਤੋਂ ਪਹਿਲਾਂ ਆ ਗਈ, ਇਸ ਲਈ ਸਨੋਹ ਨੂੰ ਬਹੁਤ ਬਹੁਤ ਵਧਾਈਆਂ ਪਹਿਲਾਂ ਤਾਂ। ਸਨੋਹ ਪੁੱਤ, ਤੇਰੀ ਇੱਕ ਕਿਤਾਬ ਹੈ ਬਚਪਨ ਦੀ ਨਦੀ, ਹੈ ਨਾ, ਉਹਦੇ ਬਾਰੇ ਵੀ ਗੱਲ ਕਰਦੇ ਆ। ਪਹਿਲਾ ਸਵਾਲ ਤੈਨੂੰ ਇਹ ਹੈ ਕਿ ਤੇਰਾ ਨਾਮ ਬਹੁਤ ਖੂਬਸੂਰਤ ਹੈ, ਸਨੋਹ ਸਾਦਗੀ। ਇਹਦਾ ਅਰਥ ਦੱਸ ਸਾਨੂੰ, ਕੀ ਹੈ, ਕੀ ਇਹਦਾ ਮਤਲਬ ਹੈ? ਸਨੋ ਸਾਦਗੀ ਅਸਲ ਦੇ ਵਿੱਚ ਸਨੋ ਇੱਕ ਨੋਵਲ ਸੀਗਾ ਜੀ, ਤੇ ਉਹਦੇ ਵਿੱਚ ਸਨੋ ਨੂੰ ਐਵੇਂ ਦਰਸਾਇਆ ਹੋਇਆ ਸੀ ਵੀ ਇਹ ਬੱਦਲਾਂ ਚੋਂ ਆਉਂਦੀ, ਬੱਦਲਾਂ ਚੋਂ ਸਨੋ ਦੇ ਰੂਪ ਵਿੱਚ ਆਉਂਦੀ ਇੱਕ ਕਵਿਤਾ ਹੈਗੀ ਜੀ। ਤੇ ਇੱਕ ਸ਼ੇਖਰ ਅੰਕਲ ਨੇ ਸ਼ਾਇਦ ਉਹਨਾਂ ਨੇ ਡੈਡ ਨੂੰ ਭੇਜੀ ਸੀਗੀ ਇਹ ਨੋਵਲ, ਤੇ ਉਹਨਾਂ ਨੇ ਫਿਰ ਮੇਰਾ ਨਾਮ ਸਨੋ ਰੱਖਤਾ। ਤੇ 3rd ਕਲਾਸ ਦੇ ਵਿੱਚ ਸੀ ਜਦ ਮੈਂ, ਤਾਂ ਉਹਨਾਂ ਨੇ ਮੇਰੇ ਪਿੱਛੇ ਸਾਦਗੀ ਜੋੜਤਾ ਕਿਉਂਕਿ ਸਨੋ ਬਹੁਤ ਛੋਟਾ ਲੱਗਦਾ ਸੀ। ਜੀ ਜੀ, ਕੀ ਬਾਤ ਹੈ, ਕੀ ਬਾਤ ਹੈ। ਸਨੋ ਦੇ ਨਾਲ ਸਾਦਗੀ ਜੁੜ ਗਿਆ, ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਹੋਰ ਵੀ ਜੁੜ ਸਕਦਾ ਇਹਦੇ ਨਾਲ। ਨਹੀਂ। ਅੱਛਾ, ਇਹ ਦੱਸ, ਤੇਰੇ ਨਾਂ 'ਚ ਤੇਰੇ ਨਾਂ ਵਰਗਾ ਕੁਝ ਹੈਗਾ ਹੈ ਜੋ ਅਸੀਂ ਨਾ ਰੱਖਿਆ ਇਧਰ ਹੈ? ਹਾਂ, ਮੈਨੂੰ ਲੱਗਦਾ ਕਿਉਂਕਿ ਉਹ ਨੋਵਲ ਦੇ ਵਿੱਚ ਹਾਈਕੂ ਦੀ ਗੱਲ ਵੀ ਹੁੰਦੀ ਹੈ, ਕਿਉਂਕਿ ਜਾਪਾਨੀ ਨੋਵਲ ਹੈ, ਤਾਂ ਮੈਂ ਵੀ ਹਾਈਕੂ ਲਿਖਦੀ ਹਾਂ, ਮੈਂ ਵੀ ਕਵਿਤਾ ਲਿਖਦੀ ਹਾਂ, ਤੇ ਤਾਂ ਕਰਕੇ ਮੈਨੂੰ ਲੱਗਦਾ ਮੇਰੇ ਨਾਮ 'ਚ ਹੈਗਾ। ਕੀ ਬਾਤ, ਵੈਰੀ ਨਾਈਸ ਆਨਸਰ, ਬਹੁਤ ਵਧੀਆ। ਤੇ ਬਚਪਨ ਦੀ ਨਦੀ ਪੁੱਤਰੀ ਕਿਤਾਬ ਹੈ, ਪਹਿਲੀ ਕਿਤਾਬ, ਤੇ ਤੂੰ ਮੈਨੂੰ ਇਹ ਦੱਸ ਵੀ ਤੈਨੂੰ ਬਚਪਨ ਨਦੀ ਵਰਗਾ ਹੀ ਕਿਉਂ ਲੱਗਿਆ? ਬਚਪਨ ਬਹਿੰਦਾ ਤੁਰਦਾ ਜਾਂਦਾ ਨਦੀ ਵਾਂਗ ਹੀ, ਵੀ ਜਿਵੇਂ ਨਦੀ ਆਪਦੇ ਨਾਲ ਸਭ ਕੁਝ ਲੈ ਕੇ ਤੁਰੀ ਜਾਂਦੀ ਆ, ਜਿਹੜਾ ਵੀ ਕੁਝ ਆਉਂਦਾ, ਮਿੱਟੀ, ਪੱਥਰ, ਸਟੋਨ, ਸਭ ਕੁਝ ਬਚਪਨ 'ਚ ਜੋ ਆਪਾਂ ਕਰਦੇ ਆ ਉਹ ਆਪਣੇ ਨਾਲ ਮੈਨੂੰ ਲੱਗਦਾ ਪੂਰੀ ਜ਼ਿੰਦਗੀ ਚੱਲਦਾ। ਕੀ ਬਾਤ, ਬਹੁਤ ਵਧੀਆ, ਬਹੁਤ ਵਧੀਆ। ਤਾਂ ਕਰਕੇ ਮੈਂ ਇਹ ਰੱਖਿਆ। ਤੇ ਇਹ ਨਦੀ ਕਦੇ ਦਰਿਆ ਵੀ ਬਣ ਜਾਂਦੀ ਹੈ ਕਿ ਨਦੀ ਹੋ ਰਹਿੰਦੀ ਹੈ ਸਾਰੀ ਉਮਰ? ਦਰਿਆ ਜਦੋਂ ਬਹੁਤ ਜ਼ਿਆਦਾ ਮਤਲਬ ਥਾਟਸ ਇਕੱਠੇ ਹੋ ਜਾਣਗੇ ਫਿਰ ਦਰਿਆ ਵੀ ਬਣ ਜੂਗੀ ਆਖਿਰ 'ਚ ਜਾ ਕੇ, ਮੈਨੂੰ ਲੱਗਦਾ, ਜਾਂ ਫਿਰ ਹੁਣੇ ਕੀ ਪਤਾ। ਕੀ ਬਾਤ ਹੈ, ਤੈਨੂੰ ਅਸੀਂ ਦਰਿਆ ਬਣਦੇ ਦੇਖਣਾ ਪੁੱਤ, ਸਮੁੰਦਰ ਬਣਦੇ ਦੇਖਣਾ। ਸਮੁੰਦਰ ਬੇਟਾ, ਤੇਰੇ ਲਈ ਬਹੁਤ ਬਹੁਤ ਦੁਆਵਾਂ। ਅੱਜ ਕੀ ਸੁਣਾ ਰਹੀਆਂ ਸਾਨੂੰ? ਅੱਜ ਮੈਂ ਕਵਿਤਾ ਸੁਣਾ ਰਹੀ ਹਾਂਗੀ ਜਿਹੜੀ ਮੈਂ ਇਸ ਦੇ ਮਤਲਬ ਸੰਕਟ ਕਾਲ 'ਚ ਲਿਖੀ ਸੀਗੀ ਜੀ। ਉਹ ਹੈ ਇਹ ਵੇਲਾ। ਇਹ ਵੇਲਾ ਸਹਿਮ ਦਾ ਵੇਲਾ, ਔਖ ਦਾ ਵੇਲਾ, ਘਰਾਂ 'ਚ ਰਹਿਣ ਦਾ ਵੇਲਾ, ਹਰ ਇੱਕੋ ਇੱਕ ਇਹੋ। ਇਹ ਉਹੀ ਵੇਲਾ ਜਦੋਂ ਜਾਣਨਾ ਕਿਸ ਗੱਲੋਂ ਹੱਸਣਾ ਸੀ, ਕਿਸ ਗੱਲੋਂ ਰੋਣਾ। ਇਹ ਉਹੀ ਵੇਲਾ ਜਦੋਂ ਅਸੀਂ ਮਿਲਣਾ ਆਪਣੇ ਆਪ ਨੂੰ, ਬਦਲਣਾ ਜ਼ਰੂਰ ਬਹੁਤਾ ਭਾਵੇਂ। ਕੀ ਬਾਤ, ਬਹੁਤ ਵਧੀਆ। ਇਹ ਵੇਲਾ ਅਰਦਾਸ ਦਾ ਵੇਲਾ, ਕੁਦਰਤ ਨਾਲ ਇੱਕ ਮਿੱਕ ਹੋਣ ਦਾ ਵੇਲਾ, ਦਰਵਾਸ ਦਾ ਵੇਲਾ। ਅੰਬਰ ਹੋ ਗਿਆ ਸੋਹਣਾ, ਪਾਣੀ ਨਦੀਆਂ ਦਾ ਨਿਰਮਲ, ਪੰਛੀ ਮੁੜ ਆਏ ਵਾਪਸ, ਜਾਨਵਰਾਂ ਲਿਆ ਸਾਹ ਸੁੱਖ ਦਾ। ਬਿਨ ਕਿਆਸਿਆਂ ਬਿਨ ਸੋਚਿਆਂ ਸਮਾਂ ਜੋ ਇਹ ਔਖਾ ਆਇਆ, ਇੱਕ ਦਿਨ ਇਹ ਵੀ ਨਹੀਂ ਰਹਿਣਾ, ਸਿਆਣਿਆਂ ਦਾ ਕਹਿਣਾ ਇਹ ਉਹੀ ਵੇਲਾ। ਵਾਹ, ਬਹੁਤ ਵਧੀਆ, ਬਹੁਤ ਵਧੀਆ। ਇਹ ਆਸ਼ਾਵਾਦ ਕਿ ਇਹ ਵੀ ਨਹੀਂ ਰਹਿਣਾ, ਸੱਚਮੁੱਚ ਬਹੁਤ ਖੂਬਸੂਰਤ ਗੱਲ ਹੈ। ਬੱਚੇ ਸੰਕਟ ਕਾਲ ਦੇ ਵਿੱਚ ਸਭ ਤੋਂ ਵੱਧ ਪੀੜਿਤ ਹੁੰਦੇ ਨੇ, ਪਰ ਜਦੋਂ ਬੱਚੇ ਇਹ ਮਹਿਸੂਸ ਕਰਦੇ ਨੇ ਕਿ ਇਹ ਵੇਲਾ ਨਹੀਂ ਰਹਿਣਾ ਤਾਂ ਇਹ ਬਹੁਤ ਕਮਾਲ ਦੀ ਗੱਲ ਹੈ, ਤੇ ਸਨੋ ਵਰਗਾ ਬੱਚਾ ਹੀ ਸੋਚ ਸਕਦਾ ਹੈ। ਬਹੁਤ ਖੂਬਸੂਰਤ ਪੁੱਤ, ਤੇਰਾ ਬਹੁਤ ਬਹੁਤ ਧੰਨਵਾਦ। ਥੈਂਕ ਯੂ। ਤੇ ਹੋਰ ਅੱਗੇ ਚੱਲਦੇ ਹਾਂ, ਹੁਣ ਸਿਖਰ ਵੱਲ ਵੱਧਦੇ ਹਾਂ ਆਪਾਂ। ਸਾਡੇ ਨਾਲ ਇਸ ਤੋਂ ਬਾਅਦ ਅਗਲਾ ਬੱਚਾ ਹੈਗਾ ਜਗਦੀਪ ਜਵਾਰਕੀ।
ਜਗਦੀਪ ਜਵਾਰਕੇ ਤੁਸੀਂ ਆ ਜਾਓ ਬੇਟੇ ਇਸ ਹਾਟ ਸੀਟ ਦੇ ਉੱਤੇ ਮੇਰੇ ਨਾਲ। ਜਗਦੀਪ ਜਵਾਰਕੇ ਬੋਲੋ ਇੱਕ ਵਾਰੀ, ਤੁਹਾਡੀ ਆਵਾਜ਼ ਬੋਲੋ ਇੱਕ ਵਾਰੀ, ਫਿਰ ਤੁਸੀਂ ਸਾਹਮਣੇ ਆ ਜਾਓਗੇ ਸਕਰੀਨ ਤੇ। ਤੁਹਾਡੀ ਆਵਾਜ਼ ਨਹੀਂ ਆਈ ਅਜੇ ਤੱਕ ਮੇਰੇ ਕੋਲੇ। ਜਗਦੀਪ ਤੁਹਾਡੀ ਆਵਾਜ਼ ਆ ਨਹੀਂ ਰਹੀ ਹੈਗੀ। ਬੋਲੋ ਹੁਣ। ਨਹੀਂ ਅਜੇ ਵੀ ਨਹੀਂ ਆ ਰਹੀ। ਤੁਹਾਡਾ ਮਾਈਕ ਦੇਖੋ, ਆਵਾਜ਼ ਚੈੱਕ ਕਰੋ, ਪਹਿਲਾਂ ਠੀਕ ਸੀ। ਹਾਂਜੀ ਹੈਲੋ। ਹਾਂਜੀ हाँ आ रही है ठीक है, सर बात? आ गई ਆ ਰਹੀ ਬੇਟਾ। हाँ, बहुत बहुत स्वागत तेरा सत जगदीप। श्री अकाल जी। सत श्री अकाल, सत श्री ਹਾਂਜੀ, अकाल। ਸਤਿ ਸ਼੍ਰੀ ਅਕਾਲ जगदीप sir। ਬਾਰੇ ਮੈਂ ਇਹ ਦੱਸਾਂ ਕਿ ਜਗਦੀਪ ਬਹੁਤ ਕਮਾਲ ਦਾ ਬੱਚਾ ਸਾਡਾ। ਇਹਦੀਆਂ ਇੱਕ ਕਵਿਤਾ ਦੀ ਕਿਤਾਬ ਤੁਸੀਂ ਦੇਖੀਏ ਕੀ ਹੈ ਕਵਿਤਾ। ਜਗਦੀਪ ਹੋਰ ਵੀ ਕਿਤਾਬਾਂ ਤੇਰੀ ਇਸ ਤੋਂ ਬਿਨਾਂ? ਹਾਂਜੀ ਉਹ ਮੈਂ ਹੀ ਸੀ। ਹਾਂ ਉਹ ਮੈਂ ਹੀ ਸੀ। 2 ਕਿਤਾਬਾਂ ਨੇ ਜਗਦੀਪ ਜਵਾਰਕੇ ਦੀਆਂ। ਤੇ ਇਹਦੇ ਬਾਰੇ ਇੱਕ ਕਮਾਲ ਦੀ ਗੱਲ ਇਹ ਹੈ ਕਿ ਇਹ ਬੱਚਾ ਉਹ ਹੈ ਜਿਹਨੇ ਬਹੁਤ ਪਹਿਲਾਂ ਗੁਰਪ੍ਰੀਤ ਹੋਰਾਂ ਦੀ ਅਗਵਾਈ ਦੇ ਵਿੱਚ ਲਿਖਣਾ ਸਿੱਖਿਆ ਸੀ, ਲਿਖਣਾ ਸ਼ੁਰੂ ਕੀਤਾ ਸੀ, ਤੇ ਉਸ ਤੋਂ ਬਾਅਦ ਇਹ ਲਗਾਤਾਰ ਲਿਖਦਾ ਰਿਹਾ ਤੇ ਇਹਦੇ ਲਿਖੇ ਨੂੰ ਬਹੁਤ ਮਾਨਤਾ ਵੀ ਮਿਲੀ। ਤੇ ਉਸ ਮਾਨਤਾ ਦਾ 2 ਸਬੂਤ ਨੇ ਸਾਡੇ ਕੋਲੇ। ਪਹਿਲਾ ਸਬੂਤ ਇਹ ਹੈ ਕਿ ਇਹਨਾਂ ਬਾਰੇ ਗੁਰਬਚਨ ਭੁੱਲਰ ਹੋਰਾਂ ਨੇ ਇੱਕ ਵੱਡਾ ਆਰਟੀਕਲ ਲਿਖਿਆ। ਗੁਰਬਚਨ ਭੁੱਲਰ ਵਰਗਾ ਕਹਾਣੀਕਾਰ ਜੇ ਕਿਸੇ ਇੱਕ ਬੱਚੇ ਬਾਰੇ ਇੰਨਾ ਵੱਡਾ ਆਰਟੀਕਲ ਲਿਖਦਾ ਤਾਂ ਸੱਚਮੁੱਚ ਉਸ ਬੱਚੇ 'ਚ ਕੁਝ ਹੋਊਗਾ। ਸੋ ਇੱਕ ਤਾਂ ਪਹਿਲੀ ਵਧਾਈ ਤਾਂ ਇਸ ਨੂੰ ਜਗਦੀਪ ਨੂੰ ਇਹ ਹੈ। ਤੇ ਦੂਜੀ ਇਹ ਹੈ ਕਿ ਭਾਸ਼ਾ ਵਿਭਾਗ ਪੰਜਾਬ ਹਰ ਵਾਰੀ ਬਾਲ ਸਾਹਿਤ ਦਾ ਇੱਕ ਅਵਾਰਡ ਦਿੰਦਾ ਹੈ, ਪਰ ਬਾਲ ਸਾਹਿਤ ਦਾ ਅਵਾਰਡ ਮਿਲਦਾ ਅਕਸਰ ਵੱਡਿਆਂ ਨੂੰ ਹੁੰਦਾ ਹੈ। ਜਿਹੜੇ ਬਾਲ ਸਾਹਿਤ ਲਿਖਦੇ ਨੇ, ਜਿਹੜੇ ਵੱਡੇ ਲੇਖਕ। ਤੇ ਭਾਸ਼ਾ ਵਿਭਾਗ ਦੇ ਇਤਿਹਾਸ 'ਚ ਪਹਿਲੀ ਵਾਰੀ ਹੋਣਾ ਕਿ ਬਾਲ ਸਾਹਿਤ ਦਾ ਅਵਾਰਡ ਬਾਲ ਰਚਨਾਵਾਂ ਲਿਖਣ ਵਾਲੇ ਕਿਸੇ ਬਾਲ ਕਲਾਕਾਰ ਨੂੰ ਮਿਲਿਆ। ਤੇ ਉਹ ਕਲਾਕਾਰ ਹੈ ਜਗਦੀਪ ਜਵਾਰਕੇ, ਜਿਹੜਾ ਸਾਡੇ ਸਾਹਮਣੇ ਬੈਠਾ ਹੈ। ਜਗਦੀਪ ਜਵਾਰਕੇ ਤੈਨੂੰ ਪੁੱਤ ਉਸ ਅਵਾਰਡ ਦੀਆਂ ਤੇ ਉਸ ਪੱਧਰ ਤੇ ਤੇਰੇ ਬਾਰੇ ਲੇਖ ਲਿਖੇ ਗਏ, ਉਹਨਾਂ ਬਾਰੇ ਤੈਨੂੰ ਬਹੁਤ ਬਹੁਤ ਵਧਾਈਆਂ। ਬਹੁਤ ਧੰਨਵਾਦ। ਤੈਨੂੰ 2 ਸਵਾਲ ਨੇ ਪੁੱਤ। ਇੱਕ ਤਾਂ ਇਹ ਹੈ ਕਿ ਛੋਟੀ ਉਮਰ 'ਚ ਜਦੋਂ ਪ੍ਰਸ਼ੰਸਾ ਸਾਨੂੰ ਮਿਲ ਜਾਂਦੀ ਹੈ, ਵਡਿਆਈ ਸਾਨੂੰ ਮਿਲ ਜਾਂਦੀ ਹੈ, ਉਹ ਕਈ ਵਾਰੀ ਬੰਦੇ ਦਾ ਦਿਮਾਗ ਵੀ ਖਰਾਬ ਕਰ ਦਿੰਦੀ ਹੈ ਤੇ ਕਈ ਵਾਰੀ ਬੰਦੇ ਨੂੰ ਹੋਰ ਵੱਧ ਜ਼ਿੰਮੇਵਾਰ ਬਣਾ ਦਿੰਦੀ ਹੈ। ਕਈ ਵਾਰੀ ਬੰਦੇ ਨੂੰ ਉੱਡਣ ਲਾ ਦਿੰਦੀ ਹੈ। ਤੇਰੇ ਮਾਮਲੇ 'ਚ ਤੈਨੂੰ ਕੀ ਮਹਿਸੂਸ ਹੁੰਦਾ ਹੈ ਜਦੋਂ ਤੈਨੂੰ ਇਹ ਮਾਨ ਸਨਮਾਨ ਮਿਲ ਰਿਹਾ ਹੈ? ਛੋਟੀ ਉਮਰ 'ਚ ਮਿਲੀ ਪ੍ਰਸ਼ੰਸਾ ਬਿਲਕੁਲ ਉੱਡਣ ਲਾ ਦਿੰਦੀ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ। ਪਰ ਇਹ ਉੱਡਣਾ ਵੀ ਕਈ ਤਰ੍ਹਾਂ ਦਾ ਹੁੰਦਾ। ਵੀ ਜਦੋਂ ਅਸੀਂ ਉਡਾਨ ਭਰਦੇ ਹਾਂ, ਇੱਕ ਤਾਂ ਹੁੰਦਾ ਵੀ ਆਪਣੇ ਦਾਇਰੇ 'ਚ ਰਹਿ ਕੇ ਉੱਡਣਾ ਹੁੰਦਾ, ਤੇ ਇੱਕ ਆਪਣੇ ਸੁਪਨਿਆਂ ਦੇ ਖੰਭ ਲਗਾ ਕੇ ਉੱਡਣਾ ਹੁੰਦਾ। ਤਾਂ ਇਹ ਗੱਲ ਜੋ ਮੇਰੇ ਨਾਲ ਦੋਸਤ ਮਿੱਤਰ ਰਹਿੰਦੇ ਨੇ, ਸਾਥੀ ਜੋ ਮੈਨੂੰ ਚੰਗੀ ਤਰ੍ਹਾਂ ਜਾਣਦੇ ਨੇ, ਉਹੀ ਦੱਸ ਸਕਦੇ ਆ ਵੀ ਮੈਂ ਕਿਹੜੀ ਉਡਾਨ ਭਰਦਾ। ਕਿਆ ਬਾਤ ਹੈ, ਕਿਆ ਬਾਤ ਹੈ। ਤੇ ਇਸ ਪ੍ਰਸਿੱਧੀ ਤੋਂ ਬਾਅਦ ਤੈਨੂੰ ਜਦੋਂ ਅਵਾਰਡ ਮਿਲਿਆ ਤੂੰ ਕੀ ਮਹਿਸੂਸ ਕੀਤਾ? ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਜੀ। ਅਸਲ 'ਚ ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਮੈਨੂੰ ਇੰਨਾ ਮਾਣ ਸਨਮਾਨ ਮਿਲੂਗਾ, ਹਨਾ। ਬਸ ਬਹੁਤ ਜ਼ਿਆਦਾ ਖੁਸ਼ੀ ਹੋਈ, ਖੁਸ਼ੀ ਦਾ ਕੋਈ ਅੰਤ ਨਹੀਂ ਸੀ। ਓਕੇ, ਤੁਸੀਂ ਲਿਖਦੇ ਹੀ ਹੋ ਕਿ ਨਾਲ ਨਾਲ ਹੋਰ ਰਾਈਟਰਾਂ ਨੂੰ ਪੜ੍ਹਦੇ ਵੀ ਹੋ? ਹਾਂਜੀ, ਮੈਂ ਲਿਖਣ ਦੇ ਨਾਲ ਨਾਲ ਪੜ੍ਹਦਾ ਵੀ ਹਾਂ। ਕਿਹੋ ਜਿਹੇ ਰਾਈਟਰ ਪੜ੍ਹੇ ਨੇ? ਸ਼ਾਬਾਸ਼, ਤੁਸੀਂ ਦੱਸੋਗੇ ਥੋੜਾ ਜਿਹਾ? ਹਾਂਜੀ ਹਾਂਜੀ, ਨਰਿੰਦਰ ਕਪੂਰ ਜੀ ਹੋ ਗਈ, ਉਹਨਾਂ ਦੀਆਂ ਕਈ ਕਿਤਾਬਾਂ। ਤੇ ਬਾਕੀ ਜਿਵੇਂ ਪਹਿਲਾ ਅਧਿਆਪਕ ਨਾਵਲ ਲਿਖਿਆ ਜਾਂ ਮੇਰਾ ਦਾਇਗਿਸਤਾਨ ਨਾਵਲ ਆ, ਤੇ ਇਹਨਾਂ ਨੂੰ ਪੜ੍ਹਦਾ। ਅਨੁਵਾਦ ਹੋਈਆਂ ਕਿਤਾਬਾਂ ਬਹੁਤ ਜ਼ਿਆਦਾ ਪੜ੍ਹਦਾ ਹੀ ਹਾਂ। ਵਾਹ, ਬਹੁਤ ਬਹੁਤ ਖੂਬਸੂਰਤ। ਕੋਈ 1-2 ਕਿਤਾਬਾਂ ਜਿਹੜੀਆਂ ਹੋਰ ਸਾਨੂੰ ਅਨੁਵਾਦ ਹੋਈਆਂ ਕਿਤਾਬਾਂ ਬਾਰੇ ਜੇ ਤੁਸੀਂ ਦੱਸ ਸਕੋ? ਅਨੁਵਾਦ ਹੋਈਆਂ ਜੀ, ਤਨਵੀਰ ਦੀ ਕਿਤਾਬ ਇੱਕ ਕੋਈ ਸੁਣਦਾ ਹੈ, ਉਹ ਪੜ੍ਹੀ ਸੀ ਮੈਂ ਇਸ ਵਾਰ ਲੋਕਡਾਊਨ ਵਿੱਚ। ਪਹਿਲਾ ਅਧਿਆਪਕ ਤੇ ਖਿੜਕੀਆਂ ਦਾ ਦਰਵਾਜ਼ੇ। ਕਿਆ ਬਾਤ ਹੈ। ਕਵਿਤਾ ਦੇ ਵਿੱਚ ਪੁੱਤ ਨੂੰ ਕਿਹੜਾ ਰਾਈਟਰ ਚੰਗਾ ਲੱਗਦਾ, ਕਵੀ ਕਿਹੜਾ ਚੰਗਾ ਲੱਗਦਾ ਜਿਹਦੇ ਕਵਿਤਾਵਾਂ ਤੈਨੂੰ ਵੱਧ ਪਸੰਦ ਹੋਣ? ਕਵਿਤਾ 'ਚ ਸਰਜੀਤ ਪਾਤਰ ਨੂੰ ਪੜ੍ਹਦੇ ਹੀ ਜ਼ਿਆਦਾਤਰ। ਤੇ ਬਾਕੀ ਹੋਰ ਬਹੁਤ ਘੱਟ ਪੜ੍ਹਨ ਦਾ ਟਾਈਮ ਮਿਲਦਾ ਹੀ, ਨਾਵਲ ਜ਼ਿਆਦਾ ਪੜ੍ਹੇ ਇਸ ਵਾਰ ਲੋਕਡਾਊਨ 'ਚ। ਤਾਂ ਕਵਿਤਾਵਾਂ ਦੀਆਂ ਕਿਤਾਬਾਂ ਮੈਂ ਘੱਟ ਹੀ ਪੜ੍ਹੀਆਂ, ਬੱਚਿਆਂ ਵਾਲੀਆਂ ਜ਼ਿਆਦਾ ਪੜ੍ਹੀਆਂ ਨੇ ਕਿਤਾਬਾਂ। ਕਿਆ ਬਾਤ ਹੈ। ਦੂਜਾ ਸਵਾਲ ਪੁੱਤ ਨੂੰ ਇਹ ਹੈ ਕਿ ਲੋਕਡਾਊਨ ਦੇ ਦੌਰਾਨ ਤੂੰ ਖਾਸ ਚੀਜ਼ ਤੈਨੂੰ ਦੱਸ ਸਕਦੇ ਕਿ ਕੀ ਪੜ੍ਹਿਆ ਤੂੰ ਲੋਕਡਾਊਨ ਦੇ ਦੌਰਾਨ? ਲੋਕਡਾਊਨ ਦੇ ਵਿੱਚ ਹੀ ਮੈਂ ਕਈ ਕਿਤਾਬਾਂ ਪੜ੍ਹੀਆਂ ਨੇ। ਅਕਸਰ ਮੈਨੂੰ ਟਾਈਮ ਨਹੀਂ ਸੀ ਮਿਲਦਾ ਪੜ੍ਹਨ ਦਾ, ਤਾਂ ਇਹ ਲੋਕਡਾਊਨ ਦਾ ਸਮਾਂ ਚੰਗਾ ਸੀ। ਤਾਂ ਮੈਂ
ਘੱਟੋ ਘੱਟ 21-2200 ਰੁਪਏ ਦੀਆਂ ਕਿਤਾਬਾਂ ਖਰੀਦੀਆਂ ਵੀ ਆ ਲੋਕਡਾਊਨ 'ਚ ਤੇ ਉਹ ਕਿਤਾਬਾਂ ਪੜ੍ਹੀਆਂ ਨੇ। ਤਾਂ ਉਹਨਾਂ ਵਿੱਚੋਂ ਇਹੀ ਕਿਤਾਬਾਂ ਨੇ ਕਿ ਤਨਵੀਰ ਦੀ ਕਿਤਾਬ ਹੈ ਕੋਈ ਸੁਣਦਾ ਹੈ, ਪਹਿਲਾ ਅਧਿਆਪਕ ਚੰਗੇਜ਼ ਆਈਟਮ ਤੋਂ ਨਾਮ ਆ ਰਾਈਟਰ ਦਾ ਜੀ, ਤੇ ਖਿੜਕੀਆਂ, ਦਰ ਦਰਵਾਜ਼ੇ, ਤਰਕਵੇਦ, ਨਰਿੰਦਰ ਸਿੰਘ ਕਪੂਰ ਦੀਆਂ ਕਿਤਾਬਾਂ ਪੜ੍ਹੀਆਂ ਨੇ। ਤਾਂ ਮੇਰਾ ਦਾਗਿਸਤਾਨ ਨਾਵਲ ਮੈਂ ਸ਼ੁਰੂ ਕੀਤਾ ਹੋਇਆ, ਉਹਦੇ ਥੋੜੇ ਪੰਨੇ ਪੜ੍ਹੇ ਨੇ ਹਾਲੇ। ਤਾਂ ਰੱਬ ਦੇ ਡਾਕੀਏ ਪਰਮਿੰਦਰ ਸੋਢੀ ਦੀ ਕਿਤਾਬ ਹੈ ਜੀ, ਉਹ ਵੀ ਪੜ੍ਹੀ। ਬਹੁਤ ਖੂਬਸੂਰਤ। ਤੁਹਾਡੀ ਕਲਾਸ ਕਿਹੜੀ ਹੈ ਹੁਣ? ਹੁਣ ਮੈਂ BA 3rd ਈਅਰ ਤੇ। ਆਪਣੀ ਜ਼ਿੰਦਗੀ ਦੀ ਕੀ ਮੰਜ਼ਿਲ ਤੈਅ ਕੀਤੀ ਹੈ ਪੁੱਤ ਇਸ ਸਟੇਜ ਤੇ ਆ ਕੇ? ਹੁਣ ਤੈਨੂੰ ਕੀ ਲੱਗਦਾ ਕਿ ਤੂੰ ਕਿਸ ਪਾਸੇ ਜਾਣਾ ਚਾਹੁੰਦਾ ਹੈ? ਅਸਲ ਮੈਂ ਪਹਿਲਾਂ ਹੀ ਫੌਜ 'ਚ ਜਾਣਾ ਚਾਹੁੰਦਾ ਸੀ, ਆਰਮੀ ਜੁਆਇਨ ਕਰਨਾ ਚਾਹੁੰਦਾ ਸੀ, ਪਰ ਅਸਲ 'ਚ ਕੁਝ ਮੈਨੂੰ ਐਸਾ ਲੱਗਿਆ, ਇਸੀ ਘਟਨਾ ਮੇਰੇ ਨਾਲ ਵਾਪਰੀ, ਮੈਨੂੰ ਲੱਗਿਆ ਵੀ ਆਰਮੀ 'ਚ ਨਹੀਂ ਜਾਣਾ। ਤਾਂ ਮੈਨੂੰ ਅਸਲ 'ਚ ਹੁਣ ਕੁਝ ਬਣਨ ਦਾ ਸ਼ਾਇਦ ਸ਼ੌਂਕ ਜਾਂ ਨਹੀਂ ਰਿਹਾ, ਤਾਂ ਮੈਨੂੰ ਇਹ ਲੱਗਦਾ ਵੀ ਮੈਂ ਜ਼ਿੰਦਗੀ ਜਿਉਣ ਲਈ ਆਇਆ ਤੇ ਜ਼ਿੰਦਗੀ ਨੂੰ ਮੰਨਣਾ। ਕਿਆ ਬਾਤ ਹੈ, ਕਿਆ ਬਾਤ ਹੈ। ਜ਼ਿੰਦਗੀ ਨੂੰ ਮੰਨਣਾ ਹੈ, ਬਿਲਕੁਲ ਇਹ 'ਚ ਕੋਈ ਸ਼ੱਕ ਨਹੀਂ। ਪਰ ਜ਼ਿੰਦਗੀ ਨੂੰ ਮੰਨਣ ਲਈ ਕੋਈ ਪਲੇਟਫਾਰਮ ਆਪਾਂ ਨੂੰ ਚਾਹੀਦੇ ਹੁੰਦੇ ਨੇ, ਤੇ ਕੁਝ ਰਸਤੇ ਆਪਾਂ ਨੇ ਜਾਂਦੇ ਹੁੰਦੇ ਨੇ ਕਿਸੇ ਪਾਸੇ। ਉਹ ਤੂੰ ਮਤਲਬ ਕੀ ਸੋਚਿਆ ਕਿ ਤੂੰ ਕਿਹੜੇ ਰਸਤੇ ਤੇ ਜਾਣਾ ਹੈ? ਬਿਲਕੁਲ, ਮੈਂ ਐਕਟਿੰਗ ਲਾਈਨ 'ਚ ਵੀ ਹੁਣ ਜੁਆਇਨ ਕੀਤਾ ਹੋਇਆ ਜੀ। ਐਕਟਿੰਗ ਕਰ ਲੈਂਦੇ ਹਾਂ ਥੋੜ੍ਹੀ ਬਹੁਤ, ਤੇ ਨਾਟਕ ਵਗੈਰਾ, ਨੁੱਕੜ ਨਾਟਕ ਹੋ ਜਾਂਦੇ ਆ। ਤਾਂ ਬਾਕੀ ਮੈਂ ਟੀਚਰ ਦੀ ਲਾਈਨ 'ਚ ਵੀ ਜਾਣਾ ਚਾਹੁੰਦਾ ਵੀ ਅਧਿਆਪਕ ਬਣੀਏ, ਤਾਂ ਉਹ ਵੀ ਚੰਗਾ ਜੀ। ਬਹੁਤ ਵਧੀਆ, ਬਹੁਤ ਵਧੀਆ। ਤੇਰੇ ਲਈ ਬਹੁਤ ਬਹੁਤ ਦੁਆਵਾਂ ਕਿ ਤੂੰ ਅਧਿਆਪਕ ਬਣਨਾ ਚਾਹੁੰਦਾ ਤਾਂ ਅਧਿਆਪਕ ਬਣੇ, ਐਕਟਰ ਬਣਨਾ ਚਾਹੁੰਦਾ ਤਾਂ ਐਕਟਰ ਬਣੇ। ਤੇਰੇ ਵਰਗੇ ਬੱਚੇ ਬਹੁਤ ਸੰਭਾਵਨਾ ਭਰਪੂਰ ਬੱਚੇ ਹੁੰਦੇ ਨੇ, ਤੇ ਕੁਝ ਵੀ ਬਣ ਸਕਦੇ ਹੋ ਤੁਸੀਂ, ਜਿਹੜਾ ਕੁਝ ਤੁਸੀਂ ਸੋਚ ਲਓ। ਇਹ ਸਾਰੇ ਬੱਚੇ ਜਿਹੜੇ ਸਾਡੇ ਸਾਹਮਣੇ ਪੇਸ਼ ਹੋਏ ਨੇ ਬਹੁਤ ਹੀ ਸੰਭਾਵਨਾ ਭਰਪੂਰ ਬੱਚੇ ਨੇ, ਤੇ ਬੱਚੇ ਸਾਰੇ ਹੀ ਬਹੁਤ ਸੰਭਾਵਨਾ ਭਰਪੂਰ ਹੁੰਦੇ ਨੇ। ਬਸ ਇਹ ਕਿ ਸਾਨੂੰ ਬੱਚਿਆਂ 'ਚੋਂ ਕੁਝ ਕੱਢਣਾ ਨਹੀਂ ਆਉਂਦਾ ਹੈਗਾ। ਜੇ ਅਸੀਂ ਬੱਚਿਆਂ 'ਚੋਂ ਕੁਝ ਕੱਢ ਲਈਏ ਤਾਂ ਹਰ ਬੱਚਾ ਕੁਦਰਤ ਨੇ ਬਹੁਤ ਯੂਨੀਕ ਸਾਜਿਆ ਹੋਇਆ ਹੈ। ਤੇ ਕੀ ਸੁਣਾ ਰਹੇ ਹੋ ਤੁਸੀਂ ਸਾਨੂੰ ਅੱਜ? ਹਾਂਜੀ, ਮੈਂ ਇੱਕ ਕਵਿਤਾ ਸੁਣਾਵਾਂਗਾ ਜੀ। ਹਾਂਜੀ। ਕਿਨਮਿਨ 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 ਵਰਦੀਆਂ ਕਣੀਆਂ। ਹਾਂਜੀ ਜੀ। ਕਿਨਮਿਨ ਕਿਨਮਿਨ ਵਰਦੀਆਂ ਕਣੀਆਂ, ਦਿਲ ਦੇ ਟੋਬੇ ਭਰਦੀਆਂ ਕਣੀਆਂ, ਵੱਡਿਆਂ ਦੇ ਕੰਮ ਵਿਗਾੜ ਦਿੰਦੀਆਂ, ਬੱਚਿਆਂ ਕੋਲੋਂ ਡਰਦੀਆਂ ਕਣੀਆਂ। ਕਿਨਮਿਨ ਕਿਨਮਿਨ ਵਰਦੀਆਂ ਕਣੀਆਂ। ਬਹੁਤ ਅੱਛਾ। ਬਹੁਤ ਅੱਛਾ। ਕੋਈ ਹੋਰ ਕਵਿਤਾ ਜੇ ਤੁਸੀਂ ਕੋਈ ਪਹਿਲਾਂ ਵਾਲੇ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ? ਹਾਂਜੀ, ਮੈਂ ਇੱਕ ਲਾਕਡਾਊਨ ਦੇ ਦੌਰਾਨ ਕਵਿਤਾ ਲਿਖੀ ਸੀ, ਤੇ ਮੈਂ ਉਹ ਸਾਂਝੀ ਕਰਾਂਗਾ। ਕਵਿਤਾ ਦਾ ਨਾਮ ਹੈ ਬਦਲਾਵ। ਤਾਂ ਅਸਲ ਜ਼ਿੰਦਗੀ 'ਚ ਬਦਲਾਵ ਆਉਂਦਾ ਰਹਿੰਦਾ ਜੀ। ਘਰੇ ਕੋਈ ਚੀਜ਼ਾਂ ਪਈਆਂ ਹੁੰਦੀਆਂ ਪੁਰਾਣੀਆਂ, ਜਿਹੜੀਆਂ ਤੋਂ ਅਸੀਂ ਹੌਲੀ ਹੌਲੀ ਕੰਮ ਲੈ ਲੈਂਦੇ ਹਾਂ, ਹਨਾ ਜੀ। ਤਾਂ ਕਵਿਤਾ ਹੈ ਬਦਲਾਵ। ਚਰਖਾ ਤਾਂ ਬਹੁਤ ਪੁਰਾਣਾ ਸੀ, ਉਹਦੇ 'ਚ ਕਾਣ ਪੈ ਗਿਆ। ਮਾਂ ਨੇ ਤਕਲਾ ਕੱਢ ਕੇ ਤੂੜੀ ਵਾਲੇ 'ਚ ਰੱਖ ਦਿੱਤਾ ਜੀ। ਹੁਣ ਤਕਲੇ ਨਾਲ ਕਦੇ ਕਦੇ ਅਸੀਂ ਛੱਲੀਆਂ ਭੁੰਨਦੇ। ਇੱਕ ਵਕਤ ਆਇਆ ਛੱਲੀਆਂ ਭੁੰਨਣ ਲਈ ਮੋਟੀ ਲੱਕੜ ਨਹੀਂ ਸੀ। ਬਾਪੂ ਨੇ ਚੱਕਿਆ ਘੋਟਾ ਤੇ ਕੱਢ ਦਿੱਤਾ ਕਾਨ ਚਰਖੇ ਦਾ। ਬਾਪੂ ਨੇ ਚੱਕਿਆ ਘੋਟਾ ਤੇ ਕੱਢ ਦਿੱਤਾ ਕਾਨ ਚਰਖੇ ਦਾ। ਚਰਖੇ ਦੀ ਲੱਕੜ ਦੀ ਲਾ ਲੱਗ, ਹੁਣ ਤਾਂ ਕਈ ਦਿਨਾਂ ਦੀਆਂ ਰੋਟੀਆਂ ਵੀ ਪੱਕ ਜਾਣਗੀਆਂ। ਛੱਲੀਆਂ ਦੀ ਰੁੱਤ ਚਲੀ ਗਈ, ਛੱਲੀਆਂ ਦੀ ਰੁੱਤ ਚਲੀ ਗਈ, ਤਕਲਾ ਵੀ ਮੁੜ ਗਿਆ। ਸਾਡੇ ਪਿੰਡ ਗੱਡੀਆਂ ਵਾਲੇ ਨਹੀਂ ਆਉਂਦੇ, ਨਹੀਂ ਤਾਂ ਤਕਲੇ ਦੀ ਧਾਰ ਬਣਵਾ ਲੈਂਦੇ। ਮਾਂ ਕਹਿੰਦੀ ਚਰਖੇ ਤੋਂ ਬਿਨਾਂ ਤਕਲਾ ਕਿਸ ਕੰਮ ਦਾ। ਉਸਨੇ ਚੱਕਿਆ ਤਕਲਾ ਤੇ ਬਿੰਗਾ ਕਰਕੇ ਗੱਡ ਦਿੱਤਾ ਕੰਧ ਵਿੱਚ। ਅੱਜ ਕੱਲ ਉਸ ਤੇ ਦੁੱਧ ਵਾਲਾ ਡੋਲੂ ਟੰਗਿਆ ਮਿਲਦਾ। ਅੱਜ ਕੱਲ ਉਸ ਤੇ ਦੁੱਧ ਵਾਲਾ ਡੋਲੂ ਟੰਗਿਆ ਮਿਲਦਾ। ਕਿਆ ਬਾਤ ਹੈ, ਕਿੰਨਾ ਸੋਹਣਾ ਮੈਟਾਫਰ ਇਸ ਬੱਚੇ ਨੇ ਸਿਰਜਿਆ ਤਕਲੇ ਰਾਹੀਂ। ਕਿੰਨੀਆਂ ਕਮਾਲ ਦੀਆਂ ਗੱਲਾਂ ਕੀਤੀਆਂ। ਤੇ ਇਸ ਬੱਚੇ ਬਾਰੇ ਮੈਂ ਇੱਕ ਗੱਲ ਤੁਹਾਨੂੰ ਹੋਰ ਦੱਸਣਾ ਚਾਹੁੰਦਾ ਕਿ ਦੁਸ਼ਵਾਰੀਆਂ ਬੰਦੇ ਨੂੰ ਲੇਖਕ ਵੀ ਬਣਾਉਂਦੀਆਂ ਨੇ, ਪਰ ਦੁਸ਼ਵਾਰੀਆਂ ਬੰਦੇ ਦਾ ਰਾਹ ਵੀ ਰੋਕਦੀਆਂ ਨੇ। ਇੱਕ ਵਾਰੀ ਇਸ ਬੱਚੇ ਨਾਲ ਅਸੀਂ ਰੂਬਰੂ ਕਰਨਾ ਸੀ, ਤੇ ਇਹਨੂੰ ਪਹਿਲਾਂ ਕਿਹਾ ਹੋਇਆ ਸੀ, ਪਰ ਫਿਰ ਵੀ ਇਹ ਨਾ ਆਇਆ ਉਸ ਰੂਬਰੂ ਦੇ ਵਿੱਚ। ਤੇ ਜਦੋਂ ਅਸੀਂ ਪਤਾ ਕਰਵਾਇਆ ਤਾਂ ਸਾਨੂੰ ਪਤਾ ਲੱਗਾ ਕਿ ਇਹ ਬੱਚਾ ਆਪਣੇ ਮਾਤਾ ਪਿਤਾ ਆਪਣੇ ਪਿਓ ਦੀ ਥਾਂ ਤੇ ਝੋਨਾ ਲਾਉਣ ਗਿਆ ਹੋਇਆ ਸੀ। ਤੇ ਉੱਥੋਂ ਫਿਰ ਇਹਨੂੰ ਅਸੀਂ ਬੁਲਾਇਆ ਤੇ ਝੋਨਾ ਲਾਉਂਦਾ ਲਾਉਂਦਾ ਸਾਡੇ ਕੋਲੇ ਆਇਆ। ਕਹਿਣ ਦਾ ਭਾਵ ਜ਼ਿੰਦਗੀ ਕਿੰਨੀ ਹੋ ਸਕਦੀ ਹੈ। ਇਹ ਬਹੁਤ ਕਮਾਲ ਦੀ ਗੱਲ ਸੀ ਇਸ ਬੱਚੇ ਦੀ ਕਿ ਇਹੋ ਜਿਹੇ ਹਾਲਾਤਾਂ 'ਚ ਰਹਿ ਕੇ ਬੱਚੇ ਇਹ ਲਿਖਦੇ ਨੇ, ਇਹੋ ਜਿਹੇ ਹਾਲਾਤਾਂ 'ਚ ਰਹਿ ਕੇ ਬੱਚੇ ਸਿਰਜਣਾ ਕਰਦੇ ਨੇ। ਸੋ ਤੈਨੂੰ ਜਗਦੀਪ ਬਹੁਤ ਬਹੁਤ ਮੁਬਾਰਕਾਂ, ਸ਼ਾਬਾਸ਼ ਪੁੱਤ। ਤੇਰੇ ਤੋਂ ਸਾਨੂੰ ਬਹੁਤ ਬਹੁਤ ਉਮੀਦਾਂ ਨੇ। ਤੈਨੂੰ ਇਕੱਲੇ ਬਾਲ ਸਾਹਿਬ ਦੇ ਅਵਾਰਡ ਨਹੀਂ, ਹੋਰ ਵੱਡੇ ਅਵਾਰਡ ਵੀ ਆਉਣ ਵਾਲੇ ਸਮੇਂ ਦੇ ਵਿੱਚ ਮਿਲਣ। ਸੋ ਇਹ ਸੀ ਸਾਡੇ 8 ਬੱਚੇ ਜਿਹੜੇ ਅੱਜ ਤੁਹਾਡੇ ਰੂਬਰੂ ਹੋਏ ਨੇ। ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਹੋਰ ਕੁਝ ਬੱਚਿਆਂ ਨੂੰ ਇਸੇ ਤਰ੍ਹਾਂ ਹੀ ਅਗਲੇ ਪ੍ਰੋਗਰਾਮਾਂ ਦੇ ਵਿੱਚ ਤੁਹਾਡੇ ਰੂਬਰੂ ਕਰਾਂਗੇ।
ਬੱਚਿਆਂ ਦੀਆਂ ਸਿਰਜਣਾ ਦੇ ਅਪਾਰ ਰੰਗ ਹੁੰਦੇ ਨੇ, ਪਰ ਅਸੀਂ ਜਿਹੜੇ ਵੱਡੇ ਹੁੰਦੇ ਆ ਅਸੀਂ ਬਚਪਨ ਦੀ ਮਾਸੂਮੀਅਤ ਗਵਾ ਲੈਂਦੇ ਆ। ਇੱਕ ਬਹੁਤ ਖੂਬਸੂਰਤ ਕਵਿਤਾ ਹੈ ਬੱਚੇ ਦੇ ਪ੍ਰਸੰਗ ਦੇ ਵਿੱਚ ਰਾਜੇਸ਼ ਰੇड्डी ने लिखी हुई कि शाम को जिस वक्त खाली हाथ घर जाता हूं मैं, मुस्कुरा देते हैं बच्चे और मर जाता हूं मैं। जानता हूं रेत पर वो चिलचिलाती धूप है, जाने किस उम्मीद में मैं फिर भी उतर जाता हूं मैं। सारी दुनिया से अकेला जूझ लेता हूं कभी, और कभी अपने ही साए से भी डर जाता हूं मैं। जिंदगी जब मुझसे मजबूती की रखती है उम्मीद, फैसले की उस घड़ी में क्यों बिखर जाता हूं मैं। आपके रास्ते हैं आसान, आपकी मंजिल करीब, जे डगर कुछ और ही है जिस डगर जाता हूं मैं। तो बच्चों वर्गी मासूमियत ਅਸੀਂ ਸਾਂਭ ਕੇ ਰੱਖੀ ਆਪਣੇ ਅੰਦਰ। ਤੁਹਾਨੂੰ ਸਾਰੇ ਵੱਡਿਆਂ ਨੂੰ ਇਹ ਬੇਨਤੀ ਹੈ, ਇਹਨਾਂ ਬੱਚਿਆਂ ਦੇ ਅਧਿਆਪਕਾਂ ਨੂੰ, ਇਹਨਾਂ ਬੱਚਿਆਂ ਦੇ ਮਾਪਿਆਂ ਨੂੰ ਵੀ ਬਹੁਤ-ਬਹੁਤ ਸਲਾਮ, ਜਿਨ੍ਹਾਂ ਨੇ ਇਹਨਾਂ ਬੱਚਿਆਂ ਨੂੰ ਉਹ ਮੌਕੇ ਦਿੱਤੇ। ਆਮ ਤੌਰ ਤੇ ਅਸੀਂ ਕਿਤਾਬਾਂ ਲਿਖਣਾ, ਕਵਿਤਾਵਾਂ ਲਿਖਣਾ, ਇਸ ਨੂੰ ਕਦੇ ਉਵੇਂ ਤਰਜੀਹ ਨਹੀਂ ਦਿੰਦੇ ਹੈਗੇ, ਤੇ ਸਾਡੀਆਂ ਤਰਜੀਹਾਂ ਜ਼ਿੰਦਗੀ ਦੇ ਵਿੱਚ ਕੁਝ ਹੋਰ ਹੁੰਦੀਆਂ ਨੇ। ਸੋ ਇਹਨਾਂ ਬੱਚਿਆਂ ਦੇ ਮਾਪੇ ਜਿਨ੍ਹਾਂ ਨੇ ਵਕਤ ਦਿੱਤਾ, ਤੇ ਇਹਨਾਂ ਦੇ ਅਧਿਆਪਕ, ਇਹਨਾਂ ਦੇ ਉਸਤਾਦ ਜਿਨ੍ਹਾਂ ਨੇ ਇਹਨੂੰ ਤਰਾਸ਼ਿਆ, ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਤੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ। ਮੈਂ ਡਾਕਟਰ ਸਰਬਜੀਤ ਕੌਰ ਸੋਹਲ ਹੋਰਾਂ ਨੂੰ ਹੁਣ ਬੇਨਤੀ ਕਰੂੰਗਾ ਕਿ ਉਹ ਆਪਣੇ ਵੱਲੋਂ ਇਹਨਾਂ ਬੱਚਿਆਂ ਨੂੰ ਇੱਕ ਵਾਰੀ ਸ਼ਾਬਾਸ਼ੀ ਦੇਣ ਤੇ ਸਾਡੇ ਬਾਕੀ ਦਰਸ਼ਕਾਂ ਦਾ ਧੰਨਵਾਦ ਕਰਨ। ਡਾਕਟਰ ਸਰਬਜੀਤ ਕੌਰ ਸੋਹਲ ਜੀ। ਬਹੁਤ ਸ਼ੁਕਰੀਆ ਡਾਕਟਰ ਦੀਪ ਜੀ। ਇਹਨਾਂ ਬੱਚਿਆਂ ਦੀਆਂ ਕਵਿਤਾਵਾਂ, ਇਹਨਾਂ ਦੀਆਂ ਗੱਲਾਂ ਸੁਣਨ ਤੋਂ ਬਾਅਦ ਇਹਨਾਂ ਦੇ ਬਿਲਕੁਲ ਅੰਦਰਲੀ ਜਿਹੜੀ ਬੇਬਾਕ ਇਹਨਾਂ ਨੇ ਸਾਡੇ ਨਾਲ ਗੱਲਾਂ ਕੀਤੀਆਂ ਨੇ, ਉਹ ਬਹੁਤ ਹੀ ਖੂਬਸੂਰਤ ਨੇ, ਔਰ ਉਹਦੇ 'ਚ ਕੋਈ ਲੱਗ ਲਗਾਵ ਨਹੀਂ ਹੈ। ਔਰ ਪਤਾ ਨਹੀਂ ਕਿਉਂ ਮੈਨੂੰ ਏਦਾਂ ਲੱਗਦਾ ਹੁੰਦਾ ਕਿ ਇਹ ਜਿਹੜੇ ਬੱਚੇ ਇਸ ਉਮਰ ਦੇ ਵਿੱਚ ਇੰਨਾ ਕੁਛ ਸੋਚ ਰਹੇ ਨੇ, ਸਮਝ ਰਹੇ ਨੇ, ਲਿਖ ਰਹੇ ਨੇ, ਤੇ ਇਹ ਕਮਾਲ ਨੇ। ਸਾਨੂੰ ਇਸ ਉਮਰ 'ਚ ਕਦੀ ਸੋਝੀ ਵੀ ਨਹੀਂ ਸੀ ਹੁੰਦੀ। ਅਸੀਂ ਵੀ ਪੜ੍ਹਦੇ ਹੁੰਦੇ ਸੀ, ਜਿਵੇਂ ਮੈਨੂੰ ਯਾਦ ਆ ਕਿ ਜਦੋਂ ਕਿਤਾਬਾਂ ਨਵੀਂ ਕਲਾਸ ਦੀਆਂ ਕਿਤਾਬਾਂ ਲੈਂਦੇ ਹੁੰਦੇ ਸੀ ਤੇ ਸਭ ਤੋਂ ਪਹਿਲਾਂ ਪੰਜਾਬੀ ਦੀ ਕਿਤਾਬ ਪੜ੍ਹਦੇ ਸੀ। ਉਹਦੇ 'ਚ ਵੀ ਫਿਰ ਕਹਾਣੀਆਂ, ਕਵਿਤਾਵਾਂ, ਸਾਰੀ ਕਿਤਾਬ ਪੜ੍ਹ ਲੈਣੀ, ਫਿਰ ਬਾਕੀ ਸਬਜੈਕਟਸ ਨੂੰ ਹੱਥ ਲਾਉਂਦੇ ਹੁੰਦੇ ਸੀ ਕਿ ਸਕੂਲ ਸ਼ੁਰੂ ਹੋਣ ਤੋਂ ਪਹਿਲਾਂ ਹੀ ਅਸੀਂ ਕਿਤਾਬਾਂ ਪੜ੍ਹ ਲੈਂਦੇ ਸੀ। ਸੋ ਇਹ ਬੱਚੇ ਨੇ, ਇਹਨਾਂ ਨੂੰ ਬਹੁਤ ਸਾਰੀ ਜਿਹੜੀ ਪ੍ਰੇਰਨਾ ਵੀ ਮਿਲਦੀ ਆ, ਔਰ ਇਹਨਾਂ ਨੇ ਜਿਹੜੀਆਂ ਗੱਲਾਂ ਕੀਤੀਆਂ ਨੇ ਉਹ ਵੀ ਬਹੁਤ ਖੂਬਸੂਰਤ ਨੇ। ਪਰ ਇੱਕ ਗੱਲ ਮੈਂ ਜ਼ਰੂਰ ਕਹਿਣੀ ਚਾਹਾਂਗੀ ਕਿ ਹਮੇਸ਼ਾ ਹੀ ਚੰਗਾ ਲਿਖੋ ਤੇ ਚੰਗਾ ਸੋਚੋ, ਔਰ ਜ਼ਿੰਦਗੀ 'ਚ ਕਦੀ ਨਿਰਾਸ਼ ਨਹੀਂ ਹੋਣਾ। ਜਿਵੇਂ ਤੁਸੀਂ, ਮੈਨੂੰ ਲੱਗਦਾ ਹੈ ਕਿ ਸ਼ਾਇਦ ਅਸੀਂ ਵੱਡੇ ਤਾਂ ਇਹ ਬਣਾਈ ਬੈਠੇ ਸੀ, ਲੋਕਡਾਊਨ ਹੈ, ਹਾਏ ਮਰ ਗਏ, ਹਾਏ ਆਹ ਹੋ ਗਿਆ, ਹਾਏ ਉਹ ਹੋ ਗਿਆ, ਤੇ ਤੁਸੀਂ ਕਿੰਨੇ ਚੁੱਪ ਚੁਪੀਤੇ, ਬੜੇ ਨਾਈਸਲੀ, ਬੜੇ ਮਤਲਬ ਠਹਿਰਾਓ ਨਾਲ, ਸਹਿਜ ਨਾਲ ਇਸ ਲੋਕਡਾਊਨ ਨੂੰ ਲਿਆ। ਔਰ ਉਸ ਟਾਈਮ ਦੇ ਵਿੱਚ ਬੱਚਿਆਂ ਨੇ ਪੜ੍ਹਿਆ ਹੈਗਾ, ਆਪਣੀਆਂ ਗੱਲਾਂ ਮਤਲਬ ਲਿਖਿਆ ਹੈ, ਪੜ੍ਹਿਆ ਹੈ, ਮਤਲਬ ਸਮੇਂ ਨੂੰ ਅਜਾਈ ਨਹੀਂ ਗਵਾਇਆ। ਔਰ ਇੱਕ ਗੱਲ ਬੱਚੇ ਨੇ ਬਹੁਤ ਸੋਹਣੀ ਕਹੀ ਕਿ ਮੈਂ ਜਿਉਣਾ ਚਾਹੁੰਦਾ। ਇਹ ਵੀ ਅਸੀਂ ਬਹੁਤ ਘੱਟ ਸੋਚਦੇ ਆ। ਇਹ ਗੱਲ ਮੈਨੂੰ ਨਹੀਂ ਲੱਗਦਾ ਹੁੰਦਾ ਵੀ ਅਸੀਂ ਜਿਉਣਾ ਵੀ ਚਾਹੁੰਦੇ ਹੁੰਦੇ ਆ, ਜਾਂ ਜੀਵਨ ਨੂੰ ਜੀਵਨ ਸਮਝ ਕੇ ਅਸੀਂ ਇਸ ਦਾ ਆਨੰਦ ਵੀ ਲੈਣਾ ਆ। ਅਸਲ 'ਚ ਜ਼ਿੰਦਗੀ ਇੱਕ ਆਨੰਦ ਲੈਣ ਲਈ ਵੀ ਆ, ਉਤਸਵ ਵੀ ਆ, ਤੇ ਸੰਕਟਾਂ ਨੂੰ ਘਟਾਉਣ ਵਾਲੇ ਪਾਸੇ ਤੁਰਨ ਵਾਲੀ ਵੀ ਆ। ਸੋ ਇਹਨਾਂ ਬੱਚਿਆਂ ਦਾ ਬਹੁਤ ਬਹੁਤ ਧੰਨਵਾਦ ਕਹਾਂਗੀ ਮੈਂ ਕਿ ਇਹਨਾਂ ਨੇ ਗੱਲਾਂ ਸਾਨੂੰ ਕੀਤੀਆਂ ਨੇ। ਪਰ ਸਮਾਂ ਬਹੁਤ ਥੋੜਾ ਹੁੰਦਾ। ਵੈਸੇ ਮੇਰਾ ਜੀ ਕਰਦਾ ਸੀ ਇਹਨਾਂ ਤੋਂ ਇੱਕ ਕਵਿਤਾ ਹੋਰ ਸੁਣੀ ਜਾਏ, ਪਰ ਮੈਨੂੰ ਪਤਾ ਹੈ ਕਿ ਬੰਦਿਸ਼ਾਂ ਹੁੰਦੀਆਂ ਨੇ ਸਭ ਦੀਆਂ, ਟਾਈਮ ਦੀਆਂ, ਸਮੇਂ ਦੀਆਂ, ਸਭ ਨੇ ਖਾਣਾ ਵੀ ਖਾਣਾ ਹੁੰਦਾ। ਸੋ ਮੈਂ ਅੱਜ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ ਦਰਸ਼ਕ, ਬੇਟਾ ਤੁਹਾਡੇ ਸਾਰਿਆਂ ਦੇ ਲਈ ਬਹੁਤ ਸੋਹਣੀਆਂ ਜਿਹੜੀਆਂ ਆਈਆਂ ਨੇ ਗੱਲਾਂ, ਜਿਹੜੀਆਂ ਕਮੈਂਟਸ ਆਏ ਨੇ, ਸਭ ਨੇ ਤੁਹਾਡੀ ਕਵਿਤਾ, ਤੁਹਾਡੀਆਂ ਗੱਲਾਂ ਪਸੰਦ ਕੀਤੀਆਂ ਨੇ। ਸੋ ਉਹਨਾਂ ਸਾਰਿਆਂ ਦਾ ਵੀ ਮੈਂ ਤੁਹਾਡੇ ਵੱਲੋਂ ਵੀ ਧੰਨਵਾਦ ਕਰ ਦਿੰਦੀ ਹਾਂ। ਅੱਜ ਸਾਡੇ ਨਾਲ ਜੁੜੇ ਹੋਏ ਨੇ ਪ੍ਰਕਾਸ਼ ਬੇਦੀ ਜੀ, ਇਹ ਅਮਰੀਕਾ ਤੋਂ, ਰਵਿੰਦਰ ਸਿੰਘ ਸਹਿਰਾ, ਜਸਬੀਰ ਕੌਰ। ਔਰ ਮੈਂ ਇਸ ਤੋਂ ਪਹਿਲਾਂ ਇਹ ਦੱਸਣਾ ਚਾਹਾਂਗੀ ਕਿ ਅੱਜ ਇਸ ਵੇਲੇ 23 ਗਰੁੱਪ ਜਿਹੜੇ ਨੇ ਉਹ ਲਾਈਵ ਇਸ ਨੂੰ ਪ੍ਰਸਾਰਿਤ ਕਰ ਰਹੇ ਨੇ। ਮੈਨੂੰ ਲੱਗਦਾ ਅੱਜ ਮੈਕਸਿਮਮ ਗਰੁੱਪ ਨੇ ਸਾਡੇ ਕੋਲ, 20-21 ਤਾਂ ਆਉਂਦੇ, ਅੱਜ 23 ਗਰੁੱਪ ਇਸ ਵੇਲੇ ਸਾਡੇ ਨਾਲ ਲਾਈਵ ਦਿਖਾ ਰਹੇ ਨੇ। ਸੋ ਇਸ ਦਾ ਮਤਲਬ ਇਹ ਆ ਕਿ ਇਹ ਜਿਹੜੀ ਗੱਲਬਾਤ ਹੈ ਉਹ ਸਾਡੀ ਬਹੁਤ ਦੂਰ ਤੱਕ ਪਹੁੰਚ ਰਹੀ ਹੈ। ਔਰ ਅਮਰੀਕਾ, ਕੈਨੇਡਾ, ਜਾਪਾਨ ਤੋਂ ਸਾਡੇ ਨਾਲ ਜਿਹੜੇ ਦਰਸ਼ਕ ਨੇ ਉਹ ਜੁੜੇ ਹੋਏ ਨੇ, ਲੇਖਕ ਜੁੜੇ ਹੋਏ ਨੇ।
ਰਵਿੰਦਰ ਸਿੰਘ ਸਹਿਰਾ, ਜਸਬੀਰ ਕੌਰ, ਦੇਵਦਰਦ, ਸੁਖਦਰਸ਼ਨ ਕੌਰ, ਜਸਪ੍ਰੀਤ ਸਿੰਘ ਜਗਰਾਉਂ, ਕਿਹਰ ਸ਼ਰੀਫ, ਵਿਭਾ ਸਹਿਜਪਾਲ, ਪੰਮੀ ਹੰਸਪਾਲ, ਗੁਰਦੀਪ ਸਿੰਘ ਢਿੱਲੋਂ, ਹਰਪ੍ਰੀਤ ਕੰਗ, ਸੁਨੀਤਾ ਸ਼ਰਮਾ, ਪ੍ਰਵੀਨ ਸ਼ੇਰੋਂ, ਬਲਜੀਤ ਪਾਲ ਸਿੰਘ, ਧਰਮ ਕਮਿਆਣਾ, ਪੁਸ਼ਪਿੰਦਰ ਜੋਸਨ, ਹਰਪ੍ਰੀਤ ਮੋਖਾ, ਜਤਿੰਦਰ ਢਿੱਲੋਂ, ਬਲਵਿੰਦਰ ਸਿੰਘ ਸੰਧੂ, ਜਸਪ੍ਰੀਤ ਗਿੱਲ, ਸਰਗੀ ਜੰਮੂ, ਜਗਤਾਰ ਸਿੰਘ, ਕੁਲਦੀਪ ਸਿੰਘ ਬੇਦੀ, ਰਾਮ ਸਿੰਘ, ਹਰਜਿੰਦਰ ਕੌਰ, ਭੁਪਿੰਦਰ ਫੌਜੀ, ਹਰਜੀਤ ਕੌਰ ਬਮਰਾ, ਦਵਿੰਦਰ ਪਾਲ ਗੁਰਾਇਆ, ਪਲਵਿੰਦਰ ਪਾਲ ਕੌਰ, ਹਰਪ੍ਰੀਤ ਕੌਰ ਕੰਗ, ਤ੍ਰਿਪਤਾ ਕੇ ਸਿੰਘ, ਹਰਮੇਲ ਪ੍ਰੀਤ, ਅਨੇਮਨ ਸਿੰਘ, ਤਰਸੇਮ ਨੂਰ, ਦੀਪ ਸੰਧੂ, ਬਰਿੰਦਰ ਪਟਿਆਲਾ, ਧਰਮ ਕਮਿਆਣਾ, ਕੰਵਲਜੀਤ ਟਿੰਨਾ, ਹਰਮੇਲ ਪ੍ਰੀਤ, ਡਾਕਟਰ ਰੁਪਿੰਦਰ ਕੌਰ, ਕੁਲਵਿੰਦਰ ਕੰਵਲ, ਆਤਮ ਰੰਧਾਵਾ, ਇਹ ਖਾਲਸਾ ਕਾਲਜ ਅੰਮ੍ਰਿਤਸਰ ਤੋਂ, ਸਤਨਾਮ ਸਿੰਘ ਰੰਧਾਵਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪ੍ਰੋਫੈਸਰ ਨੇ, ਸਿਮਰਨਜੀਤ ਸਿੰਘ ਸਿਮਰਾਜ, ਅਸੀਂ ਇਸ ਬੱਚੇ ਨੂੰ ਨਹੀਂ ਸੁਣ ਸਕੇ, ਪ੍ਰਭਮੀਤ ਸਿੰਘ ਸੋਢੀ, ਪਰਮਿੰਦਰ, ਜਗਤਾਰ ਸਿੰਘ ਸੋਖੀ, ਜਗਦੀਸ਼ ਸਚਦੇਵਾ, ਅਵਤਾਰ ਦੋਦੜਾ, ਪ੍ਰਮੋਦ ਕਾਫਿਰ, ਅਮਰਜੀਤ ਕੌਰ, ਹਰਮੇਲ ਪ੍ਰੀਤ, ਸਤਨਾਮ ਚੌਹਾਨ, ਮੱਖਣ ਸਿੰਘ ਮਾਨ, ਸੁਭਾਸ਼ ਨੀਰਵ, ਪ੍ਰਿੰਸੀਪਲ ਲਖਵੀਰ ਸਿੰਘ, ਦੈਨ ਡਾਕਟਰ ਗੁਰਪ੍ਰੀਤ ਸਿੰਘ ਸਿੱਧੂ, ਭਾਗ ਸਿੰਘ ਮਾਨ, ਭੁਪਿੰਦਰ ਬੱਬਲ, ਰਵਿੰਦਰ ਸਿੰਘ ਸਹਿਰਾ, ਪ੍ਰਿੰਸੀਪਲ ਭੁਪਿੰਦਰ, ਬਮਲਜੀਤ ਕੌਰ ਮਾਨ, ਸਤਿੰਦਰ ਕੌਰ ਕਾਲੋਂ ਬਟਾਲੇ ਤੋਂ, ਅਕਰਮ ਧੂਰਕੋਟ, ਐਸ ਬਲਵੰਤ, ਨੀਤਾ ਵਿਰਕ ਇਹ ਕੈਨੇਡਾ ਤੋਂ ਨੇ, ਕਮਲਜੀਤ ਬੰਗਾ, ਸੋਹਣ ਸਿੰਘ, ਦਿਲਜੀਤ ਬੰਗੀ, ਆਕਾਸ਼ਦੀਪ, ਅਰਤਿੰਦਰ ਸੰਧੂ, ਸੁਨੀਲ ਚੰਦਿਆਨਵੀ, ਵਿਜੇ ਵਿਵੇਕ, ਪੂਨਮ ਸਿੰਘ, ਇੰਦੂ ਧਵਨ, ਪੁਸ਼ਪਿੰਦਰ ਜੋਸਨ, ਸੁਖਵਿੰਦਰ ਕੌਰ, ਰਵਿੰਦਰ ਸਿੰਘ ਸਹਿਰਾ, ਸੁਰਿੰਦਰ ਕੌਰ ਖਹਿਰਾ, ਕੋਮਲ ਸਿੰਘ, ਕ੍ਰਾਂਤੀ ਕੀਰਤੀ, ਦਵਿੰਦਰ ਸਿੰਘ, ਰਾਜਦੀਪ ਕੌਰ ਖਾਲਸਾ, ਡਾਕਟਰ ਗਗਨਦੀਪ ਕੌਰ ਗੁਲਾਟੀ। ਇਹਨਾਂ ਨੇ ਬਹੁਤ ਸੋਹਣੇ ਸੋਹਣੇ ਕਮੈਂਟਸ ਨਾਲ ਦੇ ਨਾਲ ਸਾਨੂੰ ਦਿੱਤੇ ਆ ਕਿ ਜਿਹੜੇ ਬੱਚੇ ਇਸ ਉਮਰ ਦੇ ਵਿੱਚ ਲਾਕਡਾਊਨ ਦੇ ਵਿੱਚ ਪੱਲਿਓਂ ਪੈਸੇ ਖਰਚ ਕੇ ਕਿਤਾਬਾਂ ਖਰੀਦਦੇ ਨੇ, ਉਹਨਾਂ ਨੂੰ ਇਹ ਕਿਤਾਬਾਂ ਮੁਫਤ ਦੇ ਵਿੱਚ ਦੇਣੀਆਂ ਚਾਹੀਦੀਆਂ ਨੇ। ਰੂਪ ਸੰਧੂ, ਗੁਰਬਰਿੰਦਰ ਧਾਲੀਵਾਲ, ਗੁਰਬਾਜ ਸਿੰਘ, ਇੰਦਰਾ ਵਿਰਕ, ਰੂਪ ਢਿੱਲੋਂ, ਕੁਲਵਿੰਦਰ ਮਠਾੜੂ, ਬਲਵਿੰਦਰ ਕੌਰ, ਬਲਜੀਤ ਸਿੰਘ, ਜਸਵਿੰਦਰ ਫਗਵਾੜਾ, ਸੁਖਦਰਸ਼ਨ ਕੌਰ, ਸੁਖਵਿੰਦਰ ਕੌਰ ਔਲਖ, ਹਰਵਿੰਦਰ ਭਿੱਖੀ, ਸਵਰਨ ਰੋਜ਼ਾਵਾਲੀ, ਗੁਰਪਿਆਰ ਹਰੀ ਨੌ, ਰਣਜੀਤ ਕੌਰ ਬਾਜਵਾ, ਪਵਨਦੀਪ ਢਿੱਲੋਂ ਇਹ ਕੈਨੇਡਾ ਤੋਂ ਨੇ, ਤੇਜਵਿੰਦਰ ਕੌਰ ਵਿਰਲੀ। ਸੋ ਇਹ ਸਾਰੇ ਦਰਸ਼ਕ ਮੁਹੱਬਤੀ ਦਾਨਿਸ਼ਵਰ ਦੋਸਤ ਸਾਡੇ ਨਾਲ ਜੁੜੇ ਹੋਏ ਨੇ ਔਰ ਇਹਨਾਂ ਨੇ ਬਹੁਤ ਸਾਰੇ ਕਮੈਂਟਸ ਨੇ, ਉਹ ਤੁਸੀਂ ਫੇਸਬੁੱਕ ਤੋਂ ਵੇਖ ਸਕਦੇ ਹੋ। ਜਦੋਂ ਤੁਸੀਂ ਖੋਲੋਗੇ ਤੁਹਾਨੂੰ ਪਤਾ ਲੱਗ ਜਾਊਗਾ। ਔਰ ਸਾਰਿਆਂ ਨੇ ਜਿਹੜੀਆਂ ਕਵਿਤਾਵਾਂ ਸੁਣਾਈਆਂ, ਜੋ ਗੱਲਾਂ ਕੀਤੀਆਂ, ਮੈਨੂੰ ਉਮੀਦ ਆ ਕਿ ਤੁਸੀਂ ਇਸ ਨੂੰ ਅੱਗੇ ਹੋਰ ਵਧਾਓਗੇ, ਹੋਰ ਜ਼ਿਆਦਾ ਚੰਗਾ ਲਿਖੋਗੇ ਤੇ ਓਰੀਜਨਲ ਲਿਖੋਗੇ। ਕਿਸੇ ਨੂੰ ਫੋਲੋ ਕਰਨ ਦੀ ਲੋੜ ਨਹੀਂ ਹੈ। ਤੁਸੀਂ ਪੜ੍ਹੋ, ਚਿੰਤਨ ਕਰੋ, ਮਨਨ ਕਰੋ ਤੇ ਜੋ ਤੁਹਾਡੇ ਆਲੇ ਦੁਆਲੇ ਹੈ ਉਸ ਨੂੰ ਵੇਖ ਕੇ ਉਸ ਦੀ ਗੱਲ ਕਰੋ। ਸੋ ਮੇਰੇ ਵੱਲੋਂ ਤੁਹਾਨੂੰ ਬਹੁਤ ਬਹੁਤ ਸ਼ੁਭ ਕਾਮਨਾਵਾਂ। ਉਮੀਦ ਹੈ ਤੁਸੀਂ ਇਸੇ ਤਰ੍ਹਾਂ ਵੱਡੇ ਹੁੰਦੇ ਜਾਓਗੇ ਤੇ ਅਸੀਂ ਕੀ ਹੋਵਾਂਗੇ, ਅਸੀਂ ਬੁੱਢੇ ਹੋ ਜਾਾਂਗੇ। ਅਸੀਂ ਹੋਰ ਵੱਡੇ ਹੋ ਜਾਾਂਗੇ। ਹਾਂ, ਨਹੀਂ ਅਸੀਂ ਕੀ ਕਹਿੰਦੇ ਹੁੰਦੇ, ਬੁੱਧੀਜੀਵੀ ਜੇ ਹੋ ਜਾਾਂਗੇ, ਹੋਰ ਜ਼ਿਆਦਾ ਥੋੜੇ ਭੁੱਲਣ ਲੱਗ ਜਾਾਂਗੇ। ਸੋ ਅਸੀਂ ਤੁਹਾਨੂੰ ਬਹੁਤ ਛੋਟਿਆਂ ਤੋਂ ਵੇਖਿਆ, ਮੈਨੂੰ ਲੱਗਦਾ 4 ਸਾਲ ਤੋਂ ਆਪਾਂ ਜੁੜੇ ਹੋਏ ਆ ਸਾਰੇ ਬੱਚੇ ਤੇ ਮੇਰੇ ਨਾਲ, ਦੀਪ ਨਾਲ। ਤੇ ਜਦੋਂ ਤੁਸੀਂ ਹੋਰ ਵੱਡੇ ਹੋ ਗਏ ਤਾਂ ਇਸੇ ਤਰ੍ਹਾਂ ਤੁਹਾਡੀ ਗਰੋਥ ਨੂੰ ਅਸੀਂ ਵੇਖੀਏ, ਉਸ ਨੂੰ ਮਾਣੀਏ ਔਰ ਉਹਦੇ ਤੇ ਮਾਣ ਕਰ ਸਕੀਏ। ਸੋ ਬਹੁਤ ਬਹੁਤ ਤੁਹਾਨੂੰ ਪਿਆਰ, ਤੁਹਾਨੂੰ ਸ਼ੁਭ ਕਾਮਨਾਵਾਂ ਤੇ ਇਸੇ ਤਰ੍ਹਾਂ ਲਿਖਦੇ ਰਹੋ। ਬਹੁਤ ਬਹੁਤ ਸ਼ੁਕਰੀਆ ਜੀ ਮੈਮ, ਬਹੁਤ ਬਹੁਤ ਧੰਨਵਾਦ। ਸੱਚਮੁੱਚ ਇਹਨਾਂ ਬੱਚਿਆਂ ਨੂੰ ਦੇਖ ਕੇ ਜੀ ਕਰਦਾ ਕਿ ਦੁਬਾਰਾ ਫੇਰ ਬੱਚੇ ਬਣ ਜਾਈਏ, ਉਸ ਦੁਨੀਆ ਦੇ ਵਿੱਚ ਜਾਈਏ ਜਿਹੜੀ ਦੁਨੀਆ ਦੇ ਵਿੱਚ ਇਹ ਬੱਚੇ ਹੁਣ ਵਿਚਰ ਰਹੇ ਨੇ। ਉਹ ਦੁਨੀਆ ਬਹੁਤ ਖੂਬਸੂਰਤ ਦੁਨੀਆ ਹੁੰਦੀ ਹੈ, ਜਦੋਂ ਸ਼ਰਾਰਤਾਂ ਤਾਂ ਹੁੰਦੀਆਂ ਨੇ ਪਰ ਸਾਜ਼ਿਸ਼ਾਂ ਨਹੀਂ ਹੁੰਦੀਆਂ ਹੈਗੀਆਂ। ਹੌਲੀ ਹੌਲੀ ਬੰਦਾ ਸਾਜ਼ਿਸ਼ਾਂ ਕਰਨੀਆਂ ਸਿੱਖ ਜਾਂਦਾ ਹੈ ਤੇ ਸ਼ਰਾਰਤਾਂ ਭੁੱਲ ਜਾਂਦਾ ਹੈ ਤੇ ਬਚਪਨ ਦੀ ਮਾਸੂਮੀਅਤ ਉਹਨਾਂ ਸ਼ਰਾਰਤਾਂ ਦੇ ਵਿੱਚ ਹੀ ਹੁੰਦੀ ਹੈ, ਜਿਹੜੀਆਂ ਇਹਨਾਂ ਦੀਆਂ ਕਵਿਤਾਵਾਂ ਦੇ ਵਿੱਚ ਵੀ ਆ ਰਹੀਆਂ ਨੇ ਤੇ ਇਹਨਾਂ ਦੇ ਕਿਤਾਬਾਂ ਦੇ ਵਿੱਚ ਵੀ ਆ ਰਹੀਆਂ ਨੇ।
ਸੋ ਦੋਸਤੋ ਅੱਜ ਦਾ ਪ੍ਰੋਗਰਾਮ ਇੱਥੇ ਮੁੱਕਦਾ ਹੈ, ਪਰ ਕੱਲ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਬਹੁਤ ਹੋਰ ਮਹੱਤਵਪੂਰਨ ਮਸਲੇ ਦੀ ਜਿਹੜੀ ਚਰਚਾ ਕਰਨੀ ਹੈ। ਅਸੀਂ ਪਿਛਲੇ ਦਿਨਾਂ ਦੇ ਵਿੱਚ ਇੱਕ ਮਾਲਵੇ ਤੇ ਪ੍ਰੋਗਰਾਮ ਕੀਤਾ ਸੀ, ਮਾਲਵੇ ਦੇ ਮਸਲਿਆਂ ਤੇ ਪ੍ਰੋਗਰਾਮ ਕੀਤਾ ਸੀ, ਤੇ ਹੁਣ ਅਸੀਂ ਇੱਕ ਦੂਜੇ ਰੀਜਨ ਵੱਲ ਪ੍ਰਵੇਸ਼ ਕਰ ਰਹੇ ਹਾਂ, ਦੁਆਬੇ ਵੱਲ। ਕੱਲ ਦਾ ਪ੍ਰੋਗਰਾਮ ਹੈ ਦੇਸ਼ ਦੁਆਬਾ, ਪਛਾਣ ਤੇ ਮਸਲੇ, ਤੇ ਇਹਦੇ ਵਿੱਚ ਦੁਆਬੇ ਦੇ ਅਸੀਂ 3 ਚਿੰਤਕ ਲੈ ਰਹੇ ਹਾਂ। ਅਜਮੇਰ ਸਿੱਧੂ ਬਹੁਤ ਵੱਡੇ ਕਹਾਣੀਕਾਰ ਨੇ, ਰਾਗ ਮੈਗਜ਼ੀਨ ਦੇ ਸੰਪਾਦਕ ਨੇ, ਉਹ ਕੱਲ ਸਾਡੇ ਨਾਲ ਹੋਣਗੇ। ਡਾਕਟਰ ਜਸਵੰਤ ਰਾਏ ਉਸ ਇਲਾਕੇ ਦੇ ਵਿੱਚ ਦਲਿਤ ਚਿੰਤਨ ਦੇ ਬਹੁਤ ਵੱਡੇ ਐਕਸਪਰਟ ਨੇ, ਜਿਹੜੇ ਬਹੁਤ ਕੰਮ ਕੀਤਾ ਹੈ। ਦਲਿਤ ਮਸਲਾ ਦੁਆਬੇ ਦਾ ਬਹੁਤ ਵੱਡਾ ਮਸਲਾ ਹੈ। ਤੇ ਤੀਜੇ ਨੇ ਨਾਟਕਕਾਰ ਡਾਕਟਰ ਦਵਿੰਦਰ ਕੁਮਾਰ, ਜਿਨ੍ਹਾਂ ਨੇ ਨਾਟਕਾਂ ਰਾਹੀਂ ਉਸ ਦੁਆਬੇ ਦੇ ਮਸਲਿਆਂ ਨੂੰ ਸਾਡੇ ਸਾਹਮਣੇ ਪੇਸ਼ ਕੀਤਾ ਹੈ। ਸੋ ਉਸ ਨੂੰ ਸਾਡੀ ਪੰਜਾਬ ਦੀ ਧਰਤੀ ਤੇ ਉਸ ਖਿੱਤੇ ਨੂੰ ਸਮਝਣ ਲਈ ਜ਼ਰੂਰ ਸਾਡੇ ਨਾਲ ਹੋਰ ਵੱਡੀ ਗਿਣਤੀ ਦੇ ਵਿੱਚ ਜੁੜਿਓ, ਤਾਂ ਕਿ ਅਸੀਂ ਆਪਣੇ ਪੰਜਾਬ ਨੂੰ ਪਹਿਲਾਂ ਸਮਝ ਸਕੀਏ, ਸਾਡੇ ਪੰਜਾਬ ਦੇ ਮਸਲੇ ਕੀ ਨੇ। ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਮਾਝੇ ਵੱਲ ਤੇ ਪੁਆਧ ਵੱਲ ਵੀ ਜਾਣ ਦੀ ਕੋਸ਼ਿਸ਼ ਕਰਾਂਗੇ। ਸੋ ਬਹੁਤ ਬਹੁਤ ਤੁਹਾਡਾ ਧੰਨਵਾਦ ਸਾਰੇ ਬੱਚਿਆਂ ਦਾ। ਪੁੱਤ ਪੁਨੀਤ, ਸੁਖਮਨ, ਹਰੀ ਗੋਪਾਲ, ਪ੍ਰਵਾਸ, ਸੀਰਤਪਾਲ, ਆਰੀਅਨ, ਸਨੋ ਸਾਦਗੀ, ਜਗਦੀਪ ਜਵਾਰਕੇ ਤੇ ਤੁਹਾਡੇ ਵਰਗੇ ਤੁਹਾਡੇ ਸਾਰੇ ਨੰਨੇ ਮੁੰਨੇ ਦੋਸਤ ਜਿਹੜੇ ਪੰਜਾਬ ਦੇ ਜਾਂ ਪੂਰੀ ਦੁਨੀਆ ਦੇ ਬੱਚੇ ਨੇ, ਤੁਹਾਡਾ ਸਾਰਿਆਂ ਦਾ ਇੱਕ ਵਾਰੀ ਫਿਰ ਬਹੁਤ ਬਹੁਤ ਧੰਨਵਾਦ। ਸਾਡੇ ਨਾਲ ਇਸੇ ਤਰ੍ਹਾਂ ਜੁੜੋ, ਪੱਕੇ ਤੌਰ ਤੇ ਰੋਜ਼ ਆਇਆ ਕਰੋ 8 ਤੋਂ 9 ਵਜੇ, ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਇਹੋ ਜਿਹੀਆਂ ਹੁੰਦੀਆਂ ਨੇ ਜਿਹੜੀਆਂ ਅਸੀਂ ਵੱਡਿਆਂ ਤੋਂ ਸੁਣ ਕੇ ਸਿੱਖਦੇ ਹਾਂ, ਤੇ ਬਹੁਤ ਸਾਰੀਆਂ ਚੀਜ਼ਾਂ ਅਸੀਂ ਤੁਹਾਡੇ ਤੋਂ ਦੇਖ ਕੇ ਸਿੱਖਦੇ ਹਾਂ। ਸੋ ਲਗਾਤਾਰ ਜੁੜੋ, ਪੋਸਟਰਾਂ ਨੂੰ ਸ਼ੇਅਰ ਕਰਿਆ ਕਰੋ। YouTube ਤੇ ਇਹ ਸਾਰਾ ਪ੍ਰੋਗਰਾਮ ਤੁਹਾਡਾ ਅੱਜ ਰਾਤ ਨੂੰ ਪੈ ਜਾਣਾ ਹੈ, ਤੁਹਾਨੂੰ ਉਹਦਾ ਲਿੰਕ ਵੀ ਭੇਜਾਂਗੇ, ਉਹ ਵੀ ਵੱਧ ਤੋਂ ਵੱਧ ਸਾਂਝਾ ਕਰੋ। ਸੋ ਇੱਕ ਵਾਰੀ ਫੇਰ ਤੁਹਾਨੂੰ ਬਹੁਤ ਪਿਆਰੀ ਪਿਆਰੀ ਸਤਿ ਸ੍ਰੀ ਅਕਾਲ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ।